ਰਾਜ ਸਿੰਘ ਜੀ, ਹਰਸਿਮਰਨ, ਆਵਾਜ਼ ਕਲੀਅਰ ਹੈ ਸਾਰਿਆਂ ਨੂੰ? ਆਡੀਓ ਦੀ ਪ੍ਰੋਬਲਮ ਤਾਂ ਨਹੀਂ ਹੈ? ਓਕੇ, ਦੈਟਸ ਫਾਈਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਜੀਵਨ ਹੈ ਉਸ ਨੂੰ ਬਹੁਤ ਜ਼ਿਆਦਾ ਪੰਥ ਦੇ ਅੰਦਰ ਸਹਿਰਾਇਆ ਗਿਆ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਇੱਕ ਐਸਾ ਜੀਵਨ ਹੋਇਆ ਹੈ ਜਿਵੇਂ ਗੁਰੂ ਨਾਨਕ ਸਾਹਿਬ ਦਾ ਜੀਵਨ ਸਾਡੇ ਕੋਲ ਮਹਾਰਾਜ ਦੇ ਬਚਪਨ ਤੋਂ ਲੈ ਕੇ ਜੋਤੀ ਜੋਤ ਤੱਕ ਦਾ ਸਾਰਾ ਇਤਿਹਾਸ ਪੰਥ ਦੇ ਅੰਦਰ ਮੌਜੂਦ ਹੈ। ਉਵੇਂ ਹੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਵੀ ਸਾਰਾ ਇਤਿਹਾਸ, ਜੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ 60 ਸਾਲ ਉਮਰ ਦੇ ਅੰਦਰ ਆਉਣ ਤੋਂ ਲੈ ਕੇ 102 ਸਾਲ ਤੱਕ ਜੋਤੀ ਜੋਤ ਸਮਾਨ ਤੱਕ ਦਾ ਤਕਰੀਬਨ 42 ਸਾਲ ਤੱਕ ਦਾ ਇਤਿਹਾਸ ਪੰਥ ਦੇ ਕੋਲ ਹੈ। ਉਵੇਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵੀ ਸਾਡੇ ਕੋਲ 1595 ਤੋਂ ਲੈ ਕੇ ਸਤਿਗੁਰੂ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੱਕ, ਜੋ ਕਿ ਸਤਿਗੁਰਾਂ ਦਾ ਗੁਰਤਾ ਗੱਦੀ ਦੇ 38 ਸਾਲ ਦਾ ਸਮਾਂ ਹੈ, ਉਹ ਵੀ ਪੰਥ ਦੇ ਕੋਲ। ਯਾਨੀ ਕਿ ਅਸੀਂ ਇਹ ਜਾਣ ਲਈਏ ਇਸ ਗੱਲ ਤੋਂ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ ਸਾਡੇ ਕੋਲ, ਜੋ ਐਸੇ ਪਾਤਸ਼ਾਹ ਜਿਨ੍ਹਾਂ 10ਵੇਂ ਪਾਤਸ਼ਾਹ ਦਾ ਇਤਿਹਾਸ, 9ਵੇਂ ਪਾਤਸ਼ਾਹ ਦਾ ਇਤਿਹਾਸ, ਇਹ ਇਤਿਹਾਸ ਪੰਥ ਦੇ ਅੰਦਰ ਸਾਡੇ ਕੋਲ ਵਿਸਤਾਰ ਦੇ ਨਾਲ ਮੌਜੂਦ ਨੇ, ਜਿਨ੍ਹਾਂ ਤੋਂ ਬਹੁਤ ਸੁੰਦਰ ਸਿੱਖਿਆਵਾਂ ਮਿਲਦੀਆਂ। ਸਤਿਗੁਰਾਂ ਦੀ ਕੋਈ ਇੱਕ ਹੀ ਸਾਖੀ ਅਸੀਂ ਸੁਣ ਲਈਏ ਜਿਸ ਦੇ ਨਾਲ ਸਾਡਾ ਜੀਵਨ ਪਲਟ ਹੋ ਸਕਦਾ ਹੈ। ਮਹਾਰਾਜ ਪਾਤਸ਼ਾਹ ਜੀ ਦੇ ਪਿਤਾ ਗੁਰਦੇਵ ਕਹਿੰਦੇ ਨੇ, ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਉਹ ਚੀਜ਼ ਸਾਰੀ ਚੀਜ਼ਾਂ ਲਈ ਕਾਮਨ ਹੁੰਦੀ ਹੈ। ਜੇ ਅਸੀਂ ਗੁਰਬਾਣੀ ਦਾ ਕਿਨਕਾ ਵਸਾ ਲਈਏ, ਇਤਿਹਾਸ ਦਾ ਕਿਨਕਾ ਹਿਰਦੇ 'ਚ ਵਸਾ ਲਈਏ, ਜਾਂ ਅਸੀਂ ਗੁਰੂ ਸਾਹਿਬ ਮਹਾਰਾਜ ਦੇ ਗੁਰਸਿੱਖਾਂ ਦੇ ਸੰਤਾਂ ਦੇ ਜੀਵਨ ਦੇ ਅੰਦਰੋਂ ਕਮਾਈ ਕੋਈ ਗੱਲ ਹਿਰਦੇ 'ਚ ਵਸਾ ਲਈਏ, ਤਾਂ ਵੀ ਸਾਡਾ ਜੀਵਨ ਕਿਨਕਾ ਇੱਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਉਹ ਗੁਰਸਿੱਖ ਦੀ ਜਿਹੜਾ ਹਿਰਦਾ ਹੈ ਉਹ ਪਾਵਨ ਪਵਿੱਤਰ ਸ਼ੁੱਧ ਹੋ ਜਾਂਦਾ ਹੈ, ਰੱਬ ਰੂਪ ਹੋ ਜਾਂਦਾ ਹੈ, ਬ੍ਰਹਮ ਹੋ ਜਾਂਦਾ ਹੈ, ਤੇ ਉਹ ਹਿਰਦੇ ਦੇ ਅੰਦਰ ਪ੍ਰਮਾਤਮਾ ਦਾ ਪ੍ਰਕਾਸ਼ ਹੋਣ ਕਰਕੇ ਉਹ ਗੁਰਸਿੱਖ ਦੀ ਕਥਾ ਵੀ ਇੱਕ ਜੀਭ ਨਾਲ ਕਹੀ ਨਹੀਂ ਜਾ ਸਕਦੀ। ਆਓ ਅਸੀਂ ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜੀਵਨ ਇੱਕ ਅਲੱਗ, ਕਿਉਂਕਿ ਅੱਜ ਦਾ ਜਿਹੜਾ ਸੈਸ਼ਨ ਹੈ ਉਹ ਕਥਾ ਦਾ ਸੈਸ਼ਨ ਨਹੀਂ ਹੈ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਾਂ। ਕਥਾ ਆਪ ਜੀ ਨੇ ਭਾਈ ਸਾਹਿਬ ਜੀ ਤੋਂ, ਗੁਰਕੀਰਤ ਸਿੰਘ ਜੀ ਤੋਂ ਸਰਵਣ ਕੀਤੀ ਹੈ। ਬਹੁਤ ਪ੍ਰੇਮ ਦੇ ਨਾਲ ਉਹਨਾਂ ਨੇ ਤੁਹਾਨੂੰ ਸ਼ਬਦ ਸਰਵਣ ਕਰਾਏ ਹੈ ਗੁਰਬਾਣੀ ਦੇ। ਅੱਜ ਅਸੀਂ ਥੋੜੀ ਜਿਹੀ ਇੰਟੈਲੈਕਚੁਅਲ ਸੋਚ ਦੇ ਨਾਲ ਗੁਰੂ ਸਾਹਿਬ ਦੇ ਜੀਵਨ ਬਾਰੇ ਚਰਿੱਤਰ ਪਾਵਾਂਗੇ। What elements I'm going to present in this PPT, that will be ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਚਰਿੱਤਰ, ਕਿ ਗੁਰੂ ਸਾਹਿਬ ਦਾ ਬਰਥ ਕਦੋਂ ਹੋਇਆ, that will be in a very nutshell। ਗੁਰੂ ਭਾਈ ਗੁਰਦਾਸ ਜੀ ਦੀ ਰਚਨਾ ਦੇ ਅੰਦਰੋਂ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਬਾਰੇ ਚਾਨਣਾ, ਕਵੀ ਸੰਤੋਖ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਬਾਰੇ ਕੀ ਇਤਿਹਾਸ ਚੋਂ ਦੱਸਦੇ ਨੇ, ਤੇ ਸਤਿਗੁਰਾਂ ਨੇ ਗੁਰਮਤ ਵਿਦਿਆ ਫਰੋਮ ਵੇਅਰ ਹੀ ਡਿਡ ਦਾ ਐਜੂਕੇਸ਼ਨਲ ਜਿਹੜੀ ਸਤਿਗੁਰਾਂ ਨੇ ਉਪਲਬਧੀਆਂ ਲਈਆਂ ਉਹ ਕਿੱਦਾਂ ਲਈਆਂ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ, ਉਹਨਾਂ ਨੇ ਸ਼ਸਤਰ ਵਿਦਿਆ ਕਿਸ ਤਰ੍ਹਾਂ ਪ੍ਰਾਪਤ ਕੀਤੀ, ਗੁਰਤਾ ਗੱਦੀ ਦੇ ਕਿਸ ਤਰ੍ਹਾਂ ਸੁਭਾਇਮਾਨ ਹੋਏ, ਸਤਿਗੁਰੂ ਦਾ ਬੀਰ ਰੱਸੀ ਜੰਗ ਜਿਹੜੇ ਸੀਗੇ ਉਹ ਪ੍ਰਸੰਗ ਦੇ ਬਾਰੇ ਇੱਕ ਪੰਛੀ ਝਾਤ ਜ਼ਰੂਰ ਮਾਰਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰ ਇਤਿਹਾਸ, ਜੋ ਕਿ ਮੈਂ ਇਹ ਡਿਸਕਸ਼ਨ ਰੂਪ ਦੇ ਅੰਦਰ ਅਸੀਂ ਰੂਮ ਬਣਾ ਦੇਣਗੇ ਭਾਈ ਦਿਲਰਾਜ ਸਿੰਘ ਜੀ। ਅੱਜ ਅਸੀਂ ਸੈਸ਼ਨ ਨੂੰ ਕੁਆਇਟ ਇੰਟਰੈਕਟਿਵ ਰੱਖਣ ਦੀ ਕੋਸ਼ਿਸ਼ ਕਰਾਂਗੇ, ਬਿਕੋਜ਼ ਤੁਸੀਂ ਮਾਰਨਿੰਗ ਤੋਂ ਹੀ ਕਥਾ ਸੁਣਦੇ ਆ ਰਹੇ ਹੋ, ਯੂ ਆਰ ਔਨ ਅ ਲਿਸਨਿੰਗ ਫੇਜ਼। ਆਪਾਂ ਚਾਹੁੰਦੇ ਹਾਂ ਕਿ ਥੋੜਾ ਜਿਹਾ ਅਸੀਂ ਆਪਸ ਦੇ ਅੰਦਰ ਡਿਸਕਸ਼ਨ ਵਿੱਚ ਵੀ ਆਈਏ, ਕਿਉਂਕਿ ਆ ਟੋਟਲ ਕਥਾ ਦਾ ਲੈਕਚਰ ਨਹੀਂ ਹੈ, ਆਪਾਂ ਡਿਸਕਸ਼ਨ ਕਰਨੀ ਹੈ। ਆਪਾਂ ਸਾਰੇ ਮਤਲਬ ਇਸ ਲੈਕਚਰ ਦੇ ਅੰਦਰ ਪਾਰਟਿਸਿਪੇਟ ਕਰ ਰਹੇ ਹਾਂ, ਤੇ ਮੈਂ ਹਾਈਲੀ ਵੈਲਕਮ ਕਰਾਂਗਾ ਜੇ ਤੁਸੀਂ ਵਿੱਚੋਂ ਕੋਈ ਕੁਐਸਚਨ ਪੁੱਛੋਗੇ, ਜਾਂ ਮੈਂ ਕੋਸ਼ਿਸ਼ ਕਰਾਂਗਾ ਉਹਦਾ ਆਨਸਰ ਦੇਣ ਦੀ ਤੁਹਾਡੀ ਸੰਗਤ ਦੀ ਕਿਰਪਾ ਦੇ ਨਾਲ। ਆਓ ਅਸੀਂ ਸਟਾਰਟ ਕਰਦੇ ਹਾਂ ਪੀਪੀਟੀ ਨੂੰ। ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੀਵਨ ਹੈ, ਸਭ ਤੋਂ ਪਹਿਲੇ ਮੈਂ ਇੱਕ ਬਿਲਕੁਲ ਨਟਸ਼ੈਲ ਦੇ ਅੰਦਰ ਦੱਸਣ ਲੱਗਿਆ। ਸਤਿਗੁਰਾਂ ਦਾ ਪ੍ਰਕਾਸ਼ ਅੰਮ੍ਰਿਤਸਰ ਦੀ ਧਰਤੀ ਤੇ ਹੁੰਦਾ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜੋ ਪ੍ਰਕਾਸ਼ ਹੈ ਉਹ ਵਡਾਲੀ ਦੀ ਧਰਤੀ ਤੇ ਅੰਮ੍ਰਿਤਸਰ ਦੇ ਲਾਗੇ ਹੀ ਪਿੰਡ ਹੈ, ਆਪ ਜੀ ਦਰਸ਼ਨ ਕਰ ਸਕਦੇ ਹੋ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਜਨਮ ਹੋਇਆ ਉਹ ਬਾਬਾ ਬੁੱਢਾ ਜੀ ਦੇ ਵਰ ਨਾਲ ਹੋਇਆ। ਜਦੋਂ ਮਾਤਾ ਗੰਗਾ ਜੀ ਪਾਵਨ ਪਵਿੱਤਰ ਬੀੜ ਬਾਬੇ ਬੁੱਢੇ ਕੀ ਗਏ ਨੇ, ਉੱਥੇ ਬਾਬਾ ਬੁੱਢਾ ਜੀ ਨੇ ਗੰਡਾ ਭੰਨਿਆ, ਗੰਡੇ ਤੋਂ ਅਰਥ ਅਨੀਅਨ ਪਿਆਜ਼, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵਰ ਦਿੱਤਾ ਕਿ ਮਾਤਾ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ, ਬਲ ਜਿਸਕਾ ਕਿਨਹੂ ਨਾ ਸੋਧਾ। ਵੀ ਤੁਹਾਡੇ ਘਰ ਐਸਾ ਮਹਾਬਲੀ ਪੁੱਤਰ ਪੈਦਾ ਹੋਵੇਗਾ ਜਿਸ ਦਾ ਬਲ ਕੋਈ ਵੀ ਹੋਰ ਝੱਲ ਨਹੀਂ ਸਕੇਗਾ ਸੰਸਾਰ ਦੇ ਉੱਤੇ, ਜੋ ਕਿ ਇੱਕ ਬਹੁਤ ਵੱਡਾ ਵਰ ਸੀਗਾ। ਬ੍ਰਹਮ ਗਿਆਨੀ ਮਹਾਪੁਰਸ਼ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਬਾਬਾ ਬੁੱਢਾ ਜੀ ਵੱਲੋਂ। ਉਪਰੰਤ ਸਤਿਗੁਰਾਂ ਦੇ ਪਿਤਾ ਗੁਰਦੇਵ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ, ਮਾਤਾ ਉਹਨਾਂ ਦੇ ਗੰਗਾ ਜੀ,
सतगुरु सच्चे पातशाह गुरु हरगोबिंद साहब महाराज ਦੇ ਦੋ ਮਹਿਲ ਹੋਰ ਹੋਏ ਨੇ, ਮਾਤਾ दामोदरी जी ਅਤੇ ਮਾਤਾ ਮਰਵਾਹੀ ਜੀ। ਤੇ ਮਾਤਾ दामोदरी जी ਦੀ ਪਾਵਨ ਪਵਿੱਤਰ ਕੁੱਖ ਤੋਂ ਸਤਿਕਾਰਯੋਗ ਗੁਰੂ ਘਰ ਦੀ ਭੈਣ ਸਾਡੇ ਬੀਬੀ ਵੀਰੋ ਜੀ ਦਾ ਜਨਮ ਹੋਇਆ। ਤੇ ਸਤਿਕਾਰਯੋਗ ਬਾਬਾ ਅਟਲ ਰਾਏ ਜੀ ਬਾਬਾ ਅਟਲ ਰਾਏ ਜੀ ਸਭ ਤੋਂ ਛੋਟੇ ਹੋਏ ਨੇ। ਤੇ ਸਤਿਗੁਰਾਂ ਦੇ ਹੋਰ 4 ਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਸਤਿਗੁਰੂ ਬਾਬਾ ਸੂਰਜ ਮੱਲ ਜੀ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸਭ ਤੋਂ ਵੱਡੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹਰਗੋਬਿੰਦਪੁਰਾ ਨਗਰ ਵੀ ਵਸਾਇਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਤੁਸੀਂ NH 44 ਤੋਂ ਪੰਜਾਬ ਦੇ ਅੰਦਰੋਂ ਜਾ ਰਹੇ ਹੋ ਤੇ ਬਿਆਸ ਬਟਾਲਾ ਨਗਰ ਆਂਦਾ ਜਿੱਥੇ ਗੁਰੂ ਨਾਨਕ ਸਾਹਿਬ ਦਾ ਵਿਆਹ ਹੋਇਆ, ਉਸ ਤੋਂ ਤਕਰੀਬਨ 10 ਮੀਲ ਅੱਗੇ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਨਗਰ ਵਸਾਇਆ, ਗੁਰੂ ਹਰਗੋਬਿੰਦਪੁਰਾ, ਜਿੱਥੇ ਮਹਾਰਾਜ ਨੇ ਜੰਗ ਕੀਤਾ ਬਹੁਤ ਭਾਰੀ। ਚਲੋ, ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮੀਰੀ ਪੀਰੀ ਦੇ ਖਿਤਾਬ ਦੇ ਨਾਲ ਪੰਥ ਦੇ ਅੰਦਰ ਸਾਰੇ ਜਾਣਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਜੋ ਛਵੀ ਹੈ ਉਹ ਪੰਥ ਦੇ ਅੰਦਰ ਮੀਰੀ ਪੀਰੀ ਦੇ ਖਿਤਾਬ ਦੇ ਨਾਲ ਜਾਣੀ ਜਾਂਦੀ ਹੈ। ਸਤਿਗੁਰਾਂ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ। ਜਿਵੇਂ ਆਪ ਜੀ ਸਾਰੀ ਸੰਗਤ ਸਤਿਕਾਰਯੋਗ ਜਾਣਦੇ ਹੋ, ਸਾਡੇ 5 ਤਖਤ ਨੇ, ਜਿਸ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲਾ ਤਖਤ ਜੋ ਪਾਤਸ਼ਾਹ ਨੇ ਸਜਾਇਆ। ਉਪਰੰਤ ਕਲਗੀਧਰ ਪਾਤਸ਼ਾਹ ਵੱਲੋਂ ਬਾਕੀ ਦੇ ਤਖਤ ਸਾਹਿਬ ਸ਼੍ਰੀ ਪਟਨਾ ਸਾਹਿਬ, ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ, ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ, ਉਪਰੰਤ ਸ਼੍ਰੀ ਦਮਦਮਾ ਸਾਹਿਬ ਜੋ ਖਾਲਸੇ ਪੰਥ ਨੇ ਬਾਅਦ ਚੋਂ ਸਿਰਜਣਾ ਚ ਆਇਆ। ਉਪਰੰਤ ਸਾਡਾ ਸਤਿਕਾਰਯੋਗ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਜੀ ਦਾ ਪਹਿਲਾ ਨਾਮ ਚੱਕ ਮਾਤਾ ਨਾਨਕੀ ਅਤੇ ਆਨੰਦਾਂ ਦੀ ਪੂਰੀ ਸ਼੍ਰੀ ਅਨੰਦਪੁਰ ਸਾਹਿਬ ਹੈ। ਚਲੋ, ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਟਾਈਮ ਜਿਹੜਾ ਮੁਗਲ ਬਾਦਸ਼ਾਹ ਹੋਇਆ ਉਹ ਜਹਾਂਗੀਰ ਹੋਇਆ, ਤੇ ਸਤਿਗੁਰੂ ਮਹਾਰਾਜ ਨੇ ਕਿਵੇਂ ਜਹਾਂਗੀਰ ਦੇ ਨਾਲ ਟੱਕਰ ਲਈ ਹੈ ਉਹ ਵੀ ਸਾਡਾ ਵਿਸ਼ਾ ਰਹੇਗਾ। ਬਿਕੋਜ਼ ਆਪ ਜੀ ਨੇ ਟਾਈਟਲ ਪੜ੍ਹਿਆ ਸੀਗਾ ਸਟਾਰਟਿੰਗ ਦੇ ਅੰਦਰ, ਦਲ ਭੰਜਨ ਗੁਰੂ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। The title of my slide is ਵੱਡ ਜੋਧਾ ਬਹੁ ਪਰਉਪਕਾਰੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੁਰਤਾ ਗੱਦੀ ਗੁਰੂ ਹਰਰਾਏ ਸਾਹਿਬ ਆਪਣੇ ਪੋਤਰੇ ਨੂੰ ਦਿੱਤੀ ਹੈ, ਜੋ ਬਾਬਾ ਗੁਰਦਿੱਤਾ ਜੀ ਦੇ ਬੇਟੇ ਨੇ, ਜੋ ਸਭ ਤੋਂ ਵੱਡੇ ਬੇਟੇ ਨੇ ਬਾਬਾ ਗੁਰਦਿੱਤਾ ਜੀ, ਉਹਨਾਂ ਦੇ ਬੇਟੇ ਨੇ ਗੁਰੂ ਹਰਰਾਏ ਸਾਹਿਬ ਜੀ। ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ 1644 ਦੇ ਅੰਦਰ ਜੋਤੀ ਜੋਤ ਸਮਾਉਂਦੇ ਨੇ। ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ 1604 ਚ ਗੁਰਤਾ ਗੱਦੀ ਤੇ ਬੈਠਦੇ ਨੇ, ਤੇ ਕਈਆਂ ਨੇ 1606 ਵੀ ਲਿਖਿਆ। 38 ਸਾਲ ਸਤਿਗੁਰੂ ਗੁਰਤਾ ਗੱਦੀ ਤੇ ਰਹੇ ਨੇ। ਸੋ ਦਿਸ ਵਾਸ ਅਬਾਊਟ ਦਾ ਡਿਟੇਲ, ਅ ਨਟਸ਼ੈਲ ਡਿਟੇਲ ਅਬਾਊਟ ਗੁਰੂ ਹਰਗੋਬਿੰਦ ਸਾਹਿਬ। ਹੁਣ ਆ ਚੀਜ਼ ਮੈਂ ਤੁਹਾਨੂੰ ਤਾਂ ਇੱਕ ਪਲੇਟਫਾਰਮ ਬਣਾ ਦਿੱਤਾ ਹੈ ਤਾਂ ਕਿ ਆਪਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਬਾਰੇ ਇੱਕ ਨਟਸ਼ੈਲ ਜੀ ਨੌਲੇਜ ਹੋਵੇ। ਮੇਰੇ ਹਿਸਾਬ ਨਾਲ ਤੁਸੀਂ ਸਾਰੇ ਇਸ ਚੀਜ਼ ਨੂੰ ਜਾਣਦੇ ਹੋਗੇ, ਪਰ ਕੁਝ ਬੱਚੇ ਵੀ ਨੇ ਜੋ ਅਟੈਂਡ ਕਰ ਰਹੇ ਨੇ, ਤਾਂ ਮੈਂ ਇੱਕ ਬਰੀਫ ਜੀ ਥਿਊਰੀ ਦਿੱਤੀ ਹੈ। ਲੈਟ ਅਸ ਮੂਵ ਫਰਦਰ ਟੂ ਦ ਨੈਕਸਟ ਸਲਾਈਡ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੁਣ ਅਸੀਂ ਜੀਵਨ ਬਾਰੇ ਵੱਖ-ਵੱਖ ਵਿਦਵਾਨਾਂ ਦੀ ਸੋਚ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਤੇ ਉਹ ਦੇਖਣ ਤੋਂ ਪਹਿਲਾਂ ਸਤਿਗੁਰਾਂ ਦੇ ਜੋ ਮੈਂ ਜਨਮ ਬਾਰੇ ਆਪ ਜੀ ਨਾਲ ਵਿਚਾਰ ਰੱਖੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਇਸ ਸਥਾਨ ਤੇ ਹੋਇਆ, ਪਾਵਨ ਪਵਿੱਤਰ ਵਡਾਲੀ ਵਿਖੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 395 396 ਅੰਗ ਦੇ ਉੱਤੇ ਸ਼ਬਦ ਵੀ ਸੁਭਾਇਮਾਨ ਹੈ। ਨੈਕਸਟ ਸਲਾਈਡ ਦੇ ਅੰਦਰ ਮੈਂ ਉਹ ਸ਼ਬਦ ਵੀ ਲਗਾਇਆ ਹੈ ਕਿ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਦੇ ਗ੍ਰਹਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ ਧਾਰਿਆ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਦਾ, ਉੱਥੇ ਕਵੀ ਸੰਤੋਖ ਸਿੰਘ ਜੀ ਨੇ ਬਹੁਤ ਸੁੰਦਰ ਗੱਲ ਲਿਖੀ ਹੈ। ਇੱਕ ਕਵੀ ਸੰਤੋਖ ਸਿੰਘ ਜੀ ਨੇ ਇਹ ਗੱਲ ਲਿਖੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਵੇਲੇ ਉਹਨਾਂ ਦੇ ਹੱਥ ਦੇ ਉੱਤੇ, ਇੱਕ ਹੱਥ ਦੇ ਉੱਤੇ ਚੌਰ ਸਾਹਿਬ ਬਣਿਆ ਹੋਇਆ ਸੀਗਾ, ਸਤਿਗੁਰਾਂ ਦੇ ਦੂਜੇ ਹੱਥ ਦੇ ਉੱਤੇ ਕਿਰਪਾਨ ਬਣੀ ਹੋਈ ਸੀ, ਤੇ ਮੱਥਾ ਦਗ-ਦਗ ਬਹੁਤ ਵਿਸ਼ਾਲ ਤੇਜ ਨਾਲ ਪ੍ਰਭਾਵਿਤ ਹੁੰਦਾ ਸੀਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਬਾਰੇ ਆਹ ਗੱਲ ਕਵੀ ਜੀ ਨੇ ਤਾਂ ਲਿਖੀ ਬਈ ਜਿਹੜਾ ਛਤਰ ਹੈਗਾ ਹੱਥ ਤੇ ਉਹ ਬਾਦਸ਼ਾਹੀ ਦਾ ਪ੍ਰਤੀਕ ਹੈ, ਵੀ ਸਤਿਗੁਰੂ ਬਾਦਸ਼ਾਹ ਹੋਣਗੇ। ਤੇ ਸ਼ਸਤਰ ਹੱਥ ਤੇ ਤਾਂ ਬਣਾਇਆ ਸੀਗਾ ਬਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੰਗਾਂ ਦੇ ਬਹੁਤ ਧਨੀ ਹੋਣਗੇ। ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਬਚਪਨ ਤੋਂ ਹੀ ਇਹ ਗੱਲ ਕਲੀਅਰ ਹੋ ਗਈ ਸੀ ਬਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰਿਆਈ ਤਖਤ ਤੇ ਵੀ ਬੈਠਣਗੇ ਤੇ ਰਾਜ ਵੀ ਭੋਗਣਗੇ ਤੇ ਜੰਗਾਂ ਦੇ ਵੀ ਬਹੁਤ ਵਿਦਵਾਨ ਹੋਣਗੇ ਤੇ ਜੰਗ ਵੀ ਲੜਨਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਜਨਮ ਦੇ ਬਾਰੇ ਆ ਸ਼ਬਦ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਚ ਸ਼ੋਭਿਤ ਹੈ।
ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੱਲ ਸਪਸ਼ਟ ਕਰ ਦਿੱਤੀ ਸੀ ਵੀ ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਵੀ ਪੀੜੀ ਵਧੇਗੀ ਤੇ ਧਰਮ ਦੀ ਜਿਹੜੀ ਕਲਾ ਹੈ ਉਹ ਹੁਣ ਪਰਪੱਕ ਹੋਣ ਵਾਲੀ ਹੈ। ਤੋ ਆਹ ਸਤਿਗੁਰਾਂ ਦੇ ਅਵਤਾਰ ਬਾਰੇ ਵਿਚਾਰ ਸੀਗੀ। ਹੁਣ ਅਸੀਂ ਨੈਕਸਟ ਸਲਾਈਡ ਤੇ ਮੂਵ ਕਰਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਬਾਰੇ ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਲਿਖਿਆ ਹੈ ਕਿ ਜੋ ਮੈਂ ਮੰਗਲ ਦੇ ਅੰਦਰ ਸ਼ਬਦ ਆਪ ਸਾਰੀ ਸੰਗਤ ਨਾਲ ਗੁਰੂ ਕਿਰਪਾ ਨਾਲ ਸਾਂਝਾ ਕੀਤਾ ਹੈ। ਬਈ ਜੋ ਸਤਿਗੁਰਾਂ ਦਾ ਪਲੀਜ਼ ਨੈਕਸਟ ਸਲਾਈਡ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ 5 ਪਿਆਲੇ 5 ਪੀਰ। ਬਈ ਗੁਰੂ ਸਾਹਿਬ ਤੋਂ ਪਹਿਲੇ 5 ਸਤਿਗੁਰੂ ਹੋਰ ਹੋਏ ਨੇ ਤੇ ਉਹ ਬਹੁਤ ਜ਼ਿਆਦਾ ਪ੍ਰੇਮ ਦੇ ਅੰਦਰ, ਦਇਆ ਦੇ ਅੰਦਰ, ਸਤ ਸੰਤੋਖ, ਧਰਮ ਦ੍ਰਿੜ ਕਰਵਾਇਆ। 10ਵੇਂ ਪਾਤਸ਼ਾਹ ਦੀ ਬਾਣੀ ਦੇ ਅੰਦਰ, ਸ਼੍ਰੀ ਦਸਮ ਗ੍ਰੰਥ ਦੇ ਅੰਦਰ ਇੱਕ ਬਚਨ ਆਉਂਦਾ ਹੈ, ਭਿੰਨ ਭਿੰਨ ਸਭ ਹੂੰ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿਧ ਪਾਈ, ਬਿਨ ਸਮਝੇ ਸਿਧ ਹਾਥ ਨਾ ਆਈ। ਬਈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਇੱਕੋ ਹੀ ਜੋਤ ਨੇ। ਜੇ ਕਿਸੇ ਨੇ ਫਰਕ ਸਮਝਿਆ ਉਹਦੇ ਹੱਥ ਸਿੱਧੀ ਰਿੱਧੀ ਸਿੱਧੀ ਨਹੀਂ ਆਣੀ। ਜੇ ਸਾਰਿਆਂ ਨੇ ਇੱਕੋ ਜੋਤ ਸਮਝਿਆ ਉਹਨਾਂ ਦੇ ਹੱਥ ਰਿੱਧੀ ਸਿੱਧੀ ਆਏਗੀ। ਤੋ ਮਹਾਰਾਜ ਭਾਈ ਗੁਰਦਾਸ ਜੀ ਨੇ ਇਹ ਗੱਲ ਪਹਿਲਾਂ ਹੀ ਲਿਖ ਦਿੱਤੀ ਸੀ ਬਈ ਸਤਿਗੁਰੂ ਇੱਕ ਬੜਾ ਵਿਚਾਰਨ ਵਾਲਾ ਵਿਸ਼ਾ ਸੀਗਾ। ਬਈ ਦਲ ਭੰਜਨ, ਦਲ ਭੰਜਨ ਦਾ ਅਰਥ ਹੁੰਦਾ, ਦਲ ਕਹਿੰਦੇ ਨੇ ਜੰਗ ਦੇ ਅੰਦਰ ਜਿਹੜਾ ਦਲ ਸਮੂਹ ਅਟੈਕ ਕਰਨ ਆ ਰਿਹਾ, ਦਲ ਇਕੱਠਾ ਇਕੱਠ, ਭੰਜਨ ਉਹਨਾਂ ਨੂੰ ਮਾਰ ਦੇਣ ਵਾਲਾ, ਦਲ ਭੰਜਨ ਗੁਰ ਸੂਰਮਾ। ਗੁਰੂ ਹਰਗੋਬਿੰਦ ਸਾਹਿਬ ਸੂਰਮੇ ਸੀਗੇ। ਵੱਡ ਜੋਧਾ, ਜੋਧਿਆਂ ਦੇ ਅੰਦਰੋਂ ਸਭ ਤੋਂ ਸਿਰਮੌਰ ਜੋਧੇ। ਬਹੁ ਪਰਉਪਕਾਰੀ, ਤੇ ਪਰਉਪਕਾਰ ਕਰਨੇ ਵਕਤ ਸੋਚਣਾ ਹੀ ਨਹੀਂ ਪਰਉਪਕਾਰ ਕਿਹਦਾ ਕਰ ਦਿੱਤਾ, ਕਿਉਂ ਕਰ ਦਿੱਤਾ, ਕਿਵੇਂ ਕਰ ਦਿੱਤਾ। ਪਰਉਪਕਾਰ ਦੀ ਵੀ ਕੋਈ ਸੀਮਾ ਨਹੀਂ ਸੀ ਗੁਰੂ ਦੀ। ਸੋ ਸਤਿਗੁਰੂ ਦਾ ਜੋ ਬਿਰਦ ਸੀਗਾ, ਸਤਿਗੁਰੂ ਸੱਚੇ ਪਾਤਸ਼ਾਹ ਦਾ ਜੋ ਬਿਰਦ ਸੀਗਾ, ਉਹ ਵੱਡ ਜੋਧਾ ਬਹੁ ਪਰਉਪਕਾਰੀ ਰਿਹਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਿੱਖ ਪੁੱਛਦੇ ਰਹਿੰਦੇ ਸੀਗੇ ਕਿ ਮਹਾਰਾਜ ਵੀ ਤੁਹਾਡੇ ਤੋਂ ਬਾਅਦ ਕਿੰਨੇ ਗੁਰੂ ਹੋਣਗੇ। ਤੇ ਉਹ ਵੀ ਭਾਈ ਗੁਰਦਾਸ ਜੀ ਨੇ ਪੰਕਤੀ ਲਿਖੀ ਆ, ਪੁੱਛਣ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ਼ ਨਿਹਾਰੀ। ਬਈ ਮਹਾਰਾਜ 6 ਹੀ ਪਾਤਸ਼ਾਹੀਆਂ ਹੋਣਗੀਆਂ। ਤੇ ਮਹਾਰਾਜ ਨੇ ਅੱਗੋਂ ਉੱਤਰ ਦਿੱਤਾ ਸੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਅਗਮ ਅਗੋਚਰ, ਅਗਮ ਕਹਿੰਦੇ ਨੇ ਜਿਹੜਾ ਇੰਦਰੀਆਂ ਤੋਂ ਪਰੇ ਹੋਵੇ, ਅਗਮ ਜਿੱਥੇ ਪਹੁੰਚ ਨਾ ਹੋ ਸਕੇ, ਅਗੋਚਰ ਕਹਿੰਦੇ ਨੇ ਜਿੱਥੇ ਇੰਦਰੀਆਂ ਦੀ ਪਕੜ ਨਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਮੁਖ ਤੋਂ ਬੋਲਿਆ, ਸੰਸਾਰੀ, ਸਾਰੇ ਸੰਸਾਰ ਦੇ ਲੋਕੋ ਸੁਣੋ, ਕਲਯੁਗ ਪੀੜੀ ਸੋਢੀਆਂ, ਨਿਹਚਲ ਨੀਮ ਉਸਾਰ ਖਲਾਰੀ। ਬਈ ਕਲਯੁਗ ਦੇ ਅੰਦਰ ਸੋਢੀਆਂ ਦੀ ਪੀੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜੀ ਗੁਰੂ ਰਾਮਦਾਸ ਜੀ ਨੇ ਚਲਾਈ ਹੈ, ਉਹ ਹੁਣ ਗੁਰੂ ਹਰਗੋਬਿੰਦ ਸਾਹਿਬ ਤੱਕ ਪਹੁੰਚ ਗਈ ਹੈ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਦਾ ਅਰਥ ਹੁੰਦਾ ਦੋ, ਜੁਗ ਨੂੰ 2 ਵਾਰੀ ਲਿਖਿਆ, ਮਤਲਬ 2 ਪਾਤਸ਼ਾਹੀਆਂ ਫੇਰ ਹੋਣਗੀਆਂ। ਜੁਗ 2 ਗੁਰੂ ਹਰਿਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਉਪਰੰਤ 2 ਹੋਰ ਗੁਰੂ ਤੇਗ ਬਹਾਦਰ ਸਾਹਿਬ ਤੇ 10ਵੇਂ ਪਾਤਸ਼ਾਹ। ਬਈ 10 ਪਾਤਸ਼ਾਹੀਆਂ ਹੋਣਗੀਆਂ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ 'ਚ ਇੱਥੇ ਤੱਕ ਲਿਖ ਦਿੱਤਾ, ਦੀਨ ਦੁਨੀ ਦਾ ਪਾਤਸ਼ਾਹਾਂ ਪਾਤਸ਼ਾਹ ਪਾਤਸ਼ਾਹ ਅਡੋਲਾ। ਬਈ ਦੁਨੀਆ ਦੇ ਉੱਤੇ ਮੈਂ ਆਪ ਜੀ ਨਾਲ ਇੱਕ ਛੋਟੀ ਜਿਹੀ ਸਾਖੀ ਸਾਂਝੀ ਕਰਾਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਗਰੇ ਦੇ ਅੰਦਰ ਪਹੁੰਚੇ ਨਾ, ਆਗਰੇ ਦੇ ਅੰਦਰ ਇੱਕ ਗਰੀਬ ਘਾਈਆ ਸਿੱਖ ਜਿਹੜਾ ਘਾਹ ਕੱਟਦਾ ਸੀ, ਉਹ ਜਸਟ ਹੀ ਵਾਸ ਟੇਕਿੰਗ ਅ ਫਿਊ ਪੈਨੀ ਵਿਦ ਹਿਮ। ਤੇ ਉਹ ਕੁਝ ਪੈਸੇ ਲੈ ਕੇ ਉਹਨੇ ਸੋਚਿਆ ਵੀ ਚਲੋ ਇਹ ਮੇਰੀ ਦਸਵੰਧ ਦੀ ਕਮਾਈ ਆ, ਆਈ ਸ਼ੁਡ ਗਿਵ ਦਿਸ ਟੂ ਗੁਰੂ ਸਾਹਿਬ, ਮੈਂ ਇਹਨੂੰ ਭੇਟਾ ਕਰਨੀ ਚਾਹੀਦੀ ਆ ਮੈਨੂੰ। ਤੇ ਉਹ ਗਰੀਬ ਘਾਈਆ ਸੀ, ਉਹਨੇ ਕਿਹਾ ਵੀ ਮੈਂ ਕਦੇ ਅੰਮ੍ਰਿਤਸਰ ਸਾਹਿਬ ਨਹੀਂ ਜਾ ਸਕਦਾ, ਪਰ ਕਿਉਂ ਨਾ ਮੈਂ ਇੱਥੇ ਗੁਰੂ ਸਾਹਿਬ ਆਏ ਹੋਏ ਨੇ, ਮੈਂ ਇੱਥੇ ਹੀ ਦੇ ਦੇਵਾਂ। ਉਹ ਪਹਿਲੇ ਖੇਮੇ ਦੇ ਅੰਦਰ ਜਦੋਂ ਜਾਂਦਾ Sorry, Sangaji, I think we're experiencing some technical difficulties. We're just going to get Bicep to reconnect and then we'll continue the lecture.
In the meantime, since we have the chance, I'll try going over the English summary of the material that's been covered so far. So for Pai Sahib had just mentioned some general notes on the life of Guru Hargobind Sahib Ji as Shemi Pashahi, and they mentioned that they were born in Wadali in Amritsar, or pinned near Amritsar, with Baba Buddha Ji's blessing. And when they reference Baba Buddha Ji, the story goes is that Guru Arjan Dev Ji's Mahal Mata Ganga Ji went to Baba Buddha Ji and asked for the blessing of a son. And the Sakhi does go into detail how they were refused a few times, but eventually Baba Buddha Ji, they took an onion that Mata Ganga Ji brought with them when they were shikaring the prashada. And what Baba Buddha Ji did was they smashed that onion. And when they did that, they said that this represents the heads of the doshs that your son will eventually eventually conquer. Hanji Pai Sahib, Volume बढ़ाओ। your mic. Earphone correct. Hello, I'm visible. Hanji, Okay. Now I'm visible. Hanji, Ji Pai Sahib ji. So sorry for the interruption. My system get restarted. I'm very sorry for that. ਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਉੱਤੇ ਅਸੀਂ ਚਾਨਣਾ ਪਾ ਰਹੇ ਸੀਗੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਬਚਪਨ ਦੇ ਅੰਦਰ ਹੀ ਬਈ ਅਸੀਂ ਜਿਹੜਾ ਆਪਣਾ ਜੀਵਨ ਹੈ ਉਸ ਦੇ ਅੰਦਰ 4 ਸਤਿਗੁਰੂ ਸੱਚੇ ਪਾਤਸ਼ਾਹ ਹੋਰ ਹੋਣਗੇ। ਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਗੱਲ ਪਹਿਲਾਂ ਹੀ ਕਲੀਅਰ ਕਰ ਦਿੱਤੀ ਸੀ ਆਪਣੀ ਜੀਵਨ ਕਾਲ ਦੇ ਅੰਦਰ ਹੀ, ਤਾਂ ਕਿ ਬਾਅਦ ਚੋਂ ਕੋਈ ਕਿੰਤੂ ਪਰੰਤੂ ਨਾ ਪੰਥ ਚ ਹੋ ਸਕੇ। ਆਓ ਹੁਣ ਅਸੀਂ ਅਗਲੀ ਸਲਾਈਡ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਉੱਤੇ ਚੱਲਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਬਾਰੇ ਬੜੀ ਸੁੰਦਰ ਪੰਕਤੀਆਂ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖੀਆਂ। ਸੂਰ ਸੁਰਾਨ ਕੇ ਹਾਨ ਕਰੇ ਛਿਤ ਆਨਤ ਭੇ ਬਨ ਕੇ ਤਨ ਸੂਰ ਬਨ ਕੇ ਤਨ ਸੂਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਆਈ ਐਮ ਸ਼ਿਫਟਿੰਗ ਟੂ ਮਾਈ ਲੈਪਟਾਪ, ਜਸਟ 1 second। I'm so very sorry for the interruption once again. ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਬਾਰੇ ਕਵੀ ਸੰਤੋਖ ਸਿੰਘ ਜੀ ਨੇ ਬਹੁਤ ਸੁੰਦਰ ਪੰਕਤੀਆਂ ਲਿਖੀਆਂ। ਭਾਈ ਦਿਲਰਾਜ ਸਿੰਘ ਜੀ, ਆਮ ਆਡੀਬਲ ਪ੍ਰੋਪਰਲੀ? ਜੀ ਓਕੇ। ਸੂਰ ਸੁਰਾਨ ਕੇ ਹਾਨ ਕਰੇ, ਕਹਿੰਦੇ ਵੱਡੇ ਵੱਡੇ ਸੂਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਮਾਰ ਦਿੱਤਾ, ਜੰਗ ਦੇ ਅੰਦਰ ਝਟਕਾ ਦਿੱਤਾ। ਛਿਤ ਆਨਤ ਭੇ ਬਨ ਕੇ ਤਨ ਸੂਰ, ਕਹਿੰਦੇ ਅਵਤਾਰ ਬਹੁਤ ਧਰਤੀ ਤੇ ਹੋਏ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੂਰਮੇ ਦਾ ਅਵਤਾਰ ਧਾਰਨ ਕਰਕੇ ਬੱਬਰ ਸ਼ੇਰ ਦੀ ਤਰ੍ਹਾਂ ਭਬਕੇ, ਲਾਈਕ ਅ ਲਾਇਨ ਹੀ ਰੋਰ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿੰਨੇ ਵੀ ਦੁੱਖ ਕਲੇਸ਼ ਸੀਗੇ ਜਾਂ ਲੋਕੀ ਦੁਖੀ ਸੀਗੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਆ ਕੇ ਉਬਾਰ ਲਿੱਤਾ, ਬਚਾਇਆ, ਜੀਵਨ ਦਾਨ ਦਿੱਤਾ। ਸੂਰਤ ਸੁੰਦਰ ਜੋ ਸਿਮਰੈ ਉਰਮੈ ਤਤ ਗਿਆਨ ਲਹੈ ਮਤ ਸੂਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੋ ਹਿਰਦੇ ਦੇ ਅੰਦਰ ਵਸਾ ਕੇ ਸਿਮਰਦਾ ਹੈ, ਜੋ ਨਰ ਆਤੁਰ ਹਵੈ ਇੱਕ ਬੇਰਾ, ਕਹੈ ਸ਼੍ਰੀ ਹਰਗੋਬਿੰਦ ਅਬ ਮੈਂ ਤੇਰਾ, ਕਹਾਂ ਕਠਿਨ ਹੈ ਇਹਾਂ ਛੁਡਾਵਨ, ਦੇ ਜਾਤ ਨਾ ਉਸਕੈ ਦੂਤ ਜਮ ਆਵਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਰੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਬਈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਹਿਰਦੇ 'ਚ ਯਾਦ ਕਰ ਲੈਂਦਾ ਨਾ, ਤੇ ਉਹਦੇ ਅੱਗੇ ਜਮਾਂ ਦੀ ਪੀੜ ਤਾਂ ਕੀ ਗੱਲ ਹੈ, ਕੋਈ ਛੋਟੀ ਜੀ ਟਰਬਲ ਵੀ ਉਹਦੀ ਲਾਈਫ ਨੂੰ ਡਿਸਟਰਬ ਨਹੀਂ ਕਰ ਸਕਦੀ। ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਖ ਭੇ ਭੱਜ ਕਲੇ, ਸਭੋ ਭੱਜੇ ਆਸਰਾ ਚੂਕੈ ਸਭ ਅਪਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗਿਆ ਨਾ ਤੱਤੀ ਵਾਓ। ਤੇ ਗੁਰੂ ਹਰਗੋਬਿੰਦ ਸਾਹਿਬ ਉਹ ਪਾਰ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਦੀ ਜੋਤ ਨੇ। ਤਤ ਗਿਆਨ ਲਹੈ ਮਤ ਸੂਰ, ਕਹਿੰਦੇ ਉਹ ਸੂਰਮਾ ਬਣ ਜਾਂਦਾ, ਤਤ ਗਿਆਨ ਨੂੰ ਪ੍ਰਾਪਤ ਕਰ ਲੈਂਦਾ, ਗੁਰ ਸ਼ਬਦ ਨਾਲ ਜੁੜ ਜਾਂਦਾ। ਸੂਰ ਗਹਿ ਕਰ ਮੈਂ ਰਾਣ ਕੇ ਪ੍ਰਿਆ ਨਿੰਦਕ ਕੇ ਦੁੱਖ ਪਾਏ ਬੇਸੂਰ, ਕਹਿੰਦੇ ਉਹ ਸੂਰਮਾ ਬਣ ਜਾਂਦਾ, ਹੱਥ ਦੇ ਅੰਦਰ ਤੇਗ ਪਕੜ ਕੇ ਜੰਗ ਦੇ ਅੰਦਰ ਲੜਨ ਨੂੰ ਤਿਆਰ ਹੋ ਜਾਂਦਾ। ਤੇ ਨਿੰਦਕਾਂ ਨੂੰ ਦੁੱਖ ਪਾਏ ਬਸੂਰ, ਨਿੰਦਕਾਂ ਨੂੰ ਬੜੇ ਦੁੱਖ ਮਿਲਦੇ ਨੇ। ਸੂਰ ਵਿਸਾਲ ਕਿਰਪਾਲ ਗੁਰੂ ਹਰਗੋਬਿੰਦ ਜੀ ਤੁਮ ਸ਼ਸਤਰਣ ਸੂਰ। ਹੇ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਸੂਰਮਿਆਂ ਦੇ ਅੰਦਰੋਂ ਵਿਸ਼ਾਲ ਸੂਰਮੇ ਹੋ, ਕਿਰਪਾਲੂਆਂ ਦੇ ਅੰਦਰ ਵੱਡੇ ਕਿਰਪਾਲੂ ਹੋ। ਉਹ ਅਸੀਂ ਅੱਗੇ ਵਿਚਾਰਾਂਗੇ ਗੁਰੂ ਹਰਗੋਬਿੰਦ ਸਾਹਿਬ ਸੂਰਮੇ ਕਿਸ ਤਰ੍ਹਾਂ ਨੇ, ਕਿਰਪਾਲੂ ਕਿਸ ਤਰ੍ਹਾਂ ਨੇ। ਤੁਮ ਸ਼ਸਤਰਨ ਸੂਰ,
ਤੇ ਗੁਰੂ ਹਰਗੋਬਿੰਦ ਸਾਹਿਬ ਜੰਗ ਦੇ ਅੰਦਰ ਤੁਹਾਡਾ ਕੋਈ ਸਾਨੀ ਨਹੀਂ। ਜਦੋਂ ਸੱਚੇ ਪਾਤਸ਼ਾਹ ਜੀ ਨੇ ਮੁਗਲਸ ਖਾਨ ਨੂੰ ਮਾਰਿਆ ਨਾ ਜੰਗ ਦੇ ਅੰਦਰ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਖਾਲਸਾ ਜੀ ਇਸ ਅਖੀਰਲੀ ਪੰਕਤੀ ਦਾ ਤੂੰ ਤਮ ਸ਼ਸਤਰਨ ਸੂਰ, ਤੁਸੀਂ ਸ਼ਸਤਰਾਂ ਦੇ ਸੂਰਮੇ ਹੋ। ਉਹ ਕਿਸ ਤਰ੍ਹਾਂ ਘੋੜੇ ਤੇ ਬੈਠੇ ਸੀ ਗੁਰੂ ਹਰਗੋਬਿੰਦ ਸਾਹਿਬ, ਤੇ ਮਹਾਰਾਜ ਕਿਰਪਾਨ ਦੇ ਵਾਰ ਦੇ ਨਾਲ ਝਟਕਾਉਂਦੇ ਨੇ ਨਾ ਜਦੋਂ ਮੁਗਲਸ ਖਾਨ ਨੂੰ, ਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਜਨੇਊ ਵਾਰ ਮਾਰਦੇ ਨੇ। ਜਿਵੇਂ ਆਪਾਂ ਗਾਤਰਾ ਪਾਉਂਦੇ ਆ ਨਾ, ਇਹ ਗਾਤਰਾ ਜਨੇਊ ਦੀ ਤਰ੍ਹਾਂ ਪੈਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਉਹਦਾ ਆਹ ਵਾਲਾ ਹਿੱਸਾ ਅੱਧਾ ਕੱਟ ਦਿੰਦੇ ਨੇ, ਘੋੜੇ ਦੀ ਕਾਠੀ ਕੱਟ ਦਿੰਦੇ ਨੇ, ਘੋੜਾ ਕੱਟ ਦਿੰਦੇ ਨੇ, ਤੇ ਇੰਨੀ ਕਿਰਪਾਨ ਧਰਤੀ ਦੇ ਅੰਦਰੋਂ ਵੀ ਕੱਢ ਦਿੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਇੰਨਾ ਬਲ ਸੀਗਾ। ਤਾਂ ਹੀ ਤਾਂ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਸੂਰ ਬੇਸਾਲ ਕਿਰਪਾਲ ਗੁਰੂ ਹਰ ਗੋਬਿੰਦ ਜੀ ਤੁਮ ਸ਼ਸਤਰਨ ਸੂਰ। हे ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੁਸੀਂ ਸ਼ਸਤਰਾਂ ਦੇ ਅੰਦਰ ਸੂਰਮੇ ਹੋ, ਤੁਹਾਡੇ ਜੰਗ ਦੀ ਕੋਈ ਮਿਸਾਲ ਨਹੀਂ। ਤੁਸੀਂ ਪਰਮਾਤਮਾ ਦਾ ਰੂਪ ਧਾਰਨ ਕਰਕੇ ਧਰਤੀ ਦੇ ਉੱਤੇ ਸ਼ਸਤਰਾਂ ਦੇ ਜ਼ੋਰ ਦਿਖਾਣ ਆਏ ਹੋ। ਸੋ ਆ ਕਵੀ ਜੀ ਮਹਾਰਾਜ ਦੀ ਉਸਤਤ ਲਿਖਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਰੇ। ਆਓ ਅਸੀਂ ਅੱਗੇ ਚੱਲਦੇ ਹਾਂ। ਤੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਉੱਤੇ ਹੁਣ ਸਤਿਗੁਰਾਂ ਨੇ ਜੋ ਵਿਦਿਆ ਪ੍ਰਾਪਤ ਕੀਤੀ, ਉਸ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਬਾਬਾ ਬੁੱਢਾ ਜੀ ਤੋਂ ਲਈ, ਜੋ ਕਿ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਉਹਨਾਂ ਦਾ ਜਨਮ 1479 ਦਾ, ਬਾਬਾ ਬੁੱਢਾ ਜੀ ਦਾ। ਸਤਿਗੁਰਾਂ ਤੋਂ 10 ਸਾਲ ਛੋਟੇ ਸੀ ਬਾਬਾ ਬੁੱਢਾ ਜੀ, ਤੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਦਿਆ ਦਿੱਤੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 7 ਸਾਲ ਦੀ ਉਮਰ ਦੇ ਅੰਦਰ ਵਿਦਿਆ ਪ੍ਰਾਪਤ ਕੀਤੀ। ਆਓ ਹੁਣ ਸਤਿਗੁਰਾਂ ਦੇ ਅੱਗੇ ਜੀਵਨ ਬਾਰੇ ਥੋੜੇ ਜਿਹਾ ਚਾਨਣ ਪਾਈਏ। ਉਹਦੇ ਬਾਅਦ ਅਸੀਂ ਤੁਹਾਡੇ ਨਾਲ ਇੰਟਰੈਕਟਿਵ ਸੈਸ਼ਨ ਸ਼ੁਰੂ ਕਰਨਾ ਹੈ। ਜਦੋਂ ਸਤਿਗੁਰੂ ਗੁਰਤਾ ਗੱਦੀ ਤੇ ਬੈਠੇ, ਗੱਲ ਪਤਾ ਲੱਗੀ, ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਭਾਈ ਲੰਗਾਹਾ ਜੀ, ਭਾਈ ਪੈੜਾ ਮੋਖਾ ਜੀ, 5 ਸਿੰਘਾਂ ਨੇ ਆ ਕੇ ਕਿਹਾ, ਮਹਾਰਾਜ ਚੰਦੂ ਦੀਵਾਨ ਪਾਪੀ ਨੇ ਤੁਹਾਡੇ ਪਿਤਾ ਨੂੰ ਰਾਵੀ ਦੇ ਕੰਢੇ ਦੇ ਉੱਤੇ ਤੱਤੀ ਤਵੀ ਦੇ ਉੱਤੇ ਬਿਠਾ ਕੇ ਤੱਤਾ ਰੇਤਾ ਸੀਸ ਤੇ ਪਾਇਆ। ਜੇਠ ਹਾੜ ਦੇ ਮਹੀਨਿਆਂ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਤਸੀਹੇ ਦਿੱਤੇ ਨੇ, ਪਰ ਸਤਿਗੁਰਾਂ ਨੇ ਜਾਂਦੇ ਜਾਂਦੇ ਇਹ ਗੱਲ ਕਹੀ ਸੀ ਕਿ ਮੇਰੇ ਪੁੱਤਰ ਨੂੰ ਕਹਿਣਾ, ਇਹ ਜਿਹੜੀ ਤਵੀ ਤੇ ਮੈਂ ਬੈਠਾ ਇਹਦੀਆਂ ਹੀ 2 ਕਿਰਪਾਨਾਂ ਧਾਰਨ ਕਰਕੇ ਬਾਬੇ ਬੁੱਢੇ ਕਿਆਂ ਤੋਂ ਗਲ ਚ ਪਵਾਏ, ਤੇ ਮੀਰੀ ਪੀਰੀ ਦੀ ਕਿਰਪਾਨਾਂ ਦੇ ਨਾਲ ਇਹਨਾਂ ਜ਼ਾਲਮਾਂ ਦਾ ਨਾਸ਼ ਕਰੇ। ਉਹ ਬਾਬਾ ਬੁੱਢਾ ਜੀ ਤੋਂ ਕਿਰਪਾਨਾਂ ਮਹਾਰਾਜ ਕਿਸ ਤਰ੍ਹਾਂ ਪਵਾਉਂਦੇ ਨੇ, ਆਓ ਅਗਲੀ ਸਲਾਈਡ ਵਿੱਚ ਦੇਖਦੇ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਫੇਰ ਬਾਬਾ ਬੁੱਢਾ ਜੀ ਤੋਂ ਉਹ ਰਸਮ ਪੂਰੀ ਕਰਾਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਕੇ 1606 ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੁੰਦੀ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਬੈਠਦੇ ਨੇ। ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਕੇ, ਮੀਰੀ ਦਾ ਖਾਲਸਾ ਜੀ ਅਰਥ ਹੁੰਦਾ ਸੀ ਸੂਰਮਤਾਈ, ਤੇ ਜਿਸ ਦੇ ਨਾਲ ਲੋਹ ਜੰਗ ਦੇ ਅੰਦਰ ਲੋਹ ਲਾਹਾ ਲੈਣਾ, ਤੇ ਪੀਰੀ ਹੁੰਦੀ ਸੀਗੀ ਅਧਿਆਤਮਕ ਸਪਿਰਿਚੁਅਲਿਟੀ। ਅੱਜ ਵੀ ਅਸੀਂ ਅਕਾਲ ਤਖਤ ਸਾਹਿਬ ਜਾਈਏ ਤੇ ਜਿਹੜਾ ਸਾਡਾ ਪੀਰੀ ਦਾ ਨਿਸ਼ਾਨ ਸਾਹਿਬ ਹੈ ਉਹ ਉੱਚਾ ਹੈ, ਤੇ ਸਤਿਗੁਰੂ ਦਾ ਮੀਰੀ ਦਾ ਨਿਸ਼ਾਨ ਸਾਹਿਬ ਥੋੜਾ ਜਿਹਾ ਥੱਲੇ ਹੈ। ਉਹਦਾ ਰੀਜ਼ਨ ਹੈ ਕਿ ਹਮੇਸ਼ਾ ਅਧਿਆਤਮਕ ਜੀਵਨ ਜਿਸ ਦੇ ਕੋਲ ਹੋਵੇਗਾ ਉਹ ਹੀ ਜੀਵਨ ਦੇ ਅੰਦਰ ਸੂਰਮਾ ਬਣ ਸਕਦਾ ਹੈ। ਹੁਣ ਭਾਈ ਸਾਹਿਬ ਜੀ ਅੱਜ ਕਥਾ ਕਰ ਰਹੇ ਸੀਗੇ, ਆਤਮ ਜਿਣੈ ਸਗਲ ਵਸ ਤਾਂ ਕੈ ਜਾਂ ਕਾ ਸਤਿਗੁਰ ਪੂਰਾ। ਜਿਨ੍ਹਾਂ ਨੇ ਆਪਣੇ ਆਤਮਾ ਨੂੰ ਜਿਣ ਲਿਆ, ਜਿਨ੍ਹਾਂ ਨੇ ਆਪਣੇ ਬ੍ਰਹਮ ਤੱਕ ਪਹੁੰਚ ਗਏ ਨੇ, ਉਹ ਸੂਰਮੇ ਬਣਦੇ ਨੇ। ਸੋ ਆਓ ਅਗਲੀ ਸਲਾਈਡ ਦੇ ਅੰਦਰ ਦੇਖਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਮੀਰੀ ਪੀਰੀ ਦੀਆਂ ਕਿਰਪਾਨਾਂ ਪਾ ਕੇ, ਜੋ ਅੱਜ ਵੀ ਤਖਤ ਸਾਹਿਬ ਦੇ ਉੱਤੇ ਸੁਸ਼ੋਭਿਤ ਨੇ। ਤੁਸੀਂ ਪਿਛਲੀ ਫੋਟੋ ਦੇ ਅੰਦਰ ਆ ਦੇਖ ਸਕਦੇ ਹੋ। ਅੱਜ ਵੀ ਅਕਾਲ ਤਖਤ ਸਾਹਿਬ ਖਾਲਸਾ ਜੀ, ਅੱਜ ਤੁਸੀਂ ਸਾਰੇ ਵੈਸਟਰਨ ਬੱਚੇ ਬੈਠੇ ਹੋ, ਆਪਾਂ ਬਾਹਰਲੇ ਦੇਸ਼ਾਂ 'ਚ ਬੈਠੇ ਆ। ਜਦੋਂ ਤੁਸੀਂ ਰਹਿਰਾਸ ਸਾਹਿਬ ਖਤਮ ਹੁੰਦੀ ਹੈ ਨਾ ਆਪਣਾ ਸ਼੍ਰੀ ਹਰਿਮੰਦਰ ਸਾਹਿਬ, ਉਪਰੰਤ ਤੁਸੀਂ ਅਰਦਾਸ ਤੋਂ ਬਾਅਦ ਸਿੱਧਾ ਅਕਾਲ ਤਖਤ ਸਾਹਿਬ ਆ ਜਾਓ। ਉੱਥੇ ਰਹਿਰਾਸ ਸਾਹਿਬ ਖਤਮ ਹੁੰਦੀ ਹੈ ਤੇ ਇੱਥੇ ਸ਼ਸਤਰਾਂ ਦਾ ਪ੍ਰਦਰਸ਼ਨ ਹੁੰਦਾ। ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਦਿਖਾਏ ਜਾਂਦੇ ਨੇ ਸ਼ਸਤਰ। ਉਹਦੇ ਅੰਦਰ ਬਾਬਾ ਬੁੱਢਾ ਜੀ ਦੀ ਕਿਰਪਾਨ ਹੈ, ਮਹਾਰਾਜਾ ਰਣਜੀਤ ਸਿੰਘ ਦੀ, ਅਕਾਲੀ ਬਾਬਾ ਫੂਲਾ ਸਿੰਘ ਜੀ ਦੀ, ਬਾਬਾ ਦੀਪ ਸਿੰਘ ਜੀ ਦੇ ਦਮਾਲੇ ਦੇ ਚੱਕਰ, ਤਕਰੀਬਨ 38 ਤੋਂ ਲੈ ਕੇ 40 ਸ਼ਸਤਰਾਂ ਦੇ ਦਰਸ਼ਨ ਹੁੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਗਦਾ ਵੀ ਹੈ, ਜਿਹੜਾ ਛੋਟਾ ਜਿਹਾ, ਜਿਹੜਾ ਮਹਾਰਾਜ ਕਮਰ ਕੱਸੇ 'ਚ ਰੱਖਦੇ ਸੀਗੇ। ਤੇ ਚਲੋ ਉਹ ਅੱਜ ਦਾ ਵਿਸ਼ਾ ਨਹੀਂ। ਉਹ ਸ਼ਸਤਰਾਂ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ, ਨੈਟ ਤੇ ਵੀ ਅਵੇਲੇਬਲ ਹੈ। ਪਰ ਜਦੋਂ ਤੁਸੀਂ ਜਾਓ, ਕਿਉਂਕਿ ਗੁਰੂ ਸਾਹਿਬ ਮਹਾਰਾਜ ਕਹਿੰਦੇ ਯਹ ਹਮਾਰੇ ਪੀਰ, ਉਹ ਸਾਡੇ ਪੀਰ ਨੇ, ਉਹਨਾਂ ਦੇ ਦਰਸ਼ਨ ਕਰਨੇ ਗੁਰੂ ਦੇ ਦਰਸ਼ਨ ਨੇ।
आओ फिर महाराज ने अकाल तख्त साहब की रचना की, जिस दे अंदर महाराज ने यह जालम सरकारां नूं दस दिता बई असीं धरती दे उत्ते केवल पीरी करन दे लई नहीं आए, मीरी भी करन लई आए हैं। सो तुसीं अगली स्लाइड विच देख सकते हो, गुरु हरगोबिंद साहब महाराज ने मीरी पीरी दी किरपाना धारण करके दो तलवारां बज्जियां, एक मीरी दी एक पीरी दी, ते कहंदे एक राखी करे फकीरी दी ते एक बादशाही निभांदी रही। सो गुरु हरगोबिंद साहब ने तख्त सजाया। तख्त सजाण तो बाद सच्चे पातशाह महाराज ਜਦੋਂ तखत ते ਸੁਭਾਏਮਾਨ ਹੋਏ ਤੇ ਆਮ ਗਰੀਬ ਸੰਗਤ ਦੇ ਨਾਲ ਜੋ ਧੱਕਾ ਹੁੰਦਾ ਸੀ ਉਹ ਸਤਿਗੁਰਾਂ ਨੇ ਠੱਲ ਪਾਈ ਉਸਨੂੰ। ਗੁਰੂ ਹਰਗੋਬਿੰਦ ਸਾਹਿਬ ਦੇ ਵਰ ਜੋਧੇ ਸਿੰਘ ਬਾਬਾ ਬਿਧੀ ਚੰਦ ਸੀਨਾ ਵਰਗੇ ਪ੍ਰਗਟ ਹੋਏ। ਗੁਰੂ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਸਤਿਗੁਰਾਂ ਨੂੰ ਜੰਗ ਦੇ ਅੰਦਰ ਵੀ ਬਹੁਤ ਸਹਾਇਤਾ ਕੀਤੀ। ਜੰਗ ਦੇ ਅੰਦਰ ਮਹਾਰਾਜ ਦੇ ਨਾਲ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਲੜੇ। ਅਸੀਂ ਨੈਕਸਟ ਸਲਾਈਡ ਦੇ ਅੰਦਰ ਦੇਖਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ, ਜਿਸ ਤਰ੍ਹਾਂ ਮੈਂ ਆਪ ਜੀ ਨੂੰ ਦੱਸਿਆ ਹੀ ਹੈ ਵੀ ਨਿਸ਼ਾਨ ਸਾਹਿਬ ਦਾ ਜੋ ਸਾਡਾ ਕਨਸੈਪਟ ਹੈ ਬਈ ਪੀਰੀ ਦਾ ਨਿਸ਼ਾਨ ਸਾਹਿਬ ਹਮੇਸ਼ਾ ਉੱਚਾ ਰਹੇਗਾ, ਕਿਉਂਕਿ ਗੁਰੂ ਘਰ ਦੇ ਅੰਦਰ ਅਧਿਆਤਮਕ ਨੂੰ ਇੱਕ ਨੰਬਰ ਹੈ। ਬਾਬਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਵੀ ਇਹ ਨਿਯਮ ਹਮੇਸ਼ਾ ਨਿਭਾਇਆ ਕਿ ਉਹਨਾਂ ਨੇ ਆਪਣਾ ਨਿਤਨੇਮ ਕਦੀ ਨਹੀਂ ਛੱਡਣ ਦਿੱਤਾ। ਸਿੰਘਾਂ ਨੂੰ 6 ਜੂਨ ਨੂੰ ਵੀ ਜਦੋਂ ਸੰਤਾਂ ਦੀ ਸ਼ਹੀਦੀ ਹੋਈ ਹੈ, ਸੰਤਾਂ ਦੇ ਮੁਖ ਦੇ ਅੰਦਰ ਗੁਰਸਿੱਖਾਂ ਤੋਂ ਸੁਣਨ ਨੂੰ ਅੱਜ ਤੱਕ ਮਿਲਦਾ ਹੈ ਕਿ ਸੰਤਾਂ ਦੇ ਮੂੰਹ ਦੇ ਅੰਦਰ ਗੁਰਬਾਣੀ ਦਾ ਜਾਪ ਚੱਲਦਾ ਸੀਗਾ। ਜੋ ਸਿੱਖਾਂ ਨੇ ਆਪਣੀ ਸੂਰਮਤਾ ਦੇ ਨਾਲ ਜੰਗ ਕਰੇ ਨੇ, ਉਹ ਤਾਂ ਹੀ ਜੰਗ ਕਰੇ ਨੇ ਕਿਉਂਕਿ ਉਹ ਸਿੱਖਾਂ ਦੇ ਅੰਦਰ ਅਧਿਆਤਮਕ ਸੀਗਾ। ਆਓ ਹੁਣ ਅਸੀਂ ਅਗਲੀ ਸਲਾਈਡ ਦੇ ਅੰਦਰ ਦੇਖਦੇ ਹਾਂ ਵੀ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਤਖਤਾਂ ਦੀ ਰਚਨਾ ਕੀਤੀ ਉਹਦੇ ਪਿੱਛੇ ਕੀ ਡੀਪ ਕਨਸੈਪਟ ਸੀਗਾ। ਗੁਰੂ ਸਾਹਿਬ ਮਹਾਰਾਜ ਇੱਕ ਤਾਂ ਗੱਲ ਕਹਿਣਾ ਚਾਹੁੰਦੇ ਸੀਗੇ ਬਈ ਜਿਹੜਾ ਸਾਡਾ ਸਿੱਖ ਹੈ, ਜਿਹੜਾ ਗੁਰੂ ਦਾ ਸਿੱਖ ਹੈ, ਉਹ ਦੁਨਿਆਵੀ ਅਦਾਲਤਾਂ ਵਿੱਚ ਆਪਣੇ ਕੇਸ ਲੈ ਕੇ ਨਾ ਜਾਏ, ਉਹ ਗੁਰੂ ਦੀ ਸੱਚੀ ਅਦਾਲਤ ਵਿੱਚ ਆਏ। ਦੂਸਰੀ ਗੱਲ ਇਹ ਸੀਗੀ ਬਈ ਗੁਰੂ ਕੇ ਸਿੱਖਾਂ ਨੂੰ ਇੱਥੇ ਨਿਆਂ ਮਿਲਦਾ ਸੀਗਾ। ਗੁਰੂ ਕੇ ਸਿੱਖਾਂ ਨੂੰ, ਕੋਈ ਗਰੀਬ ਸਿੱਖ ਨੂੰ, ਲੋੜਵੰਦ ਨੂੰ ਗੁਰੂ ਘਰ ਤੋਂ ਕੱਪੜਾ, ਰਹਿਣ ਨੂੰ ਥਾਂ ਤੇ ਪ੍ਰਸ਼ਾਦਾ ਮਿਲਦਾ ਸੀ। ਅੱਜ ਇਸ ਗੱਲ ਦੀ ਕਮੀ ਹੈ ਥੋੜੀ ਖਾਲਸੇ ਪੰਥ ਦੇ ਅੰਦਰ। ਸਾਡੇ ਘਰ ਲੰਗਰ ਤੇ ਬਹੁਤ ਨੇ, ਸਾਡੇ ਘਰ ਦੇ ਅੰਦਰ ਰਹਿਣ ਦੀ ਥਾਂ ਤੇ ਕਿਸੇ ਬੇਅੰਗਮ ਨੂੰ ਕੋਈ ਕੱਪੜੇ ਲਈ ਖਾਸ ਪ੍ਰਬੰਧ ਨਹੀਂ ਹੈ। ਅੱਜ ਜੇ ਕੋਈ ਬੇਅੰਗਮ ਸਿੱਖ ਬੰਦਗੀ ਕਰਨਾ ਚਾਹੁੰਦਾ ਹੈ, ਵਿਆਹ ਨਹੀਂ ਕਰਨਾ ਚਾਹੁੰਦਾ, he do not want to marry and he want to spend his whole life to Guru, he want to give his life to Khalsa Panth, where is the place to live for him? What are we donating for him? What are we doing for him? ਅਸੀਂ ਲੰਗਰ ਤਾਂ ਉਹਨੂੰ ਖਵਾ ਦਾਂਗੇ ਪਰ ਉਹ ਰਾਤ ਰਹਿ ਕੇ ਵਿਚਾਰਾ ਗ੍ਰੰਥ ਪੜ੍ਹਨਾ ਚਾਹੁੰਦਾ ਹੈ। We haven't created such place so that he can live at that place, he can share, he can have time to spend on the literature। ਤੇ ਉਹ ਸਾਡੀ ਉਹ ਪੰਥ ਅੱਜ, ਪਹਿਲਾਂ ਗੁਰੂ ਸਾਹਿਬ ਦੇ ਟਾਈਮ ਉਹ ਚੀਜ਼ਾਂ ਦੀ ਕਮੀ ਨਹੀਂ ਸੀ। ਆਓ ਅੱਗੇ ਚੱਲਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਜੋ ਪਰਿਵਾਰ ਦਾ ਵੇਰਵਾ ਹੈ, ਸੌਰੀ ਮੈਂ ਤੋਂ ਮਿਊਟ ਹੋ ਗਿਆ ਸੀ। ਹਾਂਜੀ ਅਸੀਂ ਅੱਗੇ ਚੱਲਦੇ ਹਾਂ। ਇਟਸ ਓਕੇ, ਹੁਣ ਆਡੀਬਲ ਹੈ ਨਾ। ਚਲੋ ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਬਾਰੇ ਆਓ ਹੁਣ ਅਸੀਂ ਅੱਗੇ ਚੱਲਦੇ ਹਾਂ, ਥੋੜਾ ਜਿਹਾ ਚਾਨਣਾ ਹੋਰ ਪਾਉਂਦੇ ਹਾਂ। ਨੈਕਸਟ ਸਲਾਈਡ ਪਲੀਜ਼। ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗ ਜਿਹੜੇ, ਅੰਮ੍ਰਿਤਸਰ ਦੀ ਜੰਗ, ਗੁਰੂਸਰ ਦੀ ਜੰਗ, ਗੁਰੂ ਹਰਗੋਬਿੰਦਪੁਰੇ ਦੀ ਜੰਗ ਤੇ ਕਰਤਾਰਪੁਰ ਸਾਹਿਬ ਦੀ ਜੰਗ। ਪਹਿਲੀ ਜੰਗ ਦੇ ਅੰਦਰ ਗੁਰੂ ਸਾਹਿਬ ਮਹਾਰਾਜ ਕੋਲ 7000 ਫੌਜ ਆਈ, ਇਹਨੂੰ ਲੋਹਗੜ੍ਹ ਦੀ ਜੰਗ ਵੀ ਕਹਿੰਦੇ ਨੇ। ਗੁਰੂ ਸਾਹਿਬ ਨੇ 7000 ਫੌਜ ਸੁੱਕੀ ਝਟਕਾ ਕੇ ਭੇਜੀ। ਬਾਦਸ਼ਾਹ ਸ਼ਾਹਜਹਾਨ ਤੱਕ ਇਹ ਮੈਸੇਜ ਗਿਆ ਕਿ ਕੋਈ ਗੁਰੂ ਸੂਰਮਾ ਪੈਦਾ ਹੋਇਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਵਿਖੇ, ਜਿਨ੍ਹਾਂ ਨੇ ਆ ਕੇ ਮੁਗਲ ਰਾਜ ਦੇ ਨਾਲ ਟਾਕਰਾ ਲਿਆ। ਉਹ ਜੰਗ ਦਾ ਪ੍ਰਸੰਗ ਬਹੁਤ ਲੰਬਾ ਹੈ, ਉਹ ਤਕਰੀਬਨ ਜਦੋਂ ਗੁਰਪ੍ਰਤਾਪ ਸੂਰੇ ਗ੍ਰੰਥੀ ਕਥਾ ਕਰੀਏ ਤੇ ਪਹਿਲੇ ਜੰਗ ਨੂੰ ਕਰਨ ਨੂੰ ਮਹੀਨਾ ਲੱਗ ਜਾਂਦਾ, ਉਹਨੂੰ ਮੈਂ ਸਕਿਪ ਕਰ ਰਿਹਾ। ਉਸ ਦੇ ਅੰਦਰੋਂ ਇੱਕ ਛੋਟਾ ਜਿਹਾ ਪ੍ਰਮਾਣ ਲੈ ਕੇ ਗੁਰੂ ਹਰਗੋਬਿੰਦ ਖਾਲਸਾ ਜੀ, ਹੁਣ ਸਿਦਕ ਕੀ ਚੀਜ਼ ਹੈ? ਕੱਲ ਗਿਆਨੀ ਜੀ ਦੱਸ ਰਹੇ ਸੀ ਵੀ ਸਿੱਖੀ 5 ਤਰ੍ਹਾਂ ਦੀ ਹੈ, ਧੰਦੇ ਦੀ, ਪ੍ਰੇਮ ਦੀ, ਸਿਦਕ ਦੀ, ਹਿਰਸ ਦੀ ਸਿੱਖੀ। ਤੇ ਜਦੋਂ ਆ ਸਿੱਖੀਆਂ ਦੇ ਜ਼ਿਕਰ ਚੱਲਦੇ ਨੇ, ਸਿਦਕ ਦੀ ਸਿੱਖੀ ਦਾ ਮੈਂ ਇੱਕ ਐਗਜ਼ਾਮਪਲ ਦੇ ਕੇ ਤੁਹਾਨੂੰ ਅੱਗੇ ਚੱਲਾਂਗਾ। ਉਹਦੇ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਹਿਲੀ ਜੰਗ, ਅੱਜ ਤੱਕ ਕੋਈ ਵੈਪਨ ਨਹੀਂ ਹੈ, ਕੋਈ ਰਵਾਇਤੀ ਸ਼ਸਤਰ ਨੇ ਗੁਰੂ ਸਾਹਿਬ ਕੋਲ, ਕੋਈ ਜਿਵੇਂ ਆਪਾਂ ਕਹ ਲਈਏ ਅਸਲਾ ਨਹੀਂ ਸੀਗਾ, ਕੋਈ ਬੰਦੂਕਾਂ ਨਹੀਂ ਸੀਗੀਆਂ। ਤੇ ਹੁਣ ਜੰਗ ਕਿਹਨਾਂ ਨਾਲ ਸੀਗਾ? ਜਿਹੜੇ ਲੋਕ ਪੁਸ਼ਤਿਆਨੀ ਜੰਗ ਲੜਦੇ ਆ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲੋਹਗੜ੍ਹ ਵਿਖੇ ਪਹੁੰਚੇ। ਲੋਹਗੜ੍ਹ ਜਦੋਂ ਤੁਸੀਂ ਖਾਲਸਾ ਜੀ ਜਾਓਗੇ ਨਾ, ਅੰਮ੍ਰਿਤਸਰ ਤੋਂ ਤਕਰੀਬਨ 2 ਮੀਲ ਦੀ ਵਾਟ ਤੇ ਲੋਹਗੜ੍ਹ ਹੈ।
ਲੋਹਗੜ੍ਹ ਦੇ ਬਿਲਕੁਲ ਨਾਲ ਗੁਰੂ ਕੇ ਮਹਿਲ ਨੇ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਹੋਇਆ, ਉਸ ਤੋਂ ਤਕਰੀਬਨ ਵਾਕਿੰਗ ਡਿਸਟੈਂਸ ਦੇ ਉੱਤੇ ਗੁਰਦੁਆਰਾ ਭਾਈ ਸ਼ਾਲੋ ਦਾ ਟੋਭਾ ਹੈ। ਇਹ ਤਿੰਨੋਂ ਗੁਰਦੁਆਰੇ ਲਾਗੇ ਲਾਗੇ ਹੀ ਨੇ। ਇਟਸ ਨੀਅਰਲੀ ਅ ਡਿਸਟੈਂਸ ਆਫ 100 ਮੀਟਰਸ ਫਰੋਮ ਈਚ ਅਦਰ। ਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲੋਹਗੜ੍ਹ ਦੀ ਧਰਤੀ ਤੇ ਸਿੱਖਾਂ ਨੇ ਕਿਹਾ, ਮਹਾਰਾਜ ਵੀ ਸਾਡੇ ਕੋਲ ਤਾਂ ਸ਼ਸਤਰ ਰਵੈਤੀ ਨੇ ਸਾਰੇ, ਅਸੀਂ ਕਿਸ ਤਰ੍ਹਾਂ ਜੰਗ ਲੜਾਂਗੇ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਵੀ ਇੱਕ ਉਹ ਦੂਰ ਦਰਖਤ ਹੈ, ਉਹ ਖਾਲੀ ਹੈ, ਇਟਸ ਅ ਵੁਡਨ, ਮਤਲਬ ਉਹ ਜਿਹੜਾ ਦਰਖਤ ਹੈ ਉਹ ਵਿੱਚੋਂ ਹੌਲੋ ਹੈਗਾ, ਤੁਸੀਂ ਉਹਦੇ ਅੰਦਰ ਨਾ ਤੋੜਾ ਪਾ ਕੇ, ਕੂੜਾ ਪਾ ਕੇ ਬਰੂਦ ਪਾਓ ਤੇ ਉਹਨੂੰ ਪਿੱਛੋਂ ਅੱਗ ਲਾਵਾਂਗੇ ਤੇ ਉਹ ਪਲੀਤਾ ਧੁੱਖ ਕੇ ਜਾਏਗਾ ਐਂਡ ਇਟ ਵਿਲ ਪ੍ਰੋਡਿਊਸ ਫਾਇਰ, ਉਹ ਗੋਲਾ ਅੱਗ ਦਾ ਬਣ ਕੇ ਜਾਏਗਾ। ਹੁਣ ਸਿਦਕ ਵਾਲੇ ਬੰਦੇ ਦੇਖੋ, 7 ਬਚਨ ਬੋਲਿਆ, ਜੇ ਮੇਰੇ ਵਰਗੇ ਬੁੱਧੀ ਜੀਵ ਹੁੰਦੇ, ਸਿਆਣੇ ਬਣਦੇ, ਹਉਮੈ ਵਾਲੇ ਬੰਦੇ ਹੁੰਦੇ, ਉਹ ਕਹਿੰਦੇ ਮਹਾਰਾਜ ਲੱਕੜ ਦੇ ਅੰਦਰ ਜਦੋਂ ਅਸੀਂ ਗੋਲਾ ਪਾਣਾ ਹੈ ਅੱਗ ਦਾ, ਪਿੱਛੋਂ ਫਾਇਰ ਲਾਣੀ ਹੈ, ਲੱਕੜ ਨਹੀਂ ਫਟ ਜਾਣਾ। ਦਿਸ ਇਜ਼ ਦਾ ਕਨਸੈਪਟ। ਕਿਉਂਕਿ ਜਦੋਂ ਅਸੀਂ ਕੈਨਨ ਦੇਖੀ ਆ, ਉਹ ਸਟੀਲ ਦੀ ਹੁੰਦੀ ਹੈ, ਕੰਪੋਜ਼ਿਟ ਮਟੀਰੀਅਲ ਹੁੰਦਾ, ਉਹ ਐਵੇਂ ਬਸਟ ਆਊਟ ਨਹੀਂ ਕਰਦਾ, ਉਹ ਬਹੁਤ ਹਾਰਡ ਹੁੰਦਾ। ਬਟ ਗੁਰੂ ਸਾਹਿਬ ਮਹਾਰਾਜ ਵੀ ਉਹ ਤਾਂ ਖਰਾਬ ਹੋ ਜਾਏਗਾ, ਤੇ ਪਰ ਸਿੱਖਾਂ ਨੇ ਸਿਦਕ ਨਹੀਂ ਹਾਰਿਆ, ਕਿਹਾ ਜੋ ਮਹਾਰਾਜ ਕਹਿ ਰਹੇ ਨੇ 7 ਬਚਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਫਿਰ ਉਹ ਜੰਗ ਦੇ ਅੰਦਰ ਉਹ ਸਿੱਖਾਂ ਨੇ ਉਹੀ 7 ਬਚਨ ਕਿਹਾ, ਤੇ ਲੋਹਗੜ੍ਹ ਦੀ ਜੰਗ ਦੇ ਅੰਦਰ ਗੁਰੂ ਸਾਹਿਬ ਮਹਾਰਾਜ ਜੀ ਨੇ ਉਹ ਲੱਕੜ ਦੀ ਤੋਪ ਦੇ ਨਾਲ ਸਿੱਖਾਂ ਨੂੰ ਜੰਗ ਜਿਤਾ ਦਿੱਤਾ। ਆਖਣਾ ਕਰੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਲੋਹੇ ਦੀ ਤੋਪ ਨਹੀਂ ਲਾਈ। ਅੱਜ ਵੀ ਉਹ ਤੁਸੀਂ ਦੇਖੋਗੇ ਨਾ, ਜਦੋਂ ਲੋਹਗੜ੍ਹ ਸਾਹਿਬ ਜਾਓਗੇ, ਅੱਜ ਵੀ ਉਹ ਲੱਕੜ ਦੀ ਤੋਪ ਪਈ ਹੈ। ਸੋ ਇਸ ਤਰ੍ਹਾਂ ਦੇ ਬੇਅੰਤ ਕੋਤਕ ਹੋਏ। ਗੁਰੂ ਕਰਤਾਰਪੁਰ ਸਾਹਿਬ, ਪਹਿਲੀ ਜੰਗ ਦੇ ਅੰਦਰ 7000 ਫੌਜ, ਦੂਜੀ ਜੰਗ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਕੋ 17000 ਫੌਜ, ਉਹ ਵੀ ਸੁੱਕੀ ਝਟਕਾ ਕੇ ਭੇਜੀ। ਤੀਸਰੀ ਜੰਗ ਦੇ ਅੰਦਰ 34000 ਫੌਜ, ਤੇ ਅਖੀਰਲੀ ਜੰਗ ਦੇ 78000 ਫੌਜ ਚੜ ਕੇ ਆਈ। ਤਕਰੀਬਨ 80,000 of the warriors came to Guru for a fight, but ਗੁਰੂ ਸਾਹਿਬ ਮਹਾਰਾਜ ਨੇ ਕੋਈ ਵੀ ਸੁੱਕਾ ਨਹੀਂ ਜਾਣ ਦਿੱਤਾ, ਤੇ ਸਤਿਗੁਰਾਂ ਨੇ ਝਟਕਾਏ, ਵੀਰ ਰਸ ਦਿਖਾਇਆ। ਸੋ ਇਸ ਜੰਗ ਦਾ ਪ੍ਰਸੰਗ ਬਹੁਤ ਲੰਬਾ ਹੈ, ਇੱਕ ਅਲੱਗ ਟੌਪਿਕ ਹੈ, ਅਸੀਂ ਅੱਜ ਨਹੀਂ ਡਿਸਕਸ ਕਰ ਰਹੇ। ਤੇ ਅੱਗੇ ਚੱਲਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਰੇ ਮੈਂ ਕੁਝ ਕੁਐਸਚਨ ਟਾਈਮ ਕਰਨਾ ਚਾਹਾਂਗਾ ਤੁਹਾਡੇ ਸਾਰਿਆਂ ਨਾਲ। ਤੁਸੀਂ ਪਲੀਜ਼ ਆਪਣਾ ਅਨਮਿਊਟ ਕਰ ਲਓ ਮਾਈਕ। ਕੋਈ ਸਾਡੇ ਚੋਂ ਦੱਸਣਾ ਚਾਹੇਗਾ ਗੁਰੂ ਹਰਗੋਬਿੰਦ ਸਾਹਿਬ ਦੀ 2 ਕਿਰਪਾਨਾਂ ਕਿਹੜੀਆਂ ਨੇ? ਮਤਲਬ ਉਹਨਾਂ ਦੀ ਕਿਰਪਾਨਾਂ ਜੋ ਮੀਰੀ ਤੇ ਪੀਰੀ, ਉਹ ਕੀ ਡਿਪਿਕਟ ਕਰਦੀਆਂ ਨੇ? Yes, Ishmeet and Ramneet want to answer. Please unmute it. Very good. Can we answer number 3? Okay, we can go in a serial order if you'd like to answer first one. I'll appreciate that. You can take help of your sister or brother, whatever, who is sitting with you. Can you help us? No, start. You can pass on the first question, no problem in that. Okay. Okay, anyone else would like to answer ਕਿ ਮੀਰੀ ਪੀਰੀ ਦੀਆਂ ਕਿਰਪਾਨਾਂ ਆਪਾਂ ਨੂੰ ਕੀ ਦਰਸਾਉਂਦੀਆਂ? You can answer it. It's an easy one. I have yes. ਭਾਈ ਦਿਲਰਾਜ ਸਿੰਘ ਜੀ, ਜੇ ਕੋਈ ਹੱਥ ਖੜਾ ਕਰਦਾ ਹੈ ਤਾਂ ਤੁਹਾਨੂੰ ਆਈ ਗੈਸ ਉਧਰੋਂ ਵਿਜ਼ਿਬਲ ਹੋ ਜਾਏਗਾ। Anji Simrit Panji, you can answer. Let me know if Yes, you have trouble please, unmuting. go ahead, go ahead. I was gonna say that one kirpan is like ekta bhakti liya ki, like fakiri di, te dooji hai ki sipahi banna, te like je kisi li unjust kuch ho raha hai te utte khada hona. Very good, excellent. I appreciate. How many over to the second question? How many Nishan Sahib are there? Hanji. Second question. ਸ਼੍ਰੀ ਅੰਮ੍ਰਿਤਸਰ ਸਾਹਿਬ ਤਖਤ ਸਾਹਿਬ ਦੇ ਉੱਤੇ ਕਿੰਨੇ ਨਿਸ਼ਾਨ ਸਾਹਿਬ ਸ਼ਿਸ਼ੋਭਿਤ ਨੇ? ਤੇ ਉਹਨਾਂ ਚੋਂ ਜਿਹੜਾ ਥਰਡ, I guess that girl was answering correctly. Ishmeet, you were answering that. Yes, you can answer. I guess second and third question. How many Nishan Sahib? Yeah, Ishmeet, you can unmute that. Yeah. We want to answer question number 3. The answer is Okay. PD is taller because we always keep our spiritual life above our worldly life. Okay, that's perfect. ਨਿਸ਼ਾਨ ਸਾਹਿਬ ਜਿਹੜੇ ਸੀਗੇ ਉਹ 2 ਸੀਗੇ, ਬਿਲਕੁਲ ਸਹੀ ਦੱਸਿਆ ਹੈ ਇਸ਼ਮੀਤ ਬੱਚੇ ਨੇ ਕਿ ਉਹ ਨਿਸ਼ਾਨ ਸਾਹਿਬ ਤੋਂ ਜਿਹੜਾ ਟਾਲਰ ਸੀਗਾ ਉਹ ਪੀਰੀ ਵਾਲਾ, ਤੇ ਮੀਰੀ ਨੂੰ ਸਤਿਗੁਰਾਂ ਨੇ
ਦੂਜੇ ਨੰਬਰ ਤੇ ਰੱਖਿਆ ਵੀ ਅਧਿਆਤਮਕ ਉੱਚਾ ਹੈ ਤੇ ਸਪਿਰਚੁਅਲਿਟੀ ਉੱਚੀ ਹੈ ਤੇ ਜਿਹੜੀ ਜੰਗ ਜੁੱਧ ਹੈ ਉਹ ਤਾਂ ਚੱਲਦੀ ਹੈ ਬਈ ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀਨ ਕੇ ਹੇਤ, ਜਿਹੜਾ ਦੀਨ ਦੇ ਹੇਤ ਤਾਂ ਲੜੇਗਾ ਜੇ ਅਧਿਆਤਮਕ ਜਿੱਤੀ ਹੋਏਗੀ। ਵੈਰੀ ਗੁੱਡ ਇਸ਼ਮੀਤ, ਯੂ ਆਨਸਰ ਕਰੈਕਟਲੀ, 3 of you, very good. At what age Maharaj get Gurta Gaddi? Jasleen answered it 11 years old. Okay, ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਨੂੰ 1606 ਦੇ ਅੰਦਰ ਗੁਰਤਾ ਗੱਦੀ ਮਿਲੀ, ਕਰੈਕਟ। 1595 ਦਾ ਮਹਾਰਾਜ ਦਾ ਜਨਮ ਹੈ। ਵੈਰੀ ਗੁੱਡ ਜਸਲੀਨ। Name the parents of Guru Hargobind Sahib. You can unmute the camera and speak if you want. Simrit Panji, is your hand still up to answer the question? Is it up from before? Okay, no, I guess it's a simple one. I guess Harsimran want to answer this because we need that the organizers will participate, the participants will get motivation out of that. Yeah. Okay, Guru Hargobind Sahib Maharaj ji de parents da naam Satguਰਾਂ ਦੇ yes. Okay. Harsimran. Bunny, we don't. I'm unmuted. But okay. Guru Arjan Dev Ji. ਹਾਂਜੀ Guru Arjan Dev Ji te Mata Ganga Ji. ਵੈਰੀ ਗੁੱਡ, ਐਕਸਲੈਂਟ। ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਰਥ ਦਾ ਈਅਰ ਮੈਂ ਹੁਣੇ ਦੱਸਿਆ ਵੀ ਸੀਗਾ। ਆਈ ਗੈਸ Ishmeet, your sister wants to, your brother wants to answer it. 1595. Yeah, Simrit, you are right, absolutely right. How many children Sadguru Sache Paatshah have? Can anybody would like to answer this? Sadguਰਾਂ ਦੇ Amar, yes, that is 6. Yeah, can you want to name them? I'm getting answer from Simrat. Rest of all, please participate. Yeah, please, anybody unmute it. We know one of them. Guru Someone Harai else. So, Sahib Ji. yeah. Please answer it. Answer it. Yeah, you're right. Some people already answered some of it as well. Okay, you can recite that. We know only Guru Harai Sahib Ji. No, ਉਹ ਪੁੱਤਰ ਨਹੀਂ ਸੀਗੇ, ਉਹਨਾਂ ਦੇ ਪੋਤਰੇ ਸੀਗੇ. He was the grandson. It's okay. Yes, anybody else? Yeah, ਬਿਲਕੁਲ ਤੇਜਪ੍ਰੀਤ ਕੌਰ ਜੀ ਨੇ ਬਿਲਕੁਲ ਸਹੀ ਆਨਸਰ ਦਿੱਤਾ ਹੈ। ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਟਲ ਰਾਏ ਜੀ ਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੇ ਬੀਬੀ ਵੀਰੋ ਜੀ। ਥੈਂਕ ਯੂ ਤੇਜਪ੍ਰੀਤ ਕੌਰ ਜੀ, ਇਟ ਇਜ਼ ਐਬਸੋਲਿਊਟਲੀ ਕਰੈਕਟ। ਹਾਊ ਮੈਨੀ ਮੈਰਿਜਸ ਡਿਡ ਗੁਰੂ ਸਾਹਿਬ ਦੀ ਕਿੰਨੇ ਵਿਆਹ ਹੋਏ? 3। ਹਾਂਜੀ, ਮੈਨੂੰ ਨਾਮ ਨਹੀਂ ਪਤਾ, ਦਿਲਰਾਜ ਵੀਰ ਜੀ ਕਿਹਨਾਂ ਨੇ ਆਨਸਰ ਕੀਤਾ ਤੇ ਇਹਨਾਂ ਦਾ ਪੂਰਾ ਨਾਮ ਨਹੀਂ ਪਾਇਆ ਹੋਇਆ। Swaraj Singh. ਸਵਰਾਜ ਸਿੰਘ। ਓਕੇ, ਸਵਰਾਜ ਸਿੰਘ ਜੀ 3 ਮੈਰਿਜਸ ਹੋਈਆਂ, ਤੁਸੀਂ ਨਾਮ ਦੱਸਣਾ ਚਾਹੋਗੇ? ਗੁਰੂ ਸਾਹਿਬ ਮਹਾਰਾਜ ਦੇ ਮਹਿਲਾਂ ਦੇ ਨਾਮ। ਤਰਨਦੀਪ ਸਿੰਘ, ਤੁਸੀਂ ਦੱਸਣਾ ਚਾਹੋਗੇ ਗੁਰੂ ਸਾਹਿਬ ਮਹਾਰਾਜ ਦੇ ਮਹਿਲਾਂ ਦੇ ਨਾਮ? Yeah, you can try it. ਮਨਸ਼ਾਨ ਸਿੰਘ ਜੀ, ਤੁਸੀਂ ਟਰਾਈ ਕਰਨਾ ਚਾਹੋਗੇ? ਭਾਈ ਸਾਹਿਬ ਜੀ, ਮੈਨੂੰ ਲੱਗਦਾ ਦਲਰਾਜ ਸਿੰਘ ਨੇ already ਸਹੀ ਆਨਸਰਸ ਦਿੱਤੇ ਚੈਟ ਦੇ ਵਿੱਚ। ਹਾਂਜੀ, ਮਾਤਾ ਦਮੋਦਰੀ ਜੀ, ਮਾਤਾ ਮਰਵਾਹੀ ਜੀ, ਮਾਤਾ ਨਾਨਕੀ ਜੀ। ਕੁਐਸਚਨ ਆਇਆ ਦਮਨਰਾਜ ਸਿੰਘ ਜੀ ਵੱਲੋਂ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 3 ਆਨੰਦ ਕਾਰਜ ਕਿਉਂ ਹੋਏ ਸੀਗੇ? ਮੈਂ ਇਸ ਕੁਐਸਚਨ ਨੂੰ ਆਨਸਰ ਜ਼ਰੂਰ ਕਰਨਾ ਚਾਹਾਂਗਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਆਨੰਦ ਕਾਰਜ ਹੋਣਾ ਸੀਗਾ, ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਥੋੜੀ ਸ਼ਹੀਦੀ ਦੇ ਰਿਲੇਟਡ ਬਹੁਤ ਲੰਬੀ ਸਾਖੀ ਹੈ, ਪਰ ਮੈਂ ਬਿਲਕੁਲ ਟਿਊਕ ਮਾਤਰ ਹੀ ਉਹਨੂੰ ਟੱਚ ਕਰਾਂਗਾ, ਉਹਦੀ ਡਿਟੇਲ 'ਚ ਨਹੀਂ ਜਾਵਾਂਗਾ। ਉਹਦਾ ਰੀਜ਼ਨ ਹੈ ਕਿ ਆਪਾਂ ਹਜੇ ਬਹੁਤ ਕੁਝ ਹੋਰ ਕਰਨਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਅੰਦਰ
ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦਾ ਆਨੰਦ ਕਾਰਜ ਚੰਦੂ ਦੀ ਬੇਟੀ ਨਾਲ ਮਤਲਬ ਫਿਕਸ ਕਰਕੇ ਆਏ, ਤੇ ਚੰਦੂ ਨੇ ਆ ਕੇ ਇੱਕ ਸੁਨੇਹਾ ਘੱਲਿਆ ਬਈ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਜੋੜ ਆਇਓ। that means the brick from the roof you have attached to the ਨੀਥ, ਬਈ ਤੁਸੀਂ ਨੀਂਹ ਨੂੰ ਲਾ ਆਇਓ, ਬਿਲਕੁਲ ਥੱਲੇ ਲਾ ਆਇਓ। ਤੇ ਇਹ ਗੱਲ ਦਿੱਲੀ ਦੀ ਸੰਗਤ ਨੇ ਗੁਰੂ ਅਰਜਨ ਦੇਵ ਜੀ ਨੂੰ ਦੱਸੀ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਇਹ ਗੱਲ ਪਤਾ ਲੱਗੀ ਕਿ ਦਿੱਲੀ ਦੀ ਸੰਗਤ ਨੇ ਮਨਾ ਕੀਤਾ ਬਈ ਚੰਦੂ ਦੀ ਬੇਟੀ ਦਾ ਰਿਸ਼ਤਾ ਨਹੀਂ ਲੈਣਾ, ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ। ਉਸੇ ਟਾਈਮ ਸੰਗਤ ਦੇ ਅੰਦਰੋਂ ਦੋ ਬੰਦੇ ਪੈਰਲਲ ਖੜੇ ਹੋ ਗਏ ਵੀ ਅਸੀਂ ਆਪਣੀ ਬੇਟੀ ਦਾ ਰਿਸ਼ਤਾ ਦੇਣਾ ਚਾਹੁੰਦੇ ਹਾਂ। ਉਸ ਟਾਈਮ ਗੁਰੂ ਸਾਹਿਬ ਨੇ ਉਹ ਰਿਸ਼ਤਾ ਸਵੀਕਾਰ ਕੀਤਾ ਸੀਗਾ, ਗੁਰੂ ਸਾਹਿਬ ਨੇ ਉਹ ਰਿਸ਼ਤਾ ਸਵੀਕਾਰ ਕੀਤਾ ਸੀਗਾ ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦਾ ਸਿੱਖਾਂ ਦਾ ਦਿਲ ਨਹੀਂ ਤੋੜਿਆ ਸੀ। ਤੇ ਉੱਥੇ ਮਹਾਰਾਜ ਜੀ ਦੇ ਸਭ ਤੋਂ ਵੱਡੇ ਮਹਿਲ ਸਭ ਤੋਂ ਪਹਿਲੇ ਮਾਤਾ ਦਮੋਦਰੀ ਜੀ ਤੇ ਮਾਤਾ ਮਰਵਾਹੀ ਜੀ ਦਾ ਆਨੰਦ ਕਾਰਜ ਹੋਇਆ, ਤੇ ਮਾਤਾ ਨਾਨਕੀ ਜੀ ਦੇ ਨਾਲ ਬਾਬਾ ਬੁੱਢਾ ਜੀ ਕਿਆ ਨੇ ਆਨੰਦ ਕਾਰਜ ਮਹਾਰਾਜ ਦਾ ਕਰਵਾਇਆ ਸੀਗਾ। ਸੋ ਇਸ ਕਰਕੇ ਮਹਾਰਾਜ ਦੇ 3 ਆਨੰਦ ਕਾਰਜ ਹੋਏ ਸੀਗੇ। I guess I can proceed further or you need further clarification on that? Okay ਜੀ ਇੱਕ ਹੋਰ ਸਵਾਲ ਚੈਟ ਵਿੱਚ ਪਹਿਲਾਂ ਸੀ ਜੀ ਕਿ ਸੇਲੀ ਟੋਪੀ ਕੀ ਹੁੰਦੀ ਹੈ ਜੀ? ਸੇਲੀ ਟੋਪੀ ਜਾਂ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਪਹਿਲੀ 5 ਪਾਤਸ਼ਾਹੀਆਂ ਹੋਈਆਂ ਨੇ, ਉਹ ਗੁਰਤਾ ਗੱਦੀ ਤੇ ਬੈਠਦੇ ਹੁੰਦੇ ਸੀਗੇ। ਤੇ ਇਤਿਹਾਸ ਦੇ ਅੰਦਰ ਇਹ ਜ਼ਿਕਰ ਆਇਆ ਬਈ ਜਦੋਂ ਕੋਈ ਗੁਰਤਾ ਗੱਦੀ ਤੇ ਬੈਠਦਾ ਸੀਗਾ ਤੇ ਉਹਨਾਂ ਨੂੰ ਸੇਲੀ ਟੋਪੀ ਨੂੰ ਦਸਤਾਰ ਵੀ ਕਹਿੰਦੇ ਨੇ, ਠੀਕ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਹਰ ਇੱਕ ਦਸਤਾਰ ਹਰ ਇੱਕ ਸਾਲ ਮਿਲਦੀ ਸੀਗੀ, ਉਹਨਾਂ ਨੇ 12 ਸਾਲ ਸੇਵਾ ਕੀਤੀ, ਉਹਦੇ ਉੱਤੇ ਹੀ ਸਜਾ ਲੈਂਦੇ ਸੀ ਦਸਤਾਰ। he used not to just remove it and when he get the next year he tie on it। ਇਸ ਤਰ੍ਹਾਂ 12 ਦਸਤਾਰਾਂ ਬਣ ਜਾਂਦੀਆਂ ਸੀ, ਉਹ ਕਾਫੀ ਉੱਚੀ ਬਣ ਜਾਂਦੀਆਂ ਸੀ। ਉਧਰੋਂ ਸੇਲੀ ਟੋਪੀ ਦਾ ਨਾਮ ਪ੍ਰਚਲਿਤ ਹੋਇਆ ਵੀ ਇਹ ਟੋਪੀ ਦੀ ਤਰ੍ਹਾਂ ਲੱਗਦੀ ਹੈ। ਸੈਕਿੰਡ, ਇਹਦੀ ਮੈਂ ਕਲੈਰੀਫਿਕੇਸ਼ਨ ਹੋਰ ਕਰਨਾ ਚਾਹਾਂਗਾ। ਤੇ ਗੁਰੂ ਸਾਹਿਬ ਮਹਾਰਾਜ ਜਦੋਂ ਗੁਰੂ ਨਾਨਕ ਦੇਵ ਜੀ ਤੋਂ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਗੁਰੂ ਅੰਗਦ ਦੇਵ ਜੀ ਨੂੰ ਗਈ, ਗੁਰੂ ਅੰਗਦ ਦੇਵ ਤੋਂ ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਤੋਂ ਗੁਰੂ ਅਰਜਨ ਦੇਵ ਜੀ ਕੋਲ ਗਈ। ਤੇ ਆਹ ਸੈਲੀ ਟੋਪੀ ਦੀ ਮਰਿਆਦਾ, ਦਸਤਾਰ ਦੀ ਮਰਿਆਦਾ, ਨਾਰੀਅਲ ਰੱਖ ਕੇ ਮੱਥਾ ਟੇਕ ਕੇ ਗੁਰਤਾ ਗੱਦੀ ਦਾ ਤਿਲਕ ਲਗਾਉਣ ਦੀ ਮਰਿਆਦਾ ਸੀਗੀ। 10ਵੇਂ ਪਾਤਸ਼ਾਹ ਨੇ ਹਜੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਉਦਾਂ ਹੀ ਨਾਰੀਅਲ ਰੱਖ ਕੇ 5 ਪੈਸੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤਿਲਕ ਲਾ ਕੇ ਗੁਰਤਾ ਗੱਦੀ ਅਰਪਣ ਕੀਤੀ। ਸੇਲੀ ਟੋਪੀ ਦੀ ਮਰਿਆਦਾ ਜਦੋਂ 5ਵੇਂ ਪਾਤਸ਼ਾਹ ਵੱਲ ਲੈ ਕੇ ਆਏ ਮਸੰਦ ਸਾਰੇ ਇਕੱਠੇ ਹੋ ਕੇ, ਤੇ ਮਹਾਰਾਜ ਨੇ ਬਾਂਹ ਕਰਕੇ ਸੇਲੀ ਟੋਪੀ ਤੇ ਮਾਲਾ ਨੂੰ ਕਿਹਾ ਇਹਨੂੰ ਤੋਸ਼ੇ ਖਾਨੇ 'ਚ ਰੱਖ ਦਿਓ, ਅਸੀਂ ਅੱਜ ਤੋਂ ਬਾਅਦ ਹੱਥ 'ਚ ਮਾਲਾ ਨਹੀਂ ਫੜਾਂਗੇ ਤੇ ਟੋਪੀ ਨਹੀਂ ਪਾਵਾਂਗੇ, ਉਹਦੇ ਬਜਾਏ ਅਸੀਂ 2 ਕਿਰਪਾਨਾਂ ਮੀਰੀ ਤੇ ਪੀਰੀ ਦੀਆਂ ਵੱਜਾਂਗੇ। Guru Hargobind Sahib worn the 2 swords of Miri and Piri instead of the mala and the seli topi. So at that time in 5th place, Guruji replaced seli topi with the swords of Miri and Piri. I guess I'm clear. I can proceed further. Hanji. Okay, that's perfect. Let us move to the Guru Sahib Maharaj ne Natha te Abdullah ਢਾਡੀ concept Guru Hargobind Sahib ne ਸ਼ੁਰੂ ਕੀਤਾ, ਜੰਗੀ ਪ੍ਰਸੰਗ Guru Hargobind Sahib ਨੇ ਸ਼ੁਰੂ ਕੀਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਹੋਰ ਨਵੇਕਲੀ ਗੱਲ ਕੀਤੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼੍ਰੀ ਅੰਮ੍ਰਿਤਸਰ ਤੋਂ, ਤੁਹਾਨੂੰ ਇਹ ਗੱਲ ਸ਼ਾਇਦ ਨਹੀਂ ਰਵਾਇਤੀ ਪਤਾ ਲੱਗਦੀ ਕਿਉਂਕਿ ਇਤਿਹਾਸ ਦੇ ਅੰਦਰ ਨਹੀਂ ਆਂਦੀ, ਅਸੀਂ ਜੋ ਮਹਾਂਪੁਰਸ਼ਾਂ ਤੋਂ ਸੁਣੀ ਹੈ ਮੈਂ ਆਪ ਜੀ ਨਾਲ ਸ਼ੇਅਰ ਕਰਨ ਲੱਗਿਆ। ਗੁਰੂ ਹਰਗੋਬਿੰਦ ਸਾਹਿਬ ਜਦੋਂ ਅੰਮ੍ਰਿਤ ਵੇਲੇ ਆਸਾਂ ਦੀ ਵਾਰ ਤੇ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਗੁਰੂ ਸਾਹਿਬ 5 ਸ਼ਬਦ ਸੁਣ ਕੇ ਬਾਹਰ ਆ ਜਾਂਦੇ ਸੀਗੇ, ਕਿਉਂਕਿ ਸਾਡੇ ਸਰੀਰ ਦੇ ਅੰਦਰੋਂ ਤੁਹਾਨੂੰ ਪਤਾ ਹੀ ਹੈ ਵੀ ਹੈਵ ਲੋਟਸ ਆਫ ਜਿਹੜੀ ਹਵਾਵਾਂ ਨਿਕਲਦੀਆਂ ਉਹ ਸਾਡੀ ਦੂਸ਼ਿਤ ਹੁੰਦੀਆਂ, ਜਾਂ ਅਸੀਂ ਬਾਹਲੀ ਦੇਰ ਕਿੱਥੇ ਬੈਠੀਏ ਤੇ ਉਹ ਜਗ੍ਹਾ ਅਪਵਿੱਤਰ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਸੀ ਵੀ ਹਰਮੰਦਰ ਸਾਹਿਬ ਦੇ ਅੰਦਰ ਵਾਲੀ ਜਗ੍ਹਾ ਜਿੱਥੇ ਕੀਰਤਨ ਹੁੰਦਾ ਅੱਜ ਵੀ ਉੱਥੇ ਗੁਰੂ ਸਾਹਿਬ ਥੋੜੀ ਦੇਰ ਬੈਠ ਕੇ ਬਾਹਰਲੇ ਪਾਸੇ ਆ ਜਾਂਦੇ ਸੀਗੇ, ਵੀ ਤਾਂ ਕਿ ਉੱਥੇ ਜਿਵੇਂ ਆਪਾਂ ਜਗ੍ਹਾ ਥੋੜੀ ਹੈ, ਹੁਣ ਮੰਨ ਲਓ ਆਪਾਂ ਸਾਰੇ 50 ਜਿਹੜੇ ਅੱਜ ਬੰਦੇ ਲੈਕਚਰ ਲਾ ਰਹੇ ਆ, ਸਾਰੇ ਅਸੀਂ ਸਾਰੇ ਦਰਬਾਰ ਸਾਹਿਬ ਮੱਥਾ ਟੇਕਣ ਜਾਈਏ, ਅਸੀਂ ਜੇ ਸਾਰੇ ਉੱਥੇ ਬਹਿ ਜਾਵਾਂਗੇ ਤੇ ਜਿਹੜੀ ਬਾਕੀ ਸੰਗਤ ਮੱਥਾ ਟੇਕਣ ਆ ਰਹੀ ਹੈ ਉਹ ਕਿਸ ਤਰ੍ਹਾਂ ਆਨੰਦ ਲਏਗੀ। ਪਹਿਲੀ ਗੱਲ ਵੀ ਸਾਰਿਆਂ ਨੇ ਉਸ ਸਥਾਨ ਤੇ ਇਕੱਠ ਨਹੀਂ ਕਰਨਾ। ਦੂਸਰੀ ਗੱਲ, 1 ਘੰਟੇ ਬੈਠਣ ਤੋਂ ਬਾਅਦ ਸਰੀਰ ਆਲਸ, 2 ਘੰਟੇ ਬੈਠਣ ਤੋਂ ਬਾਅਦ ਸਰੀਰ ਆਲਸ 'ਚ ਆ ਜਾਂਦਾ ਹੈ, ਤੇ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਲੱਤਾਂ ਖੋਲ ਕੇ ਜਾਂ ਕੋਈ ਉਬਾਸੀ ਲੈ ਕੇ ਯੌਨ ਕਰਨਾ, ਅੰਦਰ ਛਿੱਕ ਮਾਰਨਾ, ਆਹ ਚੀਜ਼ਾਂ ਅੱਛੀ ਨਹੀਂ ਹੁੰਦੀਆਂ। ਤੇ ਗੁਰੂ ਸਾਹਿਬ ਕਹਿੰਦੇ ਵੀ 68 ਤੀਰਥ ਇਸ਼ਨਾਨ ਹੈ ਇੱਥੇ ਦਾ, ਅੰਮ੍ਰਿਤਸਰ ਸਾਹਿਬ ਦਾ 68 ਤੀਰਥਾਂ ਦਾ ਸਿਰਮੌਰ ਤੀਰਥ ਹੈ, ਇਹਨੂੰ ਪਵਿੱਤਰਤਾ ਰੱਖੋ, ਸੈਨਿਟੀ ਮੇਨਟੇਨ ਰੱਖੋ, ਕਲੀਨਿਨੈਸ ਰੱਖੋ, ਇੱਥੇ ਹਾਈਜੀਨ ਰੱਖੋ, ਇੱਥੇ ਇੱਕ ਡੈਕੋਰਮ ਮੇਨਟੇਨ ਰੱਖੋ ਤਾਂ ਕਿ ਪਵਿੱਤਰਤਾ ਬਣੀ ਰਵੇ। ਤਾਂ ਗੁਰੂ ਸਾਹਿਬ ਮਹਾਰਾਜ ਨੇ ਕਿਹਾ ਸੀ ਵੀ ਥੋੜੀ ਦੇਰ ਬਹਿ ਕੇ ਉਹ ਬਾਹਰ ਆਣੇ ਦੀ ਮਰਿਆਦਾ ਵੀ ਗੁਰੂ ਸਾਹਿਬ ਨੇ ਚਲਾਈ ਸੀ। ਢਾਡੀਆਂ ਦੀ ਮਰਿਆਦਾ, ਜੰਗ ਦੀ ਮਰਿਆਦਾ, ਗੁਰਬਾਣੀ ਦੀ ਪਵਿੱਤਰਤਾ ਦੀ ਮਰਿਆਦਾ, ਸਥਾਨਾਂ ਦੀ ਮਰਿਆਦਾ ਗੁਰੂ ਹਰਗੋਬਿੰਦ ਸਾਹਿਬ ਨੇ ਚਲਾਈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਅੱਗੇ ਚਲਦੇ ਹਾਂ ਅਸੀਂ,
ਹੁਣ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਤੁਹਾਡੇ ਆਪਣੇ ਕੋਲ ਕਿੰਨਾ ਸਮਾਂ ਰਹਿ ਗਿਆ ਜੀ? It's 5 o'clock. जी आधा घंटा. Okay, I have the time. Okay, we can proceed further. ਹਾਂਜੀ, ਇਹ ਬੈਕ ਕਰੋਗੇ ਪਲੀਜ਼। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਬਾਰੇ ਮੈਂ ਕੁਝ ਸਾਖੀਆਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ, ਬਟ ਅੱਜ ਮੈਂ ਚਾਹਨਾ ਕਿ ਉਹ ਸਾਖੀਆਂ ਅਸੀਂ ਰਲ ਕੇ ਸਾਰੇ ਸੁਣਾਈਏ। ਤੇ ਇੱਕ ਬੀਬੀ ਕੌਲਾਂ ਜੀ ਦੀ ਸਾਖੀ ਹੈ, ਇੱਕ ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਦੀ ਸਾਖੀ ਹੈ। ਬਈ ਸਤਿਗੁਰੂ ਹਰਗੋਬਿੰਦ ਸਾਹਿਬ, ਮੈਂ ਇੱਕ ਜਸਟ ਇੱਕ ਬਰੀਫ ਦੇ ਰਿਹਾ, ਨਟਸ਼ੈਲ, ਜਸਟ ਵਨ ਲਾਈਨ ਟੂ ਡਿਫਾਈਨ ਦ ਸਾਖੀ। ਬੀਬੀ ਕੌਲਾਂ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਕਿਸ ਤਰ੍ਹਾਂ ਪਹੁੰਚੇ, ਤੇ ਜੋ ਮਾਤਾ ਸਾਹਿਬ ਦੇਵਾਂ ਜੀ ਸੀਗੇ, ਬੀਬੀ ਕੌਲਾਂ ਜੀ ਸੀਗੇ, ਤੇ ਆਦ ਸ਼ਕਤੀ ਭਵਾਨੀ ਜਿਹੜਾ ਤੁਸੀਂ ਕੱਲ ਕੁਐਸਚਨ ਪੁੱਛਿਆ, ਇਹ ਤਿੰਨੋਂ ਪਾਵਰਸ ਕਿਸ ਤਰ੍ਹਾਂ ਰਿਲੇਟਡ ਨੇ। ਫਸਟ, ਗੁਰੂ ਹਰਰਾਏ ਸਾਹਿਬ ਮਹਾਰਾਜ ਦੇ ਚੋਲੇ ਦੇ ਨਾਲ ਇੱਕ ਫੁੱਲ ਟੁੱਟ ਜਾਂਦਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਵੀ ਦਾਮਨ ਸੰਕੋਚ ਕੇ ਚੱਲੋ। ਕੀ ਸਿਧਾਂਤ ਮਿਲਦਾ ਹੈ? ਜਸਟ ਫਾਰਵਰਡ ਟੂ ਦਾ ਨੈਕਸਟ ਸਲਾਈਡ ਪਲੀਜ਼। ਆ ਤੁਸੀਂ ਡਿਸਕਸ ਕਰਨਾ ਗਰੁੱਪ ਦੇ ਅੰਦਰ ਵੀ ਬੀਬੀ ਕੌਲਾਂ ਜੀ ਕੌਣ ਹੋਏ ਨੇ। ਨੈਕਸਟ ਸਾਖੀ ਪਲੀਜ਼। ਗੁਰੂ ਹਰਰਾਏ ਸਾਹਿਬ ਮਹਾਰਾਜ ਤੋਂ ਇੱਕ ਫੁੱਲ ਟੁੱਟ ਜਾਂਦਾ ਤੇ ਉਹ ਫੁੱਲ ਟੁੱਟਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਕੀ ਸਿੱਖਿਆ ਦਿੰਦੇ ਨੇ, ਸਾਨੂੰ ਕੀ ਲਰਨਿੰਗ ਮਿਲਦੀ ਹੈ ਉਹ ਸਾਖੀ ਚੋਂ। ਅੱਗੇ ਪਲੀਜ਼। ਬਾਬਾ ਬੁੱਢਾ ਜੀ ਜੋਤੀ ਜੋਤ ਸਮਾਉਂਦੇ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਿਲਣ ਜਾਂਦੇ ਨੇ। ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਜੀ ਨੂੰ ਮੱਥਾ ਟੇਕ ਰਹੇ ਨੇ। ਵਾਏ? ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਨੇ, ਬਾਬਾ ਬੁੱਢਾ ਜੀ ਸਿੱਖ ਨੇ, ਤੇ ਉਹ ਆਪਸ ਵਿੱਚ ਇੱਕ ਦੂਸਰੇ ਨੂੰ ਮੱਥਾ ਕਿਉਂ ਟੇਕ ਰਹੇ ਨੇ? ਉਹਦਾ ਰੀਜ਼ਨ ਕੀ ਆ? ਅੱਗੇ ਚੱਲਦੇ ਆ। ਭਾਈ ਕੱਟੂ ਸ਼ਾਹ ਦੀ ਸਾਖੀ ਮੈਂ ਤੁਹਾਡੇ ਨਾਲ ਪਰਸੋਂ ਡਿਸਕਸ ਕੀਤੀ ਸੀ, ਜਿਹੜੇ ਸ਼ਹਿਦ ਲੈ ਕੇ ਆਏ ਸੀਗੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਸਿੱਖਾਂ ਦੀ ਸ਼ਹਿਦ ਨੂੰ ਮਨਾ ਕਰਕੇ ਪਹਿਲੇ ਭਾਈ ਕੱਟੂ ਨੂੰ ਖਵਾਣੀ ਚਾਹੀ, ਉਹ ਤੁਸੀਂ ਡਿਸਕਸ ਕਰ ਸਕਦੇ ਹੋ। ਭਾਈ ਗੋਪਾਲਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ, ਗੁਰਤਾ ਗੱਦੀ ਦੇਣ ਲੱਗੇ ਸੀਗੇ ਪਰ ਗੁਰਤਾ ਗੱਦੀ ਨਹੀਂ ਦਿੱਤੀ। ਉਹ ਕਨਸੈਪਟ ਕੀ ਹੈ ਉਹ ਆਪਾਂ ਡਿਸਕਸ ਕਰਾਂਗੇ ਗਰੁੱਪਸ ਦੇ ਅੰਦਰ। ਤੁਸੀਂ ਆਪਣੇ ਪੇਰੈਂਟਸ ਨੂੰ ਨਾਲ ਬਿਠਾਓ, ਉਹਨਾਂ ਦੇ ਨਾਲ ਬੈਠ ਕੇ ਸਾਖੀਆਂ ਡਿਸਕਸ ਕਰੋ ਤੇ ਤੁਸੀਂ ਮੈਨੂੰ ਸਿਧਾਂਤ ਦੱਸਣਾ ਇਹਦਾ। ਅੱਗੇ ਚੱਲਦੇ ਹਾਂ। ਸਾਖੀ ਬਾਬਾ ਬਿਧੀ ਚੰਦ ਜੀ ਦੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਤੇ ਜਦੋਂ ਆਏ ਸੀਗੇ, ਮੈਂ ਮਾਫੀ ਚਾਹਾਂਗਾ ਆਪਣੇ ਸ਼ਬਦ ਜੋ ਮੈਂ ਕੁਝ ਬੋਲ ਜਾਵਾਂ। ਪਹਿਲਾਂ ਬਾਬਾ ਬਿਧੀ ਚੰਦ ਜੀ ਚੋਰ ਸੀਗੇ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਿਲੇ ਤਾਂ ਉਹਨਾਂ ਨੂੰ ਖਿਤਾਬ ਮਿਲਿਆ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਉਹ ਇੱਕ ਸੰਤ ਸਿਪਾਹੀ ਬਣੇ। ਉਹ ਕਿਸ ਤਰ੍ਹਾਂ ਬਣੇ ਉਹ ਮੈਂ ਤੁਹਾਡੇ ਤੋਂ ਚਾਹਨਾ ਇਨਪੁਟ ਅੱਜ। ਅੱਗੇ ਚੱਲਦੇ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਾਤਾ ਭਾਗ ਭਰੀ ਤੋਂ ਚੋਲਾ ਲਿਆ ਸੀਗਾ ਕਸ਼ਮੀਰ ਜਾ ਕੇ, ਮੈਂ ਸਾਖੀ ਪਰਸੋਂ ਸਾਂਝੀ ਕਰੀ ਸੀ। ਉਸ ਤੋਂ ਉਪਰੰਤ ਇੱਕ ਤੁਸੀਂ ਫੋਟੋ ਦੇਖ ਰਹੇ ਹੋ ਥੱਲੇ, ਇੱਕ ਮਾਤਾ ਆਈ ਗੁਰੂ ਹਰਗੋਬਿੰਦ ਸਾਹਿਬ ਤੋਂ ਪੁੱਤਰ ਲੈਣ। ਉਹ ਪੁੱਤਰ ਲੈਣ ਆਈ ਤੇ ਮਹਾਰਾਜ ਕੋਲ ਇੱਕ ਪੁੱਤਰ ਲੈਣ ਆਈ। ਮਹਾਰਾਜ ਨੇ ਕਿੰਨੇ ਪੁੱਤਰ ਦਿੱਤੇ ਤੇ ਉਹ ਮਾਤਾ ਦਾ ਨਾਮ ਕੀ ਹੈ ਉਹ ਤੁਸੀਂ ਦੱਸਣਾ ਮੈਨੂੰ। ਅੱਗੇ ਚੱਲਦੇ ਹਾਂ। ਬਾਬਾ ਅਟਲ ਰਾਏ ਜੀ ਨੇ ਕਿਹੜੇ ਆਪਣੇ ਨਾਲ ਖੇਡਦੇ ਹੋਏ ਇੱਕ ਸਿੱਖ ਨੂੰ ਜਿੰਦਾ ਕਰਤਾ ਸੀਗਾ, ਜਿਸ ਕਰਕੇ ਉਹਨਾਂ ਨੂੰ ਜੋਤੀ ਜੋਤ ਸਮਾਉਣਾ ਪਿਆ। ਇਹ ਤੁਸੀਂ ਡਿਸਕਸ ਕਰਨਾ ਮੇਰੇ ਨਾਲ ਅੱਜ। ਚਲਦੇ ਹਾਂ ਅੱਗੇ। ਬੰਦੀ ਛੋੜ ਦਾਤਾ ਕਿਉਂ ਕਿਹਾ ਜਾਂਦਾ ਮੀਰੀ ਪੀਰੀ ਦੇ ਮਾਲਕ ਨੂੰ? ਬਹੁਤ ਇੰਪੋਰਟੈਂਟ ਹਿਸਟੋਰੀਕਲ ਸਾਡੇ ਕੋਲ ਫੈਕਟਸ ਹੈਗੇ ਨੇ। ਹਿੰਦੂ ਧਰਮ ਵਾਲੇ ਵੀ ਇਸ ਗੱਲ ਨੂੰ ਮੰਨਦੇ ਨੇ ਬਈ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਬੰਦੀ ਛੋੜ ਦਾ ਕੰਮ ਕੀਤਾ ਉਹ ਸਾਡੇ ਕਿਸੇ ਅਵਤਾਰ ਨੇ ਅੱਜ ਤੱਕ ਨਹੀਂ ਕੀਤਾ। ਐਡਾ ਵੱਡਾ ਕਨਸੈਪਟ ਹੈ ਸਾਡੇ ਕੋਲ, ਅੱਜ ਅਸੀਂ ਇਸ ਕਨਸੈਪਟ ਨੂੰ ਛੋਟਾ ਕਿਉਂ ਕਰਤਾ? ਅਸੀਂ ਘਰ ਘਰ ਇਹ ਗੱਲ ਕਿਉਂ ਨਹੀਂ ਪਹੁੰਚਾ ਸਕੇ ਵੀ ਬੰਦੀ ਛੋੜ ਦਾ ਕੀ ਕਨਸੈਪਟ ਹੈ? ਸਾਡੇ ਸਿੱਖ ਧਰਮ ਦੇ ਅੰਦਰ ਇਹ ਗੁਰੂ ਘਰ ਦੀ ਸਭ ਤੋਂ ਵੱਡੀ ਵਿਸ਼ਾਲਤਾ ਹੈ। 52 ਰਾਜਪੂਤ ਰਾਜੇ, they were sentenced to be kept in jail and they have to die over there by giving slow poison and giving lot of punishment over there, but they were sent free due to Guru Hargobind Sahib. Why it was? Guru Hargobind Sahib ਉਹਨਾਂ ਕਰਕੇ 2.5 ਸਾਲ ਅੰਦਰ ਕਿਉਂ ਰਹੇ ਕਾਰਾਗ੍ਰਹਿ ਵਿੱਚ? What is the reason? What is the concept? ਇਤਿਹਾਸ ਦੇ ਅੰਦਰ ਬਹੁਤ ਸੁੰਦਰ ਪੱਖ ਹੈ। ਕਦੀ ਆਪਾਂ ਇਹਦੇ ਤੇ ਇੱਕ ਵਰਕਸ਼ਾਪ ਰੱਖੀਏ ਜਾਂ ਤੇ ਇੱਕ ਸੈਸ਼ਨ ਰੱਖੀਏ ਨਾ, ਤੇ ਤੁਸੀਂ ਸੋਚੋਗੇ ਕਿ ਸਾਡੀ ਕਿੰਨਾ ਵੱਡਾ ਇਤਿਹਾਸ ਸਾਨੂੰ ਦੱਸਿਆ ਨਹੀਂ ਗਿਆ। You need to study this. You need to discuss these things with your parents, with your Gursikh,
ਹੁਣ ਤੁਸੀਂ ਬੜੇ ਸਤਿਕਾਰਯੋਗ ਬੀਬੀ ਜੀ ਅੰਮ੍ਰਿਤਪਾਲ ਕੌਰ ਜੀ ਨਾਲ, ਗੁਰਕੀਰਤ ਸਿੰਘ ਜੀ ਨਾਲ, ਗਿਆਨੀ ਜੀ ਹੋਰਾਂ ਨਾਲ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਹੋਰਾਂ ਨਾਲ ਤੁਸੀਂ ਆ ਚੀਜ਼ਾਂ ਡਿਸਕਸ ਕਰੋ। ਕੱਲ ਬਾਬਾ ਜੀ ਪੁੱਛ ਰਹੇ ਸੀ ਬਈ ਗੁਰੂ ਨਾਨਕ ਕੀ ਬਾਤ ਬਾਤ में बात है, he was making you ignite that ask some question, you guys are not asking anything, you can ask these type of question। ਬੰਦੀ ਛੋੜ ਦਾ concept ਕੀ ਹੈ ਗੁਰੂ ਘਰ ਦੇ ਅੰਦਰ। ਅੱਗੇ ਚੱਲਦੇ ਹਾਂ। ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਕਿਸ ਤਰ੍ਹਾਂ ਸਮਾਏ, ਉਹ ਇਤਿਹਾਸ ਕਿੱਥੇ ਲਿਖਿਆ ਹੋਇਆ ਹੈ? ਮੈਂ ਇਸ ਦੇ ਅੰਦਰੋਂ ਇੱਕ ਤੁਹਾਨੂੰ ਬੜੀ ਸੁੰਦਰ ਸਾਖੀ ਸੁਣਾਉਣ ਲੱਗਿਆ। ਗੁਰੂ ਹਰਗੋਬਿੰਦ ਸਾਹਿਬ, ਚਲੋ ਆਪਾਂ ਐਵੇਂ ਕਰਦੇ ਹਾਂ, ਪਹਿਲੇ ਆਪ ਜੀ ਸਾਰਿਆਂ ਦੇ ਨਾਲ ਇੱਕ ਭਾਈ ਦਿਲਰਾਜ ਸਿੰਘ ਜੀ ਤੁਸੀਂ ਜਿਹੜਾ ਪਿੱਛੇ ਸਾਖੀਆਂ ਵਾਲਾ ਇੰਡੈਕਸ ਜਿਹਾ ਸੀਗਾ ਉਹ ਪਲੀਜ਼ ਓਪਨ ਕਰ ਦੋਗੇ, ਬੈਕ ਸਲਾਈਡ ਕਰਕੇ। ਹੁਣ ਇਹਦੇ ਅੰਦਰੋਂ ਮੈਂ ਚਾਹਨਾ ਕਿ ਸਾਰੇ ਤੁਸੀਂ ਅਨਮਿਊਟ ਕਰੋ। ਜੋ ਵੀ ਕੋਈ ਪੁਆਇੰਟ ਦਰ ਪੁਆਇੰਟ ਕੋਈ ਇਨ ਸਾਖੀਆਂ ਬਾਰੇ ਰੋਸ਼ਨੀ ਪਾਣਾ ਚਾਹੁੰਦਾ ਹੋਵੇ, ਚਾਹੇ ਉਹਨੂੰ ਇੱਕ ਲਾਈਨ ਹੀ ਪਤਾ ਹੋਵੇ। ਅਸੀਂ ਸਾਰੇ ਫੈਮਿਲੀ ਹੈਗੇ ਆ, ਠੀਕ ਹੈ। ਪਹਿਲੀ ਗੱਲ, ਆਪਾਂ ਇੱਥੇ ਸਾਰੇ ਸਿਰਫ ਹੁਣ 20 ਮਿੰਟ ਲਈ ਬੈਠੇ ਆ। ਆਪਾਂ ਇਹ ਨਹੀਂ ਦੇਖਣਾ ਬਈ ਸੁਪ੍ਰੀਤ ਨੇ ਅੱਛਾ ਬੋਲਤਾ, ਭਾਈ ਦਿਲਰਾਜ ਸਿੰਘ ਨੇ ਤਾਂ ਕੋਈ ਬੋਲਿਆ ਨਹੀਂ, ਮੈਂ ਕਾਹਤੇ ਬੋਲਣਾ, ਵਾਈ ਵੀ ਆਰ ਫੀਅਰਡ ਆਫ। ਅਸੀਂ ਤਾਂ ਸਾਰੇ ਪਰਿਵਾਰ ਆ, ਭੈਣ ਭਰਾ ਬੈਠੇ ਆ, ਆਪਸ ਦੇ ਅੰਦਰ ਡਿਸਕਸ਼ਨ ਚੱਲ ਰਹੀ ਹੈ। ਜਦੋਂ ਤੁਸੀਂ ਘਰ ਦੇ ਅੰਦਰ ਆਪਣੇ ਬ੍ਰਦਰ ਸਿਸਟਰ ਨਾਲ ਬਿਲਕੁਲ ਹਿਚਕਦੇ ਨਹੀਂ ਨਾ ਗੱਲ ਕਰਦੇ ਹੋਏ, ਤੁਸੀਂ ਅੱਜ ਆ 8 ਦੀ 8 ਸਾਖੀਆਂ ਕਲੀਅਰ ਕਰਨੀਆਂ ਆਪਣੇ ਮਾਈਂਡ ਵਿੱਚ। ਤੁਹਾਨੂੰ ਜੋ ਇੱਕ ਲਾਈਨ ਵੀ ਪਤਾ ਤੁਸੀਂ ਬੋਲਣੀ ਜ਼ਰੂਰ ਹੈ। ਚਲੋ, ਆਈ ਗਿਵ ਦ ਮਾਈਕ ਟੂ ਯੂ ਗਾਈਜ਼। ਅਸੀਂ ਕੋਈ ਵੀ ਸਾਖੀ ਤੁਸੀਂ ਵਿੱਚੋਂ ਜਿਸੇ ਨੂੰ ਕੋਈ ਪਤਾ ਉਹ ਪਲੀਜ਼ ਸ਼ੇਅਰ ਕਰੋ। You can type in the chat box if you don't find comfortable to feel on the mic. The answers from the organizers will be welcomed. Deepai Sabhi, I can start giving a little information about each one. Fir usto baad we can ask the Sangat for the lessons that they got from each Definitely, one. please proceed. Okay, ji. So Sangat ji, I'll try in brief. I'll try going through all 8 Sakhiyan. So the Sakya Bibi Kaulan ji, they belonged to the Hindu Dharam, but they were once kidnapped by Akadi belonging to the Muslim faith. But what Mata Kaulan ji used to do was they used to do a lot of tapasya, and they were asking Guru Sahib to save them, right? And this went on for a while. And once when Guru Hargobind Sahib ji was close to that end, and Mata ji thought that the end was close, and she was doing her beinti to Guru Sahib, doing her ardas to Guru Sahib eventually came and saved Mata Kaulan ji, right? They rescued her from that Kaji and Right, took them absolutely back. right, yeah. Guru Harai ji's chola. So Maharaj used to have a love for nature and flowers, and once when they were going through a garden, Guru Harai Sahib ji's chola got caught on a flower, and when they pulled it, the flower also broke off, right? And Guru Harai Sahib ji, who were young at that point, they got scolded by Guru Hargobind Sahib ji, and they said that we have to take care of nature just as much as we take care of ourselves. So again, that's the very sankhep, a very brief vichar. Baba Buddha ji, Jyoti Jyot, the question was, why did Guru Hargobind Sahib ji also do matha tek to Baba Buddha ji while Baba Buddha ji was doing matha tek to Guru Sahib? And one thing to keep in mind is Baba Buddha ji was there from the times of Guru Nanak Dev ji, right? They were doing seva of Sheh Pashaiya. So we already know how much of a Brahmagyan Mahapurkh they were. So keep that in mind when you're trying to think of the answer. Paikattuji, I believe again, Sher Singh ji mentioned yesterday that they were, Sangat was going on the way and they went through Paikattuji's pind, and they had this honey that smelt really nice. So Paikattuji asked for a little bit, and someone like me who was very ignorant, they said, no, this is only for the Guru. It's not for you. And when they brought it to Guru Sahib, right, the fragrant honey turned rotten. It smelt bad, and Guru Sahib knew that it's because they denied it to a Guru that's on the way here that the honey had turned bad. Pai Gopala ji, this is one of my favorite sakhiyan. Guru Sahib wanted to hear a Sikh do a very Shuddh Japji Sahib part, and Pai Gopala ji came forward and they were reading Japji Sahib, and they had a very Shuddh mind throughout almost all of it. And at the very end, they started thinking that, wow, I've been doing a very Shuddh part of Japji Sahib. I hope that Maharaj gives me one of the new kode that came a few days ago that Sangat brought in, and with the kode, I hope they give me the kathi too, the very expensive saddle. And then during that time, so while they were reading Japji Sahib, Maharaj was getting off their throne very slowly too, right? Maharaj was thinking to themselves when they were hearing the Shuddha part that I can't give them all this money, I can't give them anything in this world that is worth one Shuddha Japji Sahib. So they were thinking that if complete
Gurgaddi is the best thing that I can give. So they were slowly coming off the throne. But when Pai Sahib Ji had those thoughts about wanting a Koda instead, they got back on the throne and they gave Pai Sahib a Koda with a very expensive saddle. Baba Bidhi Chand Ji, there were two Kode, Kabli Kode, that were coming to Guru Har Gobind Sahib Ji that were stolen by the Mughals, and they were going to present them to the emperor. And Baba Bidhi Chand Ji was sent, and first they went, they disguised themselves as they used to bring grass for the horses. Then they kept on going up the ranks. Then they started taking care of the horses. Then one night they took one horse and jumped over the fort wall and brought it back to Guru Sahib. But Dujja Koda Renda Si, then they went back and they pretended they were like a Jyotshi who could tell the future and find the horses. And then they got close with the emperor, and then they took the second horse back. But one thing I want to mention was Guru Arjan Dev Ji had told Baba Bidhi Chand Ji ki hun to jhoot nahi bolna, right? Yeah. And before Baba Bidhi Chand Ji left, they went to the emperor on their way out and they told him that this is my name, this is what I do, and you can find me with Guru Har Gobind Sahib Ji and Amritsar. And then they took the second Koda. Baba Talrai Ji, the sixth Sakhi, Baba Talrai Ji was one of the younger children of Guru Har Gobind Sahib Ji. And being a son, they had tapasya and they had riddhiya siddhiya too. So when they were playing one day, one of their friends was bitten by a snake and he passed away. While he was laying on the bed and his family is crying around him, Baba Talrai Ji came and they got their soti and they were just like, he's fine. And then they lifted his head with the soti, and when they did that, their friend came back to life. And Baba Talrai Ji then went into deep samadhi. I'm not going to ruin the ending because that was the question. Why did they have to go into samadhi and then Jyoti Jyot? Mata Pag Pari Ji, she made a chola, and Guru Har Gobind Sahib Ji went all the way to Kashmir to get it. And on the way back, one Mai asked for a child, and Maharaj took out a piece of paper and they were about to write Ik. They were going to bless them with one child, but something happened and it wasn't Ik. So I'll let you guys figure that out, do some research, and then bring that back to us. And then Bandi Sho Divas, Dataji, most of us know that story. 52 kings in Gwalior Fort. Maharaj goes there. They're about to leave, but they say that they want the rest of the kings to also be released, and they had a special chola made, and the lessons behind that Sakhi. So I've said a lot in the last 5 minutes. Excellent. I will let you should guys keep go your back. time for 1 hour. You are excellent. But I will let you guys discuss amongst yourselves, and then we'll go through each Sakhi and the lessons in between them, and then Pai Sabji will continue that discussion. So we'll give everyone maybe 1 to 2 minutes. You can. Is this possible that you can divide in a group of 5 and I can shift to group 1 by 1? ਹਾਂਜੀ ਇਦਾਂ ਕਰ ਲੈਣੇ ਜੀ ਤੁਹਾਨੂੰ ਮੈਂ co-host ਬਣਾ ਲੈਣਾ co-host and Benji, are you good with the groups? ਠੀਕ ਹੈ ਜੀ. All right, we're going to put you guys into breakout groups and we will go from there, and I'll assign one Sakhi to most of you guys, and then Yeah, that's each group can. There's 6 groups. Is that okay? Because that'll give okay. like 5 No people. problem. This is getting tiring. Benji, you made it so that Dr. Sao can move around, right? What's up? You made it so that Dr. Sukhbir Singh can move around, right? He should be able to. I don't know. Is he a co-host? Yes. Yeah, then he should be able to move around, Wendy. I'm just gonna jump around in groups too. Oh, we have to assign group. I didn't do that. Okay, I'm gonna go to each group and assign one, so they have a Sakhi to talk about. Oh, they can just do the number that their group is, no? Oh, facts. I can use your group number to determine which Sakhi you will be discussing. Mata Kalaji. Oh, they can't see it. They can't see it. Oh, I got it. Do you have the Sakhi here?
Shit. I can send you those if you can copy paste. Sorry. I'm just gonna Six, seven. use your group. What is it? Number? All right. I will move around to some groups and be back in a bit. Okay, TK. Did you? Are you guys getting the messages? Did you get that one? Okay, I'll come in the groups. Oh, got it. Okay, TK. Cheating. Wait, why are you guys in one room by yourself? You're right. That's actually great. Oh. And Guru Yeah. did namaskar to each other because they have a lot of love and respect for each other. So what Okay. happened was that Baba Buddha ji, when he was about to Jyoti Jyotsma, he was crying and he wanted to do darshan of Guru Har Gobind Sahib ji. Baba Buddha ji was doing namaskar to Guru Har Gobind Singh ji because he said that you're the Guru, but Guru Har Gobind Okay. Sahib ji was doing namaskar to Baba Buddha ji because he did seva for the 5 gurus, and then and you're such an amazing Guru Sikh. excellent. Wow, you interpreted it very well. ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਤਾਂ ਮੱਥਾ ਟੇਕਦੇ ਸੀਗੇ ਕਿਉਂਕਿ ਉਹ ਉਹਨਾਂ ਦੇ ਵਿਦਿਆ ਗੁਰੂ ਵੀ ਸੀਗੇ, ਸ਼ਸਤਰ ਗੁਰੂ ਵੀ ਸੀਗੇ, ਤੇ ਤੀਸਰੀ ਗੱਲ ਜਿਹੜੀ ਤੁਸੀਂ ਕਹੀ ਬਈ ਉਹਨਾਂ ਨੇ 5 ਪਾਤਸ਼ਾਹੀਆਂ ਦੀ ਸੇਵਾ ਕੀਤੀ। ਐਕਸਲੈਂਟ, ਵੈਰੀ ਗੁੱਡ। ਔਰ ਜਿਹੜੀ ਬਾਬਾ ਬੁੱਢਾ ਜੀ ਉਹਨਾਂ ਨੂੰ ਤਾਂ ਮੱਥਾ ਟੇਕਦੇ ਸੀਗੇ ਕਿਉਂਕਿ ਉਹ ਗੁਰੂ ਜੀ ਸੀਗੇ, ਪਲੱਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ, ਉਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਡਿਊਟੀ ਲਗਾ ਕੇ ਗਏ ਸੀਗੇ ਬਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਗੁਰਤਾ ਗੱਦੀ ਤੇ ਉਹ ਬੈਠਣਗੇ, ਤੁਸੀਂ ਉਹਨਾਂ ਨੂੰ ਗੁਰੂ ਸਤਿਕਾਰਨਾ। ਸੋ ਦਿਸ ਵਾਸ ਦ ਥਿੰਗ ਦੈਟ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਵੱਲੋਂ ਹੁਕਮ ਸੀਗਾ। ਐਕਸਲੈਂਟ ਇਸ਼ਮੀਤ and all 2 of you, I am not able to see your name. Excellent, very good. Anybody else, please? Baba Buddha ji was able, the first person to Prakash of also yes. Baba Buddha ji ने जदों हुक्मनामा साहब लिया सी ते हुक्मनामा साहब आया सी, संतां के कारज आप खलोया, हर काम करावन आया राम, धरत सुहावी ताल सुहावा, विच अमृत जल छाया राम, अमृत जल छाया पूर्ण साज कराया, लाथे सगल वसूरे। सो बाबा बुੱਢਾ जी सच्चे पातशाह गुरु अर्जन देव महाराज जी दे नाल पहली प्रकाश जदों करवाया सी ते बाबा बुੱਢਾ जी नूं कहा गया सी, कहंदे बाबा बुੱਢਾ खोलो ग्रंथ, लेवो हुक्म सुने सब पंथ। वो बाबा बुੱਢਾ जी ने सच्चे पातशाह महाराज जी ने हुक्मनामा बाबा बुੱਢਾ जी तो दवाया सी ते ओ भी साखी हुणे बच्चे ने दसी। एक्सीलेंट। एनीबडी एल्स?
ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ I want to just touch on the ਭਾਈ ਗੋਪਾਲਾ ਜੀ ਸਾਖੀ। ਜੀ ਥੋੜੇ ਨੋਟ ਸੀਗੇ। ਸੋ ਉੱਥੇ ਜਿਵੇਂ ਸਾਖੀ ਚਾਹੁੰਦਾ ਇੱਕ ਦੋ ਚੀਜ਼ਾਂ ਮਿਲਦੀਆਂ ਵਾ ਦਾਸ ਨੂੰ ਜਿਵੇਂ ਲੱਗਦਾ। ਇੱਕ ਤਾਂ ਜਿਵੇਂ ਉਹਨਾਂ ਨੇ ਜਿਵੇਂ ਨਿਸ਼ਕਾਮਤਾ ਹੋ ਕੇ ਜੇ ਬਾਣੀ ਪੜ੍ਹੀਏ ਤੇ ਜੀ ਦਾਤ ਮਹਾਰਾਜ ਬਖਸ਼ਦੇ ਆ ਉਹ ਤਾਂ ਅਮੋਲਕ ਹੁੰਦੀ ਆ। ਕਿ ਜਿਵੇਂ ਮਹਾਰਾਜ ਗੁਰਤਾ ਗੱਦੀ ਬਖਸ਼ਣਾ ਚਾਹੁੰਦੇ ਸੀਗੇ ਭਾਈ ਸਾਹਿਬ ਦੇ ਮਨ 'ਚ ਘੋੜਾ। ਸੋ ਹੁਣ ਘੋੜੇ ਕਿੱਥਾ ਤੇ ਗੁਰਤਾ ਗੱਦੀ ਜਿਵੇਂ ਉਹਦਾ ਮੇਲ ਤਾਂ ਨਹੀਂ ਪੈਂਦਾ। ਇਹੀ ਜਿਵੇਂ ਪੈ ਜਾਂਦਾ ਕਿ ਜੇ ਆਪਾਂ ਨਿਸ਼ਕਾਮਤਾ ਹੋ ਕੇ ਬਾਣੀ ਪੜ੍ਹੀ ਤੇ ਫਿਰ ਮਹਾਰਾਜ ਨੂੰ ਆਪ ਮਿਲ ਜਾਂਦੇ ਆ ਜੇ ਮਹਾਰਾਜ ਪ੍ਰਾਪਤ ਹੋ ਜਾਂਦੇ ਆ। ਤੇ ਜਿੱਥੇ ਮਹਾਰਾਜ ਪ੍ਰਾਪਤ ਹੋ ਕੇ ਤੇ ਸਾਰੀਆਂ ਫਿਰ ਤਿੰਨਾਂ ਲੋਕਾਂ ਦੀ ਵਸਤੂ ਉੱਥੇ ਵਿੱਚ ਹੀ ਆ ਜਾਂਦੀਆਂ ਵਾ ਜੇ ਮਹਾਰਾਜ ਪ੍ਰਾਪਤ ਹੋ ਜਾਣ। ਤੇ ਦੂਜੀ ਸੀ ਕਿ ਜਿਵੇਂ ਬਾਣੀ ਸ਼ੁੱਧ ਪੜ੍ਹੀ ਜਿਵੇਂ ਜੇ ਬਾਣੀ ਸ਼ੁੱਧ ਪੜ੍ਹੀਏ ਤੇ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਵਾ। And then ਤੋਹਾਂ ਸੀਗੀਆਂ। ਸੋ ਮਾਤਰਾ ਵਰਨ ਸੰਭਾਰੇ ਸਾਰੇ ਸ੍ਰੀ ਗੁਰੂ ਬਾਣੀ ਸਿੱਖ ਉਚਾਰੇ ਮਹਾ ਮਹਾਤਮ ਕਰ ਦਿਖਰਾਇਓ ਨਹਿ ਤ੍ਰਿਲੋਕ ਮੈਂ ਸਮ ਕੁਛ ਪਾਇਓ। ਕਵੀ ਜੀ ਲਿਖਦੇ ਜਿਵੇਂ ਜੇ ਸ਼ੁੱਧ ਬਾਣੀ ਪੰਨ ਦੀ ਮਹਾਤਮਾ ਤੇ ਕੋਈ ਬਰਾਬਰ ਹੈ ਨਹੀਂ। ਇਹਦੀ ਮਹਾਤਮਾ ਬਹੁਤ ਉੱਚੀ ਆ। ਸੋ ਜਿਵੇਂ ਆਪਾਂ ਸੰਥਿਆ ਕਰਦੇ ਹਾਂ ਲਗਾ ਮਾਤਰਾ ਲਾਉਣੇ ਆ ਉਹਦੀ ਮਹਾਨਤਾ ਕਹੀ ਨਹੀਂ ਜਾਂਦੀ। ਤੇ ਸ਼ੁੱਧ ਬਾਣੀ ਇਕਾਗਰਤਾ ਦੇ ਨਾਲ ਨਿਸ਼ਕਾਮਤਾ ਦੇ ਨਾਲ। ਹਾਂਜੀ ਗੁਰਸੇਵਕ ਵੀਰ ਜੀ ਆਈ ਐਮ ਵੈਰੀ ਸੌਰੀ ਕਿ ਨਾ ਮੇਰੇ ਤੋਂ ਮਿਸ ਹੋ ਗਿਆ ਤੁਹਾਡਾ ਕੁਐਸਚਨ। ਪਲੀਜ਼ ਤੁਸੀਂ ਰਿਪੀਟ ਕਰ ਦੋਗੇ। ਐਕਚੁਅਲੀ ਮੇਰਾ ਸਿਸਟਮ ਰੀਸਟਾਰਟ ਦੁਬਾਰਾ ਹੋ ਗਿਆ ਸੀ। ਆਈ ਐਮ ਵੈਰੀ ਸੌਰੀ। ਉਹ ਭਾਈ ਗੋਪਾਲ ਦੀ ਸਾਖੀ ਜਿੱਥੇ ਜੋ ਭਾਈ ਸਾਹਿਬ ਜੀ ਜਪਜੀ ਸਾਹਿਬ ਪੜ੍ਹਦੇ ਸੀਗੇ ਤੇ ਉਹਦੇ ਵਿੱਚ ਜਿਵੇਂ ਦੋ ਸਿੱਖਿਆਵਾਂ ਜਿਵੇਂ ਮੇਨ ਮਿਲਦੀਆਂ ਦਾਸ ਨੂੰ ਲੱਗਦਾ। ਇੱਕ ਤਾਂ ਜਿਵੇਂ ਗੁਰਬਾਣੀ ਜਿਵੇਂ ਜੇ ਬਿਨਾਂ ਕੋਈ ਜਿਵੇਂ ਨਿਸ਼ਕਾਮਤਾ ਹੋ ਕੇ ਪੜ੍ਹੀਏ ਨਿਸ਼ਕਾਮ ਹੋ ਕੇ ਫਿਰ ਸਭ ਕੁਛ ਮਿਲ ਜਾਂਦਾ ਵਾ। ਮਹਾਰਾਜ ਆਪ ਪ੍ਰਾਪਤ ਹੋ ਜਾਂਦੇ ਆ। ਤੇ ਜਿਵੇਂ ਭਾਈ ਸਾਹਿਬ ਜੀ ਨੇ ਪਹਿਲਾਂ ਕੋਈ ਫੁਰਨੇ ਦਾ ਕੀਤਾ ਨਹੀਂ ਸੀ ਉਹਨਾਂ ਨੇ ਵੀ ਫਿਰ ਅਖੀਰ ਤੇ ਆ ਕੇ ਘੋੜ ਦਾ ਫੁਰਨਾ ਕਰ ਲਿਆ। ਤੇ ਜਿਵੇਂ ਮਹਾਰਾਜ ਬਖਸ਼ਣਾ ਚਾਹੁੰਦੇ ਸੀ ਗੁਰਤਾ ਗੱਦੀ ਤੇ ਉਹ 'ਚ ਫਰਕ ਕਿੰਨਾ ਵਾ। ਤੇ ਏਦਾਂ ਜਿਵੇਂ ਮਨ ਦੀ ਇਕਾਗਰਤਾ ਦੇ ਨਾਲ ਬਿਨਾਂ ਕੋਈ ਇੱਛਾ ਕੋਈ ਡਿਜ਼ਾਇਰ ਤੋਂ ਫਿਰ ਜਿਵੇਂ ਮਹਾਰਾਜ ਪ੍ਰਾਪਤ ਹੋ ਜਾਂਦੇ ਸੀਗੇ। ਤੇ ਆਈ ਗੈਸ ਦੂਜੀ ਅਦਰ ਵਨ ਇਜ਼ ਲਾਈਕ ਜੇ ਸ਼ੁੱਧ ਬਾਣੀ ਪੜ੍ਹੀਏ ਉਹਦੇ ਨਾਲ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੁੰਦੀਆਂ ਵਾ। ਤੇ ਉਹ ਸ਼ੁੱਧ ਬਾਣੀ ਪੰਨ ਦੇ ਨਾਲ ਵੀ ਮਹਾਰਾਜ ਤੋਂ ਗੁਰੂ ਸਾਹਿਬ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਭਾਈ ਸਾਹਿਬ ਕਵੀ ਜੀ ਲਿਖਦੇ ਆ ਮਾਤਰਾ ਵਰਨ ਸੰਭਾਰੇ ਸਾਰੇ ਸ੍ਰੀ ਗੁਰਬਾਣੀ ਸਿੱਖ ਉਚਾਰੇ ਮਹਾ ਮਹਾਤਮ ਕਰ ਦਿਖਾਇਓ ਨਹਿ ਤ੍ਰਿਲੋਕ ਮੈਂ ਸਮ ਕੁਛ ਪਾਇਓ। ਜਿਵੇਂ ਗੁਰਬਾਣੀ ਦੀ ਸ਼ੁੱਧ ਪੰਨ ਦਾ ਕੋਈ ਮਹਾਤਮ ਬਹੁਤ ਵੱਡਾ ਵਾ ਤੇ ਇਸ ਦੇ ਬਰਾਬਰ ਤਿੰਨਾਂ ਲੋਕਾਂ 'ਚ ਕੋਈ ਕੁਛ ਵੀ ਨਹੀਂ ਹੈਗਾ। ਸੋ ਏਦਾਂ ਉਹ ਇੱਕ ਤਾਂ ਸ਼ੁੱਧ ਬਾਣੀ ਪੰਨ ਦੀ ਆਪਾਂ ਨੂੰ ਇੱਛਾ ਕਰਨੀ ਚਾਹੀਦੀ ਤੇ ਅਰਦਾਸ ਕਰਨੀ ਚਾਹੀਦੀ ਤੇ ਦੂਜੀ ਨਿਸ਼ਕਾਮਤਾ ਸਹਿਤ। ਹਾਂਜੀ ਭਾਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਟਸ ਫਾਈਨ। ਹਾਂਜੀ ਹੁਣ ਠੀਕ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੋ ਤੁਸੀਂ ਭਾਈ ਗੋਪਾਲਾ ਜੀ ਦੇ ਦੋਨੋਂ ਪੱਖ ਰੱਖੇ ਆ ਗੁਰਬਾਣੀ ਸ਼ੁੱਧ ਵਾਲਾ ਵੀ ਪਲੱਸ ਜਿਹੜਾ ਫੁਰਨਾ ਪਾਉਣ ਲਈ ਗੱਲ ਹੈ ਉਸ ਦੇ ਉੱਤੇ ਮੈਂ ਵੀ ਇੱਕ ਛੋਟਾ ਜਿਹੀ ਚੀਜ਼ ਐਡ ਕਰਾਂਗਾ। ਬਿਲਕੁਲ ਤੁਸੀਂ ਦਰੁਸਤ ਕਵੀ ਸੰਤੋਖ ਸਿੰਘ ਜੀ ਦੀ ਜੋ ਰਚਨਾ ਚੋਂ ਉੱਤਰ ਦਿੱਤਾ ਬਿਲਕੁਲ ਦਰੁਸਤ ਦਿੱਤਾ। ਉਹਦੇ ਅੰਦਰ ਮੈਂ ਇੱਕ ਚੀਜ਼ ਐਡ ਕਰਨਾ ਚਾਹੂੰਗਾ ਕਿ ਗੁਰੂ ਸਾਹਿਬ ਮਹਾਰਾਜ ਫੁਰਨਾ ਪਾਉਣ ਵਾਲੇ ਵੀ ਆਪ ਨੇ। ਕਰਨ ਕਰਾਵਣ ਕਰਨੇ ਹਾਰ ਹੈ ਨਾ ਉਹ ਗੁਰੂ ਸਾਹਿਬ ਹੀ ਕਰਨ ਵਾਲੇ ਨੇ ਕਿਉਂਕਿ ਸਾਡੇ ਮਨ ਦੇ ਅੰਦਰ ਜੋ ਵੀ ਫੁਰਨਾ ਆਉਂਦਾ ਚੰਗਾ ਮਾੜਾ ਆਉਂਦਾ ਤੇ ਗੁਰੂ ਦੇ ਹੁਕਮ ਵਿੱਚ ਹੀ ਹੈ। ਸੋ ਉਹ ਵੀ ਗੁਰੂ ਦਾ ਹੁਕਮ ਹੀ ਸੀਗਾ ਵੀ ਜਿਹੜਾ ਫੁਰਨਾ ਆਇਆ। ਤੇ ਬਿਲਕੁਲ ਤੁਹਾਡਾ ਆਨਸਰ ਦਰੁਸਤ ਹੈ। ਵੈਰੀ ਗੁੱਡ। ਤੁਹਾਡਾ ਨਾਮ ਗੁਰਸੇਵਕ ਸਿੰਘ ਹੀ ਹੈ। ਮੈਂ ਨਾਮ ਦੇਖ ਨਹੀਂ ਪਾਇਆ ਸੀ ਤੁਹਾਡਾ। Okay. Anyone else want to share something related to that 8 Sakhis? ਮੇਰੇ ਕੋਲ ਸਵਾਲ ਆ। ਕਿ ਤੁਸੀਂ ਹੁਣੇ ਕਿਹਾ ਕਿ ਜੇ ਕੋਈ ਫੁਰਨਾ ਵੀ ਮਨ ਚ ਆਉਂਦਾ ਉਹ ਵੀ ਮਹਾਰਾਜ ਜੀ ਪਾਉਂਦੇ ਆ ਨਾ। ਤੇ ਆਈ ਥਿੰਕ ਭਾਈ ਗੁਰਕੀਰਤ ਸਿੰਘ ਜੀ ਪਹਿਲਾਂ ਕਹਿ ਰਹੇ ਸੀ ਕਿ ਜੇ ਕਦੀ ਕੋਈ ਕਹਿ ਲਓ ਆਪਾਂ ਸਿੱਖੀ ਦੇ ਮਾਰਗ ਤੇ ਚੱਲਦੇ ਕਦੇ ਕੋਈ ਦੁਬਿਧਾ ਜਾਂ ਸ਼ੰਕਾ ਆਉਂਦੀ ਆ ਉਹੋ ਜਿਹਾ ਫੁਰਨਾ ਆਉਂਦਾ ਆ ਉਹ ਇੱਕ ਤਰ੍ਹਾਂ ਦਾ ਮਹਾਰਾਜ ਦਾ ਇੱਕ ਇਮਤਿਹਾਨ ਹੁੰਦਾ ਹੈ। ਸਾਨੂੰ ਮਹਾਰਾਜ ਪਰਖ ਰਹੇ ਹੁੰਦੇ ਆ ਕਿ ਤੁਸੀਂ
ਮਹਾਰਾਜ ਵੱਲ ਤੁਸੀਂ ਜਾਓਗੇ ਨੇੜੇ ਜਾਂ ਇਸ ਪਰਖ ਤੋਂ ਤੁਸੀਂ ਕਿੱਦਾਂ ਉੱਭਰਦੇ ਹੋ, ਹਨਾ। ਸੋ ਉਹ ਜਿਹੜਾ ਫੁਰਨਾ ਸੀ ਭਾਈ ਗੋਪਾਲਾ ਦੇ ਮਨ 'ਚ, ਉਹ ਮਹਾਰਾਜ ਨੇ ਇੱਕ ਤਰ੍ਹਾਂ ਦਾ ਇਮਤਿਹਾਨ ਉਹਨਾਂ ਨੂੰ ਦਿੱਤਾ ਸੀ ਕਿ ਬਾਣੀ ਪੜ੍ਹਦੇ ਕਿ ਉਸ ਇਮਤਿਹਾਨ ਤੋਂ ਪਾਰ ਕਰਦੇ ਆ ਨਹੀਂ, ਕਿਉਂਕਿ ਮਹਾਰਾਜ ਦੇ ਮਨ 'ਚ ਇਹ ਸੀ, ਮਹਾਰਾਜ ਤੋਂ ਉਹਨਾਂ ਨੂੰ ਗੁਰਗੱਦੀ ਦੇਣਾ ਚਾਹੁੰਦੇ ਸੀ ਉਹਨਾਂ ਦੀ ਬਾਣੀ ਸੁਣ ਕੇ। ਸੋ ਕਿ ਮਹਾਰਾਜ ਉਹਨਾਂ ਨੂੰ ਇਮਤਿਹਾਨ ਦੇ ਰਹੇ ਸੀ। ਉਸ ਗੱਲ ਦੇ ਉੱਤੇ ਮੈਂ ਤੁਹਾਨੂੰ ਏਦਾਂ ਆਨਸਰ ਕਰਨਾ ਚਾਹਾਂਗਾ ਬਈ ਕਈ ਚੀਜ਼ਾਂ ਨਾ ਧੁਰ ਤੋਂ ਲਿਖੀਆਂ ਆਉਂਦੀਆਂ ਨੇ, ਠੀਕ ਹੈ। ਉਹ ਪਰਮੇਸ਼ਵਰ ਦਾ ਹੁਕਮ ਵੀ ਹੁੰਦਾ, ਉਸ ਤਰ੍ਹਾਂ ਹੀ ਹੋਣਾ ਹੁੰਦਾ। ਹੁਣ ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਨੇ, ਹਨਾ, ਉਹ ਚਾਹੁੰਦੇ ਤਾਂ ਕਲਗੀਧਰ ਪਾਤਸ਼ਾਹ ਆਪ ਅਕਾਲ ਪੁਰਖ ਦੇ ਸੁੱਤ ਨੇ, ਮਹਾਰਾਜ ਨੇ ਬਾਣੀ 'ਚ ਵੀ ਲਿਖਿਆ ਵੀ ਉਹਨਾਂ ਦੇ ਪੁੱਤਰ ਆ, ਚਾਹੁਣ ਤੇ ਮਹਾਰਾਜ ਆਪਣੇ ਪੁੱਤਰਾਂ ਨੂੰ ਬਚਾ ਸਕਦੇ ਨੇ। ਪਰ ਕੁਛ ਨਾ, ਇੱਕ ਲੌਕਿਕ ਮਰਿਆਦਾ ਹੁੰਦੀ, ਇੱਕ ਵੈਦਿਕ ਮਰਿਆਦਾ ਹੁੰਦੀ ਹੈ। ਜਿਹੜੀ ਲੌਕਿਕ ਮਰਿਆਦਾ ਚਲਦੀ ਆ ਰਹੀ ਹੈ, ਉਹ ਫੋਲੋ ਕਰਨੀ ਪੈਂਦੀ। ਸੋ ਗੁਰੂ ਸਾਹਿਬ ਮਹਾਰਾਜ ਜੋ ਗੁਰਤਾ ਗੱਡੀ ਤੋਂ ਉੱਠਣ ਲੱਗੇ ਸੀਗੇ, ਉਹ ਗੁਰਬਾਣੀ ਦੇ ਸਤਿਕਾਰ ਕਰਕੇ ਉੱਠਣ ਲੱਗੇ ਸੀਗੇ। ਪਰ ਜੋ ਪਰਮੇਸ਼ਵਰ ਨੇ ਧੁਰ ਤੋਂ ਮੱਥੇ ਤੇ ਲੇਖ ਲਿਖੇ ਹੋਏ ਨੇ, ਉਹ ਭਾਈ ਗੋਪਾਲੇ ਦੇ ਮਨ 'ਚ ਸੀਗਾ ਵੀ ਕੋਈ ਫੁਰਨਾ ਆਉਣਾ, ਉਹ ਲੇਖ ਵੀ ਨਹੀਂ ਮਿਟਿਆ ਜਾ ਸਕਦਾ। ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਦੱਖਣੀ ਓਂਕਾਰ ਦੇ ਅੰਦਰ, ਲੇਖ ਨਾ ਮਿਟਈ ਹੈ ਸਕੀ ਜੋ ਲਿਖਿਆ ਤੁਰ ਕਰਤਾਰ। ਜਿਹੜਾ ਕਰਤਾਰ ਨੇ ਲੇਖ ਮੱਥੇ ਤੇ ਲਿਖਿਆ, ਉਹ ਮਿਟ ਨਹੀਂ ਸਕਦਾ, ਉਹ ਲੇਖ ਵੀ ਝੜ ਰਿਹਾ ਸੀਗਾ। ਤੇ ਜਿਹੜੇ ਗੁਰੂ ਸਾਹਿਬ ਮਹਾਰਾਜ ਉੱਠਣ ਲੱਗੇ ਸੀਗੇ, ਉਹ ਗੁਰਬਾਣੀ ਦੇ ਸਤਿਕਾਰ ਨੂੰ, ਪਰ ਉਹਦੇ ਜਿਹੜੇ ਲੇਖ ਵੀ ਝੜ ਰਹੇ ਸੀਗੇ, ਉਹ ਉਦਾਂ ਹੀ ਭੋਗਣਾ ਪੈਂਦਾ ਹੈ। ਤੇ ਜਿਹੜੇ ਕਰਮ ਨੇ, ਉਹ ਕੱਟਣੇ ਹੀ ਪੈਂਦੇ ਨੇ। ਕਰਮ 3 ਤਰ੍ਹਾਂ ਦੇ ਨੇ, ਉਹਦੀ ਫਿਲਾਸਫੀ 'ਚ ਮੈਂ ਡੀਪ ਨਹੀਂ ਜਾਂਦਾ। ਤੇ ਉਹ ਸੰਚਿਤਮਾਨ ਕਰਮ, ਤੇ ਇੱਕ ਜਿਹੜੇ ਅਸੀਂ ਭੋਗ ਰਹੇ ਹਾਂ ਕਿਰਿਆਮਾਨ ਕਰਮ, ਠੀਕ ਹੈ, ਉਹ ਨੇ ਕਰਮ। ਤੇ ਤੀਸਰੇ ਨੰਬਰ ਦੇ ਉੱਤੇ ਹੁੰਦੇ ਨੇ ਪ੍ਰਾਸ਼ਚਿਤ ਕਰਮ, ਜਿਨ੍ਹਾਂ ਦੇ ਉੱਤੇ ਅਸੀਂ ਕਈ ਵਾਰੀ ਮਾਫੀ ਮੰਗਦੇ ਹਾਂ, ਹਨਾ। ਇੱਕ ਨੈਤਿਕ ਕਰਮ, ਨਿੱਤ ਦੇ ਕਰਮ, ਜਿਵੇਂ ਅਸੀਂ ਗੁਰਬਾਣੀ ਪੜ੍ਹਨੀ, ਤੇ ਉਹ ਕਰਮਾਂ 'ਚੋਂ ਜਿਹੜੀ ਵੀ ਚੀਜ਼ ਅੱਗੇ ਆ ਜਾਏਗੀ, ਜਿਵੇਂ ਤਰਲੋਚਨ ਜੀ ਦਾ ਸ਼ਬਦ ਹੈ, ਨਾਰਾਇਣ ਨਿੰਦਸ ਕਾਹੇ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ। ਬਈ ਜਿਹੜਾ ਚੰਗਾ ਤੇ ਮਾੜਾ ਕਰਮ ਹੈ, ਬਈ ਤੂੰ ਕਾਹਤੇ ਪਰਮੇਸ਼ਵਰ ਨੂੰ ਨਿੰਦਦੀ ਹੈ, ਉਹਦਾ ਫਲ ਤੈਨੂੰ ਮਿਲ ਰਿਹਾ, ਤੇ ਉਹ ਕਰਮ ਬੰਦੇ ਨੂੰ ਭੋਗਣਾ ਹੀ ਪੈਂਦਾ। ਤੇ ਇਸ ਦੇ ਉੱਤੇ ਵੀ ਇਤਿਹਾਸ ਦੇ ਅੰਦਰ 2 ਸਾਖੀਆਂ ਨੇ। ਇੱਕ ਅਮੀਰ ਦੀਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਉਂਦੇ ਨੇ, ਤੇ ਉਹ ਕਹਿੰਦੇ ਨੇ, ਮਹਾਰਾਜ ਵੀ ਜੇ ਅਸੀਂ ਤੁਹਾਡੇ ਕੋਲ ਆ ਕੇ ਕਰਮ ਹੀ ਨਹੀਂ ਮਿਟਣੇ ਤਾਂ ਫਾਇਦਾ ਕਾਹਦਾ ਹੋਇਆ? what is the use that we come to you and ਜਿਹੜੇ ਕਰਮ ਸਾਡੇ ਮੱਥੇ ਤੇ ਲਿਖੇ that not going to erase, what is the use coming to you? ਤੇ ਗੁਰੂ ਸਾਹਿਬ ਮਹਾਰਾਜ ਭਾਈ ਨੰਦ ਲਾਲ ਜੀ ਨੂੰ ਕਹਿੰਦੇ ਨੇ ਕਿ ਮੇਰੀ ਰਬਰ ਸਟੈਂਪ ਲੈ ਕੇ ਆਓ ਅੰਦਰੋਂ ਤੋਸ਼ੇ ਖਾਨੇ ਚੋਂ। ਜਦੋਂ ਸਟੈਂਪ ਲੈ ਕੇ ਆਉਂਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਭਾਈ ਅਮੀਰ ਦੀਨ ਜੀ ਨੂੰ, ਆਪ ਪੜ੍ਹ ਕੇ ਦਿਖਾਓ, what is written on this rubber stamp? ਉਹ ਕਹਿੰਦਾ, I am not able to read that the alphabets are reversed. ਤੇ ਗੁਰੂ ਸਾਹਿਬ ਮਹਾਰਾਜ ਨੂੰ ਸ਼ਾਹੀ 'ਚ ਡੁਬੋ ਕੇ ਡਿਪ ਇਨ ਦਾ ਇੰਕ ਔਰ ਪੇਪਰ ਦੇ ਉੱਤੇ ਲਾ ਕੇ ਉਹਨੂੰ ਦਿਖਾਉਂਦੇ ਨੇ, now are you able to read? ਉਹ ਕਹਿੰਦਾ, yes, it's your signature. ਗੁਰੂ ਸਾਹਿਬ ਕਹਿੰਦੇ, this is the reason why you guys come to ਗੁਰੂ। ਕਿ ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ, ਅਸੀਂ ਮੱਥਾ ਟੇਕਦੇ ਹਾਂ, ਸਾਡੇ ਕਰਮ ਪੁੱਠੇ ਹੁੰਦੇ ਨੇ ਤੇ ਉਹ ਸਿੱਧੇ ਹੋ ਜਾਂਦੇ ਨੇ ਗੁਰੂ ਦੇ ਕੋਲ ਆ ਕੇ। ਮੱਥਾ ਟੇਕਣ ਦੇ ਨਾਲ ਸਾਡੇ ਪੁੱਠੇ ਕਰਮ ਸਿੱਧੇ ਹੋ ਜਾਂਦੇ ਨੇ। This is the rubber stamp which I dipped it. You are not able to read that. When I dipped in the ink and I put it on the cloth or on the paper, and you are able to read that it's my signature. What is the reason of that? You are able to read. Now the words are in correct order. ਤੁਸੀਂ ਮੇਰੇ ਸਿਗਨੇਚਰ ਸਿੱਧੇ ਦੇਖ ਲਏ। ਤਾਂ ਜਿਹੜੇ ਅਸੀਂ ਗੁਰੂ ਕੋਲ ਜਾਂਦੇ ਹਾਂ, ਸਾਡੇ ਕਰਮ ਪੁੱਠੇ ਤੋਂ ਸਿੱਧੇ ਹੋ ਜਾਂਦੇ ਨੇ। ਤੁਹਾਡੇ ਕੁਐਸਚਨ ਦਾ ਆਨਸਰ ਹੈ ਵੀ ਜਿਹੜੇ ਗੁਰੂ ਕੋਲ ਭਾਈ ਗੋਪਾਲਾ ਜੀ ਆਏ ਸੀਗੇ, ਉਹ ਕਰਮ ਸੀਗਾ ਵਿਚੜ ਗਿਆ, ਪਰ ਗੁਰੂ ਨੇ ਆਪਣੀ ਲੌਕਿਕ ਮਰਿਆਦਾ ਨੂੰ ਨਿਭਾਇਆ ਵੀ ਗੁਰਬਾਣੀ ਦਾ ਸਤਿਕਾਰ ਨਹੀਂ ਛੱਡਿਆ। ਗੁਰਬਾਣੀ ਦੇ ਕਰਕੇ ਗੁਰਤਾ ਗੱਦੀ ਨੇਮ ਬਦਲ ਦਿੱਤਾ। ਗੁਰਤਾ ਗੱਦੀ ਗੁਰੂ ਹਰਿਰਾਏ ਸਾਹਿਬ ਨੂੰ ਮਿਲਣੀ ਹੈ, ਪਰ ਗੁਰਬਾਣੀ ਦਾ ਸਤਿਕਾਰ ਉਸ ਤੋਂ ਵੀ ਉੱਤੇ ਹੈ ਵੀ ਜੋ ਕੋਈ ਸਿੱਖ ਸ਼ੁੱਧ ਬਾਣੀ ਸਿਖਾ ਰਿਹਾ, ਉਹਨੂੰ ਗੁਰਤਾ ਗੱਦੀ ਦੇਣੀ। ਓਕੇ, ਤੇ ਉਹਦੇ ਬਾਅਦ ਮਤਲਬ ਥੋੜਾ ਜਿਹਾ ਮੈਂ ਚਾਹੁੰਦਾ ਡੀਪ ਵੀ ਜਾ ਸਕਦੇ ਸੀ, ਪਰ ਟਾਈਮ ਥੋੜਾ ਬਾਬੂ ਹੋ ਰਿਹਾ। Anybody else for the question? Did any group get to discuss the Baba Atal Rai Ji Sakhi by any chance? Yeah, ਕਿਸੇ ਨੇ ਉਹ ਕੀਤੀ ਹੋਏ ਤਾਂ ਹਾਂਜੀ, ਭਾਈ ਸਾਹਿਬ ਜੀ, that was our group. Essentially, ਜਿਹੜੇ ਸਿੱਖਿਆ ਅਸੀਂ discuss ਕੀਤੇ, it was basically that ਬਾਬਾ ਅਟਲ ਰਾਏ ਨੇ ਉਹਦੇ ਦੋਸਤ ਨੂੰ ਫਿਰ ਵੀ ਜੀਵਨ ਬਖਸ਼ਿਆ, ਪਰ ਉਹ basically the lesson is though that everyone, when Guru Hargobind Sahib Ji found out about that, or obviously Antarjami si, but when he was told about it, Guru Hargobind Sahib Ji basically said that everyone has to die at some point. No matter what you're going to do,
everyone, you know, on this earth, so everyone's Sarid is going to fail. Yeah. So that's one point. And then the other was that, you know, ਭਾਵੇਂ ਰਿਧੀਆ ਸਿੱਧੀਆ ਕਰ ਸਕਦੇ, but you shouldn't do it just for show and without any purpose. And that is, you know, what Baba Talarai had done in, you know, giving life to his friend Mohan, I think his name was. ਬਿਲਕੁਲ ਠੀਕ ਹੈ ਜੀ, ਭਾਈ ਮੋਹਨ ਜੀ, ਬਿਲਕੁਲ ਠੀਕ ਹੈ। Hanji. So because of that, you know, we should also learn that, you know, that was another principle, that, you know, miracles aren't done just for show off, which is what Ram Rai did as well, and why Guru Har Rai Sahib Ji, you know, ਪੰਥ ਤੋਂ ਕੱਢਿਆ basically. ਕਿਹਨਾਂ ਨੂੰ ਕਿੱਦਾਂ? Ram Rai. ਹਾਂਜੀ ਹਾਂਜੀ ਹਾਂਜੀ, ਠੀਕ ਹੈ। Hanji. If I could just jump in, and the importance of staying within Maharaj's hukam and Pana Mandana, it's basically the same. If someone passes, even if you have the power to bring them back to life, at the end of the day, it's Maharaj's decision to give life and take life. Exactly. Interestingly, I want to connect the other Sakhi that Simrit Penji just asked about. Basically, when the Mai came to Guru Har Gobind Sahib Ji, they were about to bless them with one child, and they were going to write an ik on the paper. Jado likhan lage, koda bimar gaya, the koda like lifted his leg, made a move, and the ik turned into a 7, because they're very alike. When we see the numbers in Gurmukhi, the ik is, I don't know if I can draw, but it's like this. Sat is like this. So very close. So then the ik turned into a 7, and then like history states that they did have 7 children. ਉਹਨਾਂ ਦਾ ਨਾਮ ਮਾਤਾ ਸੁਲੱਖਣੀ ਜੀ ਸੀਗਾ, ਤੇ ਮਾਤਾ ਸੁਲੱਖਣੀ ਜੀ, ਮੈਂ ਇਸ ਤੋਂ ਜੋ ਵੀਰ ਜੀ ਨੇ ਵੈਸੇ ਬਿਲਕੁਲ ਨਾਟਸ਼ੈਲ ਦੇ ਅੰਦਰ ਬਿਲਕੁਲ ਇਤਿਹਾਸ ਦੱਸਦਾ, ਪਰ ਮੈਂ ਥੋੜਾ ਜਿਹਾ ਉਸਦੀ ਸ਼੍ਰੀ ਸੂਰਜ ਪ੍ਰਕਾਸ਼ ਗ੍ਰੰਥ ਉੱਤੇ ਲਾਈਟ ਪਾਦਾ ਮਾੜੀ ਜੀ। ਬੀਬੀ ਸੁਲੱਖਣੀ ਜੀ ਨਾ ਪਹਿਲਾਂ ਸਾਰੇ ਪੀਰਾਂ ਕੋਲ ਚਲੀ ਗਈ। ਸ਼ੀ ਯੂਜ਼ਡ ਟੂ ਗੋ ਟੂ ਆਲ ਮੁਸਲਿਮ ਪੀਰ ਕਿ ਮੈਨੂੰ ਪੁੱਤਰ ਦੀ ਦਾਤ ਮਿਲ ਜੇ। ਪਰ ਜਦੋਂ ਉਹ ਗੁਰੂ ਹਰਗੋਬਿੰਦ ਸਾਹਿਬ ਕੋਲ ਫਸਟ ਟਾਈਮ ਆਈ, ਗੁਰੂ ਹਰਗੋਬਿੰਦ ਸਾਹਿਬ ਨੇ ਕਹਿ ਦਿੱਤਾ ਵੀ ਬੀਬੀ ਤੇਰੇ ਮੱਥੇ ਤੇ ਪੁੱਤਰ ਦੀ ਦਾਤ ਹੀ ਨਹੀਂ ਲਿਖੀ ਹੋਈ। There is no line of to get that you are going to be giving a birth to a child. ਤੇਰੇ ਕੋਲ ਉਹ ਲਕੀਰ ਹੀ ਨਹੀਂ ਹੈਗੀ ਮੱਥੇ ਤੇ। ਤੇ ਜਦੋਂ ਬੀਬੀ ਨਿਰਾਸ਼ ਹੋ ਕੇ ਵਾਪਸ ਜਾ ਰਹੀ ਸੀ, she was disappointed and getting back, ਉਹਨੂੰ ਬਾਬਾ ਬਿਧੀ ਚੰਦ ਰਸਤੇ 'ਚ ਮਿਲੇ। ਬਾਬੇ ਬਿਧੀ ਚੰਦ ਕਿਆ ਨੇ ਕਿਹਾ ਵੀ why are you sad? ਉਹਨੇ ਕਿਹਾ ਵੀ ਮੇਰੇ ਮੱਥੇ ਤੇ ਪੁੱਤਰ ਦੀ ਲੇਖ ਨਹੀਂ ਹੈ। ਤੇ ਬਾਬਾ ਬਿਧੀ ਚੰਦ ਨੇ ਉਸ ਟਾਈਮ ਕਿਹਾ ਵੀ ਮੱਥੇ ਤੇ ਲੇਖ ਵੀ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਲਿਖਣੇ ਨੇ, ਉਹ ਕਿਸੇ ਹੋਰ ਨੇ ਥੋੜੀ ਲਿਖਣੇ ਨੇ। ਤੇ ਬੀਬੀ ਫਟਾਫਟ ਇੱਕ ਕੱਪੜਾ ਲੈ ਕੇ, ਕਿਉਂਕਿ ਤਦ ਪੇਪਰ ਤਾਂ ਹੁੰਦਾ ਨਹੀਂ ਸੀ, ਤੇ ਉਹ ਕਈਆਂ ਨੇ ਪੱਤਾ ਲਿਖਿਆ, ਪੱਤਾ ਲੈ ਕੇ ਸ਼ਾਹੀ ਤੇ ਦੁਆਤ ਲੈ ਕੇ ਮਹਾਰਾਜ ਦੇ ਘੋੜੇ ਦੇ ਮੂਹਰੇ ਆ ਜਾਂਦੀ ਹੈ ਤੇ ਕਹਿੰਦੀ ਆ, ਮਹਾਰਾਜ ਜੀ, ਮਾਤਾ ਸੁਲੱਖਣੀ ਜੀ who has married to no that is different, I'll explain that। ਤੇ ਉਹ ਫਿਰ ਜਦੋਂ ਪਾਤਸ਼ਾਹ ਕੋਲ ਆਂਦੀ ਹੈ ਤੇ ਮਹਾਰਾਜ ਜੀ ਨੂੰ ਕਹਿੰਦੀ ਹੈ, ਮਹਾਰਾਜ ਪੁੱਤਰ ਦੀ ਦਾਤ ਤੁਸੀਂ ਦੇਣੀ ਹੈ, ਮੱਥੇ ਤੇ ਲੇਖ ਤੁਸੀਂ ਲਿਖਣੇ ਨੇ। ਤੇ ਉਹ ਲੇਖ ਲਿਖ ਕੇ ਮਹਾਰਾਜ ਕਹਿੰਦੇ ਨੇ ਏਕਾ ਪਾਣ ਲੱਗਦੇ ਨੇ, ਜਿਵੇਂ ਭਾਈ ਸਾਹਿਬ ਨੇ ਦੱਸਿਆ, ਘੋੜਾ ਆਪਣਾ ਅੱਡੀ ਹਿਲਾ ਦਿੰਦਾ ਤੇ ਉਹ ਅੱਡੀ ਹਿਲਾ ਕੇ ਉਹ ਏਕੇ ਦਾ, ਜਿਵੇਂ ਤੁਸੀਂ ਪੰਜਾਬੀ ਦੇ ਅੰਦਰ ਆਪਾਂ ਏਕਾ ਏਦਾਂ ਲਿਖਦੇ ਹਾਂ ਹਨਾ, ਤੇ ਉਹ ਏਕੇ ਦਾ ਸੱਤਾ ਪੈ ਜਾਂਦਾ। ਜਦੋਂ ਗੁਰਮੁਖੀ ਦੇ ਨਾਲ ਸੱਤਾ ਪੈ ਜਾਂਦਾ ਤੇ ਉਹ ਫਿਰ ਉਹਨੂੰ 7 ਪੁੱਤਰਾਂ ਦੀ ਦਾਤ ਮਿਲਦੀ ਹੈ। ਉਹ ਵੀ ਜਿਵੇਂ ਹੁਣੇ ਭਾਈ ਗੋਪਾਲਾ ਦੀ ਸਾਖੀ ਚ ਭਾਈ ਸਿਮਰਤ ਕੌਰ ਜੀ ਪੁੱਛ ਰਹੇ ਸੀਗੇ, ਉਹ ਵੀ ਗੁਰੂ ਦਾ ਹੁਕਮ ਹੀ ਸੀਗਾ ਵੀ ਉਹਨੂੰ 7 ਪੁੱਤਰ ਮਿਲਣੇ ਸੀਗੇ, ਉਹ ਵੀ ਗੁਰੂ ਦੇ ਹੁਕਮ ਵਿੱਚ ਸੀਗਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਘੋੜਾ ਵੱਡਾ ਹੋ ਗਿਆ ਤੇ ਗੁਰੂ ਦੇ ਉੱਤੇ ਘੋੜੇ ਦੀ ਮਤਲਬ ਚੱਲੀ, ਉਹ ਵੀ ਗੁਰੂ ਦਾ ਹੁਕਮ ਹੀ ਹੁੰਦਾ ਕਿ ਉਹਨੂੰ 7 ਪੁੱਤਰ ਮਿਲਣੇ ਸੀਗੇ। ਗੁਰੂ ਨੇ ਆਪਣੀ ਵਡਿਆਈ, ਆਪਣੇ ਬਿਰਦ ਦਿਖਾਣਾ, ਕਿ ਪਰਮੇਸ਼ਰ ਦਾ ਬਿਰਦ ਹੈ ਨਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸਵਾਮੀ ਸੰਦਾ, ਵੀ ਜਿਹੜਾ ਵੀ ਉਹਦੇ ਘਰ ਚ ਆ ਗਿਆ ਪਰਮਾਤਮਾ ਨੇ ਉਹਨੂੰ ਗੱਲ ਨਾਲ ਲਾ ਲੈ। ਉਹਨੇ ਨਹੀਂ ਦੇਖਣਾ ਵੀ ਕਿੱਡਾ ਗਨਕਾ ਹੈ, ਪਾਪ ਕਰਦੀ ਸੀ, she used to be a prostitute, she used to sell her body। ਰੱਬ ਨੇ ਨਹੀਂ ਆ ਚੀਜ਼ ਦੇਖਣੀ। ਰੱਬ ਨੇ ਨਹੀਂ ਦੇਖਣਾ ਬਈ ਸੁਦਾਮਾ ਗਰੀਬ ਹੈ ਕਿ ਮੈਂ ਉਹਨੂੰ ਬਖਸ਼ਣਾ ਹੈ ਕਿ ਨਹੀਂ। ਰੱਬ ਨੇ ਨਹੀਂ ਦੇਖਣਾ ਵੀ ਧਰੂ ਨੂੰ ਭਗਤੀ ਨਹੀਂ ਆਉਂਦੀ, ਉਹਦੇ 5 ਸਾਲ ਦਾ ਬੱਚਾ ਹੈ। God is not going to check anything, he is just ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰੂ ਸਰਬ ਨਿਧਾਨ ਦਾਨ ਦੇ। ਤੇਰੀ ਹਲਕੀ ਜੀ ਭਾਵਨਾ ਦੇ ਉੱਤੇ ਗੁਰੂ ਨੇ ਰੀਝ ਜਾਣਾ ਤੇ ਤੈਨੂੰ ਸਾਰੇ ਖਜ਼ਾਨਿਆਂ ਦੀ ਚਾਬੀ ਦੇ ਦੇ। ਓਕੇ, ਆਈ ਗੈਸ ਬਹੁਤ ਵਧੀਆ ਤੁਸੀਂ ਲੋਕ ਸਾਖੀਆਂ ਸਾਰਿਆਂ ਨੇ ਡਿਸਕਸ ਕੀਤੀਆਂ। ਓਕੇ, ਐਨੀਵਨ ਐਲਸ, ਕਿਸੇ ਦੇ ਕੋਈ ਸਾਖੀ ਦੇ ਅੰਦਰ ਕੋਈ ਡਾਊਟ ਹੋਵੇ ਆਪਾਂ ਕਲੀਅਰ ਕਰ ਸਕੀਏ, ਔਰ ਇਟ ਇਜ਼ ਕਲੀਅਰ ਟੂ ਐਵਰੀਵਨ।
There is one question in the chat box, I guess. Can you share about Mata Kaula ji? Yes, Simrit Kaur ji want to know about Mata Kaula ji, I guess. Okay, can you want to say something about the history, or should I go through it? Actually ਅਸੀਂ ਉਹ ਸਾਕੀ ਡਿਸਕਸ ਨਹੀਂ ਕੀਤੀ ਸੀ ਨਾ, ਮੈਨੂੰ ਉਹਦੇ ਬਾਰੇ ਕੁਝ ਜ਼ਿਆਦਾ ਪਤਾ ਹੈ, ਸੋ ਤਾਂ ਤੁਸੀਂ ਉਹਦੇ ਬਾਰੇ ਦੱਸ ਸਕਦੇ ਹੋ। ਹਾਂਜੀ, ਮਾਤਾ ਮੈਂ ਬਿਲਕੁਲ ਨਟਸ਼ੈਲ ਚ ਕਰਾਂਗਾ ਬਿਕੋਜ਼ ਰਹਿਰਾ ਸਾਹਿਬ ਦਾ ਵੀ ਤੁਹਾਡਾ ਟਾਈਮ ਹੋ ਰਿਹਾ, ਆਪਾਂ 2 ਮਿੰਟ ਬਿਲਕੁਲ ਨਟਸ਼ੈਲ ਚਲਾਂਗੇ। ਮਾਤਾ ਕੌਲਾਂ ਜੀ ਭਾਈ ਸਾਹਿਬ ਨੇ ਜਿਵੇਂ ਜਿੱਦਾਂ ਦੱਸਿਆ ਕਾਜ਼ੀ ਰੁਸਤਮ ਖਾਨ ਦੀ ਬੇਟੀ ਸੀਗੀ, ਤੇ ਉਹ ਆਪਣੀ ਬੇਟੀ ਦੇ ਉੱਤੇ ਬਹੁਤ ਜ਼ੁਲਮ ਕਰਦਾ ਸੀਗਾ, ਤੇ ਹੀ ਯੂਜ਼ਡ ਟੂ ਸਕੋਲਡ ਹਰ, ਹੀ ਯੂਜ਼ਡ ਟੂ ਬੀਟ ਹਰ, ਤੇ ਬਹੁਤ ਜ਼ੁਲਮ ਕਰਨ ਤੋਂ ਬਾਅਦ ਉਹ ਗੁਰੂ ਸਾਹਿਬ ਮਹਾਰਾਜ ਨੂੰ ਰੋਜ਼ ਚਿੱਠੀਆਂ ਲਿਖਦੀ ਸੀ ਆਪਣੇ ਪ੍ਰੇਮ ਦੇ ਨਾਲ, ਮਨ ਤੋਂ, ਪਰ ਦੇਣ ਕੋਈ ਜਾ ਨਹੀਂ ਸਕਦਾ ਸੀ, ਕਿਉਂਕਿ ਉਹਨੇ 100 ਜਨਮ ਭਗਤੀ ਕੀਤੀ ਸੀ ਕਿ ਪ੍ਰਮਾਤਮਾ ਮੈਨੂੰ ਰੱਬ ਰੂਪ ਦੇ ਅੰਦਰ ਮੇਰਾ ਪਤੀ ਬਣ ਕੇ ਆਵੇ, ਜਿੱਦਾਂ ਹਰ ਬੰਦੇ ਦੀ ਭਾਵਨਾ ਹੁੰਦੀ ਹੈ। ਜਿਵੇਂ ਧਰੂ ਨੇ ਕਿਹਾ ਪ੍ਰਮਾਤਮਾ ਮੇਰਾ ਪਿਓ ਬਣ ਕੇ ਆਵੇ ਤੇ ਮੈਨੂੰ ਰਾਜ ਦੇਵੇ, ਠੀਕ ਹੈ। ਪ੍ਰਹਿਲਾਦ ਨੇ ਭਗਤੀ ਕੀਤੀ ਬਈ ਪ੍ਰਮਾਤਮਾ ਜਿਹੜਾ ਹੈ ਉਹ ਮੇਰੇ ਸਾਹਮਣੇ ਪ੍ਰਗਟ ਹੋਵੇ ਤੇ ਮੇਰੇ ਪਿਓ ਹਰਨਾਕਸ਼ ਨੂੰ ਉਹਦਾ ਹੰਕਾਰ ਤੋੜੇ। ਤੇ ਮਾਤਾ ਕੌਲਾਂ ਜੀ ਦੀ ਭਾਵਨਾ ਸੀਗੀ, ਜਿਵੇਂ ਅਲੱਗ-ਅਲੱਗ ਬੰਦੇ ਦੀ ਅਲੱਗ-ਅਲੱਗ ਭਾਵਨਾ ਹੈ, ਉਸ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੈ। ਜਿਵੇਂ ਮਾਤਾ ਸਾਹਿਬ ਦੇਵਾਂ ਦੀ ਭਾਵਨਾ ਸੀ, ਕਲਗੀਧਰ ਪਾਤਸ਼ਾਹ ਮੇਰੇ ਪਿਤਾ ਨੇ, ਭਾਈ ਦਇਆ ਸਿੰਘ ਭਾਈ ਧਰਮ ਸਿੰਘ ਦੀ ਭਾਵਨਾ ਸੀ ਬਈ ਸਾਡੇ ਪਿਤਾ ਗੁਰਦੇਵ ਗੁਰੂ ਗੋਬਿੰਦ ਸਿੰਘ ਨੇ ਬਾਕੀ ਸਾਰੀ ਦੁਨੀਆ ਨੂੰ ਛੋੜ ਆਏ ਸੀਗੇ। ਸੋ ਸਭ ਦੀ ਅੱਡ-ਅੱਡ ਭਾਵਨਾ ਹੈ। ਮਾਤਾ ਕੌਲਾਂ ਦੀ ਭਾਵਨਾ ਸੀ ਵੀ ਪ੍ਰਮਾਤਮਾ ਮੇਰਾ ਪਤੀ ਬਣੇ, 100 ਜਨਮ ਤਪ ਕੀਤਾ। ਤੇ ਜਸਟ ਮੈਂ ਬਿਲਕੁਲ ਟਰਾਈ ਟੂ ਨਟਸ਼ੈਲ ਕਰ ਰਿਹਾ, ਬਹੁਤ ਵੱਡੀ ਸਾਖੀ ਹੈ। ਤੇ ਉਹਦੇ ਪਿਤਾ ਜੀ ਨੇ ਇੱਕ ਘੋੜਾ, ਜੋ ਕਿ ਭਾਈ ਸਾਹਿਬ ਨੇ ਪਹਿਲਾਂ ਦੱਸਿਆ, ਇੱਕ ਘੋੜਾ ਸੀਗਾ, ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟਾ ਹੋਣਾ ਸੀ ਕਾਬਲ ਤੋਂ, ਪਰ ਕਿਸੇ ਨੇ ਰਸਤੇ 'ਚ ਖੋਹ ਲਿਆ ਸੀਗਾ, somebody stole and give it to ਬਾਦਸ਼ਾਹ ਜਹਾਂਗੀਰ। ਪਰ ਉਹ ਘੋੜਾ ਗੁਰੂ ਸਾਹਿਬ ਸਭ ਤੋਂ ਉੱਤੇ ਪਹਿਲਾਂ ਚੜਨ, ਉਹ ਸਿੱਖ ਦਾ ਫੁਰਨਾ ਸੀਗਾ। ਹੀ ਜਸਟ ਹੀ ਡ੍ਰੀਮ ਦੈਟ ਗੁਰੂ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਉਸ ਘੋੜੇ ਤੇ ਚੜਨ। ਇਸ ਗੱਲ ਨੂੰ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਉਹਦੀ ਪੂਰੀ ਕਰਨ ਲਈ ਘੋੜਾ ਬਿਮਾਰ ਹੋ ਗਿਆ। ਉਹ ਸ਼ਾਹਜਹਾਨ ਦੇ ਮਤਲਬ ਅਸਤਬਲ 'ਚ ਸੀਗਾ, ਵੇਰ ਉਹ ਸਾਰੇ ਘੋੜੇ ਬੰਨੇ ਹੋਏ ਸੀ, ਪਰ ਉਹ ਬਿਮਾਰ ਸੀ, ਉਸ ਤੇ ਬਾਦਸ਼ਾਹ ਚੜਿਆ ਨਹੀਂ। ਬਾਦਸ਼ਾਹ ਨੇ ਰੁਸਤਮ ਖਾਨ ਨੂੰ, ਮਾਤਾ ਕੌਲਾਂ ਦੇ ਪਿਤਾ ਨੂੰ, ਘੋੜਾ ਫ੍ਰੀ ਦੇ ਦਿੱਤਾ ਵੀ ਤੂੰ ਰੱਖ ਲੈ। ਉਹਨੇ ਸੋਚਿਆ ਵੀ ਉਹ ਰੋਜ਼ ਆਪਣੇ ਜਦੋਂ ਘਰ ਜਾਂਦਾ ਸੀ, ਗੁਰੂ ਹਰਗੋਬਿੰਦ ਸਾਹਿਬ ਦਾ ਘਰ ਤੋਂ ਮਤਲਬ ਜਿੱਥੇ ਤੰਬੂ ਲੱਗਿਆ ਹੁੰਦਾ ਸੀ, ਢਾਡੀ ਵਾਰਾਂ ਹੁੰਦੀਆਂ ਸੀ, ਉਹਨੇ ਕਿਹਾ ਇਹਨਾਂ ਕੋਲ ਘੋੜੇ ਆ, ਮੈਂ ਇਹਨਾਂ ਨੂੰ ਵੇਚ ਦਿੰਦਾ। ਉਹ ਘੋੜਾ ਮਹਾਰਾਜ ਨੂੰ ਵੇਚ ਦਿੰਦਾ, ਪਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਹਜੇ ਸਾਡੇ ਕੋਲ ਪੈਸੇ ਨਹੀਂ ਹੈਗੇ, ਜਦੋਂ ਸੰਗਤ ਪੈਸੇ ਦੇਗੀ ਵਿਸਾਖੀ ਦੇ ਜੋੜ ਮੇਲੇ ਤੇ, then we will give it to you। ਭਾਈ ਦਿਲਰਾਜ ਸਿੰਘ ਜੀ ਤੁਸੀਂ ਬਾਅਦ ਚੋਂ ਇੰਗਲਿਸ਼ ਟ੍ਰਾਂਸਲੇਟ ਕਰ ਦਿਓ ਸਾਰਿਆਂ ਨੂੰ। ਤੇ ਉਹ ਜਦੋਂ ਉਹਨੂੰ ਘੋੜਾ ਦੇ ਦਿੰਦੇ ਸੀਗੇ, ਕਾਜ਼ੀ ਰੁਸਤਮ ਖਾਨ ਨੂੰ ਪੈਸੇ ਮਿਲੇ ਨਹੀਂ, ਤੇ ਉਹ ਰੋਜ਼ ਗੁਰੂ ਸਾਹਿਬ ਕੋਲ ਬਾਰ-ਬਾਰ ਮੁੜ ਕੇ ਆਂਦਾ ਸੀ ਵੀ ਪੈਸੇ ਦਿਓ। ਇੱਕ ਦਿਨ ਦੁਪਹਿਰ ਦਾ ਟਾਈਮ ਸੀ, ਗੁਰੂ ਹਰਗੋਬਿੰਦ ਸਾਹਿਬ ਅੰਦਰ ਆਏ ਤੇ ਬਾਬਾ ਬੁੱਢਾ ਜੀ ਬਾਹਰ ਬੈਠੇ ਸੀ ਐਟ ਦ ਡੋਰ, ਤੇ ਉਹ ਕਹਿੰਦਾ ਮੇਰੇ ਪੈਸੇ ਦਿਓ। ਤੇ ਉਹ ਕਹਿੰਦਾ ਵੀ ਜੇ ਮੈਂ ਕਹਿੰਦਾ ਮਹਾਰਾਜ ਸੋ ਰਹੇ ਨੇ, ਮੈਂ ਡਿਸਟਰਬ ਨਹੀਂ ਕਰ ਸਕਦਾ। ਬਾਬਾ ਬੁੱਢਾ ਜੀ ਕਹਿੰਦੇ, ਉਹ ਕਹਿੰਦਾ ਮੈਂ ਜਵਾਈ ਬਣ ਕੇ ਪੈਸੇ ਲੈ ਲਾਂਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਦਰ ਮਤਲਬ ਪਲੰਗ ਤੇ ਵਿਰਾਜਮਾਨ ਨੇ, ਤੇ ਬਾਬਾ ਬੁੱਢਾ ਜੀ ਉਹਨੂੰ ਬੋਲੇ ਤੂੰ ਕੀ ਗੁਰੂ ਘਰ ਦਾ ਜਵਾਈ ਬਣੇਗਾ, ਗੁਰੂ ਸਾਹਿਬ ਤੇਰੇ ਜਵਾਈ ਬਣ ਜਾਣ। ਬ੍ਰਹਮ ਗਿਆਨੀ ਤੋਂ ਸ਼ਬਦ ਨਿਕਲ ਗਏ। ਗੁਰੂ ਹਰਗੋਬਿੰਦ ਸਾਹਿਬ ਅੰਦਰ ਲੇਟੇ ਹੋਏ ਸੀ, ਇੱਕਦਮ ਨੇਤਰ ਖੋਲੇ। ਮਹਾਰਾਜ ਪਲੰਗ ਤੇ ਬੈਠੇ ਸੀ, ਪਲੰਗ ਤੋਂ ਪੈਰ ਥੱਲੇ ਲਟਕਾ ਲਏ, ਤੇ ਮਹਾਰਾਜ ਇੱਕਦਮ ਮਤਲਬ ਚਿੰਤਾਗ੍ਰਸਤ ਜਿਵੇਂ ਹੋ ਗਏ। ਤੇ ਉਹ ਕਾਜੀ ਤੇ ਚਲਾ ਗਿਆ। ਬਾਬਾ ਬੁੱਢਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਅੰਦਰ ਬੁਲਾਇਆ, ਕਿਹਾ ਬਾਬਾ ਜੀ ਇਹ ਕੀ ਤੁਸੀਂ ਬਚਨ ਕਰ ਦਿੱਤਾ, ਅਸੀਂ ਤੇ ਤੁਰਕਣੀ ਨੂੰ ਵਿਆਹ ਨਹੀਂ ਸਕਦੇ। ਕਿਹਾ ਮਹਾਰਾਜ ਮੈਂ ਕੌਣ ਹੁੰਨਾ ਬਚਨ ਕਢਾਉਣ ਵਾਲਾ, ਮੇਰੀ ਰਸਨਾ ਤੇ ਤੁਸੀਂ ਬੈਠੇ ਹੋ। ਮਾਤਾ ਕੌਲਾਂ 100 ਜਨਮ ਤੋਂ ਤਪ ਕਰ ਰਹੀ ਹੈ ਪਰਮੇਸ਼ਵਰ ਪਤੀ ਰੂਪ ਚ ਮਿਲੇ, ਤੇ ਕਲਯੁਗ ਦੇ ਅੰਦਰ ਪਰਮੇਸ਼ਵਰ ਦੀ ਜੋਤ ਹੈ ਕੌਣ ਪੂਰੀ ਧਰਤੀ ਤੇ ਤੁਹਾਡੇ ਇਲਾਵਾ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਕੌਲਾਂ ਜੀ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ ਸੀ, ਤੇ ਇਹਨਾਂ ਦੇ ਘਰ ਰਹੇ। ਤੇ ਉਹਦੇ ਬਾਅਦ ਭਾਈ ਗੁਰਦਾਸ ਜੀ ਦੀ ਵਾਰਾਂ 'ਚ ਵੀ ਲਿਖਿਆ, ਕਈ ਸਿੱਖਾਂ ਨੇ ਨਿੰਦਾ ਵੀ ਕੀਤੀ ਸੀ, ਕੁੱਤੇ ਰੱਖ ਸ਼ਿਕਾਰ ਕਢਾਇਆ। ਕਈਆਂ ਨੇ ਨਿੰਦਾ ਕੀਤੀ ਸੀ ਵੀ ਮਹਾਰਾਜ ਨੇ ਤੁਰਕਣੀ ਦਾ ਸੰਗ ਕਿਉਂ ਲਿਆ। ਪਰ ਬਾਬਾ ਬੁੱਢਾ ਜੀ ਦੇ ਬਚਨ ਪੂਰੇ ਕਰਨ ਦੇ ਲਈ, ਮਾਤਾ ਕੌਲਾਂ ਦੀ 100 ਜਨਮ ਦੀ ਭਗਤੀ ਪੂਰੀ ਕਰਨ ਦੇ ਲਈ ਗੁਰੂ ਸਾਹਿਬ ਨੇ ਉਹਨਾਂ ਦਾ ਸਾਥ ਲਿਆ ਸੀ, ਤੇ ਕੁਵਾਰਾ ਡੋਲਾ ਘਰ 'ਚ ਰੱਖਿਆ। ਉਹੀ ਜੋਤ ਮਾਤਾ ਸਾਹਿਬ ਦੇਵਾਂ 10ਵੇਂ ਪਾਤਸ਼ਾਹ, ਜਿਨ੍ਹਾਂ ਦੇ ਜਦੋਂ 405ਵਾਂ ਚਰਿੱਤਰ ਆਏਗਾ ਨਾ, ਤੁਸੀਂ ਦਸਮ ਗ੍ਰੰਥੀ ਪੜੋਗੇ, ਉਹਦੀ ਕਥਾ ਦੇ ਅੰਦਰ ਆ ਜਾ ਰਾਜੇ ਸਤ ਸੰਤ ਦੀ ਕਥਾ। ਉਹਦੇ ਅੰਦਰ ਅਖੀਰ ਦੇ ਅੰਦਰ ਜਿਹੜੀ ਚੰਡੀ ਕਹਿੰਦੀ ਆ ਵੀ ਮੈਂ ਪਰਮਾਤਮਾ ਤੈਨੂੰ ਵਿਆਹਣਾ ਚਾਹਨੀ ਆ, ਉਹ ਕੱਲ ਗਿਆਨੀ ਜੀ ਨੇ ਕਨਸੈਪਟ ਮਤਲਬ ਖੋਲਣਾ ਚਾਹੁੰਦੇ ਸੀ, ਸਮੇਂ ਦੀ ਘਾਟ ਸੀ। ਤੇ ਉਹ ਪਰਮਾਤਮਾ ਜਿਹੜੀ ਵਿਆਹਣਾ ਚਾਹੁੰਦੀ ਹੈ ਚੰਡੀ, ਉਹ ਵੀ ਉਹੀ ਸ਼ਕਤੀ ਹੈ।
ਉਹੀ ਸ਼ਕਤੀ ਮਾਤਾ ਕੌਲਾਂ ਹੈ, ਉਹੀ ਸ਼ਕਤੀ ਮਾਤਾ ਸਾਹਿਬ ਦੇਵਾ ਜੀ ਨੇ, ਉਹੀ ਸ਼ਕਤੀ ਚੰਡੀ ਭਗੌਤੀ ਜੀ ਨੇ। ਸੋ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਾਤਾ ਕੌਲਾਂ ਜੀ ਨੂੰ ਆਪਣੇ ਗ੍ਰਹਿ ਵਿਖੇ ਰੱਖਿਆ, ਥਾਂ ਦਿੱਤੀ। ਤੇ ਮਾਤਾ ਜਿੱਥੇ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਨਾ, ਬਾਬਾ ਅਟਲ ਰਾਏ ਜੀ ਦੀ ਬਿਲਡਿੰਗ ਹੈ 7 ਮੰਜ਼ਲੀ, ਉਹਦੇ ਬਿਲਕੁਲ ਨਾਲ ਹੀ ਕੌਲਸਰ ਦਾ ਸਰੋਵਰ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਵਰ ਵੀ ਦਿੱਤਾ ਸੀ ਵੀ ਜਿਹੜਾ ਰਾਮਸਰ ਉਹ ਸਭ ਇੱਕ ਹੀ ਰੂਪ ਸਨ, ਤੁਸੀਂ ਕਹਿ ਰਹੇ ਹੋ ਹਾਂਜੀ। ਤੇ ਉਹ ਬਾਬਾ ਕੌਲਸਰ ਜਿਹੜਾ ਸਰੋਵਰ ਸੀ ਉਹਨੂੰ ਵੀ ਮਹਾਰਾਜ ਨੇ ਵਰ ਦਿੱਤਾ ਸੀ। ਤੇ ਉਹ ਇੱਕੋ ਰੂਪ ਸਨ ਹੈ ਤੁਹਾਡਾ ਕੁਐਸਚਨ ਹੈ। ਅਸੀਂ ਸਾਰੇ ਇੱਕੋ ਰੂਪ ਹਾਂ। ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮੋਹੋਏ, ਜਿਤ ਕਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ। ਅਸੀਂ ਸਾਰੇ ਇੱਕੋ ਜੋਤ ਹੀ ਹਾਂ, ਬਸ ਇਹ ਕਿ ਅਸੀਂ ਭੁੱਲੇ ਹੋਏ ਹਾਂ। ਉਸ ਕਰਕੇ ਮੈਂ ਜੀਵ ਹਾਂ, ਭਗਵਾਨ ਕ੍ਰਿਸ਼ਨ ਪਰਮਾਤਮਾ ਨੇ, ਤੇ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਹੈ, ਪਰ ਸਾਡੇ ਸਭ ਦੇ ਅੰਦਰ ਜੋਤ ਇੱਕੋ ਹੀ ਹੈ। ਹਾਂਜੀ, ਉਹ ਤੁਹਾਡਾ ਜਿਹੜਾ ਕੁਐਸਚਨ ਸਥੂਲ ਰੂਪ ਦੇ ਅੰਦਰ ਉਹਦਾ ਆਨਸਰ ਇਹੀ ਹੈ ਵੀ ਜੋਤ ਇੱਕੋ ਹੀ ਵਰਤਦੀ ਹੈ ਸਾਰਿਆਂ ਦੇ ਅੰਦਰ। This is just final because its time is leading up. So I'll go over the Sakhi in English in brief form. Basically, when the Kode were brought, the Qazi that had taken Mata Kaulan Ji would return for the money for those Kode regularly, right? So the specific instance that Paisa referred to was one time Maharaj was resting and Baba Buddha Ji was at the door, and Qazi Rustam Khan came and asked for the money. And Baba Buddha Ji was like, I'm not going to disturb Maharaj while they're sleeping. And Rustam Khan said that I'll become Javai and take the money, right? I'll take on that roop. And Baba Buddha Ji was like, no, it's going to be the other way around, right? You're not going to be the Javai. Maharaj is going to be your Javai instead. And when Maharaj, I'm not sure if Maharaj heard this or not, but they got up from their manja a bit worried, and they asked Baba Buddha Ji that, why they said such bachan. And Baba Buddha Ji was like, anything I say is under your hukam, Maharaj. And Mata Kaulan Ji has been meditating for 100 years, asking for God to take on the form of her husband. So the only form of God on earth is you, Maharaj. So you're going to have to fulfill the fall of this bhakti. And then Maharaj rescued Mata Kaulan Ji and then kept them in their own house, as a Kwaradola is basically not necessarily married, but they gave refuge to Mata Kaulan Ji and protected her from Qazi Rustam Khan. I hope that is a sufficient summary. Excellent. Sataji, is there any other questions from the Sangat before we conclude Bhai Sahib Ji's session? Bhai Sahib Ji, koi aakhri vichar? ਨਹੀਂ, ਬਸ ਮੇਰੇ ਵੱਲੋਂ ਤਾਂ ਐਂਡ ਹੈ। ਬਹੁਤ ਸਾਰਿਆਂ ਨੇ ਬਹੁਤ ਵਧੀਆ। ਅੱਜ ਦੇਖੋ ਆਪਾਂ, ਮੈਂ ਇੱਕ ਸਾਰਿਆਂ ਨੂੰ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦਾ ਕਿ ਦੇਖੋ ਅਸੀਂ ਸਾਰਿਆਂ ਨੇ ਸੰਗਤ ਰੂਪ ਦੇ ਅੰਦਰ 8 ਸਾਖੀਆਂ 1 ਘੰਟੇ 'ਚ ਕਰ ਲਈਆਂ। ਤੇ ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ, ਯੂ ਆਰ ਆਲ ਵੈਰੀ ਇੰਟੈਲੀਜੈਂਟ, ਤੁਸੀਂ ਕਰ ਸਕਦੇ ਹੋ, ਤੁਹਾਡੇ ਅੰਦਰ ਸਪਾਰਕ ਹੈਗਾ, ਤੁਹਾਨੂੰ ਇੱਕ ਪਲੇਟਫਾਰਮ ਮਿਲਿਆ ਸਿੱਖੀ ਇੰਸਪਾਇਰ ਦਾ, ਤੇ ਤੁਸੀਂ ਉਹ ਕਰ ਲਿਆ। ਦੇਖੋ ਐਦਾਂ ਦੇ ਮਤਲਬ ਪਲੇਟਫਾਰਮ ਜੇ ਹੋਣਗੇ ਔਰ ਤੁਸੀਂ ਇੰਟਰਸਟ ਸ਼ੋ ਕਰੋਗੇ ਤੇ ਵੀ ਪੀਪਲ ਆਰ ਅਵੇਲੇਬਲ, ਹੈ ਨਾ। ਤੇ ਤੁਸੀਂ ਲੋਕ ਕਿੰਨੀਆਂ 8 ਸਾਖੀਆਂ 1 ਘੰਟੇ 'ਚ ਕਰ ਲਈਆਂ, ਤੁਸੀਂ ਆਪਣੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਲਿਆ। ਤੇ ਤੁਸੀਂ ਸਾਰੇ ਕਰ ਸਕਦੇ ਹੋ, ਨਹੀਂ ਤੁਸੀਂ ਕਰ ਨਹੀਂ ਸਕਦੇ। ਤੁਸੀਂ ਦੇਖੋ ਗਰੁੱਪ ਡਿਸਕਸ਼ਨ 'ਚ ਕਿੰਨਾ ਵਧੀਆ ਪਰਫਾਰਮ ਕਰ ਰਹੇ ਸੀ, ਇੱਕ ਦੂਜੇ ਨੂੰ ਹੈਲਪ ਕਰ ਰਹੇ ਸੀ, ਇੱਕ ਦੂਜੇ ਨੂੰ ਸਾਖੀ ਦੇ ਅੰਦਰ ਜਿਹੜੇ ਪੁਆਇੰਟ ਮਿਸ ਹੋ ਰਹੇ ਸੀ ਉਹ ਦੱਸ ਰਹੇ ਸੀ। ਇੱਕ ਉਹ ਭਾਈ ਸਾਹਿਬ ਜਿਹੜੇ ਉਹ ਸੀਗੇ ਜਿਨ੍ਹਾਂ ਨੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੀ ਪੰਕਤੀ ਦੱਸੀ, ਭਾਈ ਦਿਲਰਾਜ ਸਿੰਘ ਜੀ ਨੇ ਸਾਰੀਆਂ ਸਾਖੀਆਂ 8 ਨਾਟਸ਼ਲ 'ਚ ਦੱਸੀਆਂ, ਤੇ ਹਰਸਿਮਰਨ ਹੋਰਾਂ ਦੇ ਕੋਲ ਵੀ ਕੁਝ ਸਿੱਖ ਬੈਠੇ ਸੀ, ਉਹ ਹੈਲਪ ਕਰ ਰਹੇ ਸੀ। ਆਪਾਂ ਸਾਰੇ ਕਿੱਦਾਂ ਮਿਲ ਕੇ 8 ਸਾਖੀਆਂ ਕਰ ਲਈਆਂ। ਜੇ ਵੈਸੇ ਮੈਂ ਇਕੱਲਾ 8 ਦੱਸਦਾ ਮੈਨੂੰ ਸ਼ਾਇਦ 3-4 ਘੰਟੇ ਲੱਗ ਜਾਂਦੇ। ਤਾਂ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੈ, ਬਿਲਕੁਲ ਥੋੜੀ ਜਿਹੀ ਬਰਸ਼ਿੰਗ ਦੀ ਲੋੜ ਹੈ। ਤੁਸੀਂ ਸਾਰੇ ਬਹੁਤ ਵਧੀਆ ਪਰਫਾਰਮ ਕਰਦੇ ਹੋ। ਪਲੀਜ਼ ਵੱਧ ਤੋਂ ਵੱਧ ਇਤਿਹਾਸ ਪੜ੍ਹੋ ਤੇ ਗ੍ਰੰਥਾਂ ਨੂੰ ਪੜ੍ਹੋ, ਪੜਚੋਲ ਕਰੋ। ਇਹ ਨਹੀਂ ਕਰਨਾ ਵੀ ਆਪਾਂ ਅੱਜ ਤਾਂ 21 ਸਾਖੀ ਪੜ੍ਹੀ ਹੈ, ਛੋਟੀ 2 ਲਾਈਨਾਂ ਪੜ੍ਹੀਆਂ। ਤੇ ਪਲੀਜ਼ ਵੱਧ ਤੋਂ ਵੱਧ ਪੜ੍ਹਾਈ ਕਰੋ ਤੇ ਗੁਰੂ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ, ਇਤਿਹਾਸ ਪੜ੍ਹੋ। ਵੀ ਗਾਈਜ਼ ਆਰ ਅਵੇਲੇਬਲ ਫॉर ਯੂ। ਭਾਈ ਦਿਲਰਾਜ ਸਿੰਘ, ਹਰਸਿਮਰਨ ਕੌਰ ਦੇ ਥਰੂ ਸਾਨੂੰ ਕੰਟੈਕਟ ਕਰੋ, ਅਸੀਂ ਸਾਰੇ ਤੁਹਾਡੀ ਹੈਲਪ ਲਈ ਅਵੇਲੇਬਲ ਹਾਂ। ਤੇ ਮੈਨੂੰ ਬਹੁਤ ਅੱਛਾ ਲੱਗਿਆ ਤੁਹਾਡੀ ਸਾਰੀ ਸੰਗਤ ਦੇ ਨਾਲ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੱਤਾ। ਮੈਂ ਗੁਰੂ ਦਾ ਜਸ ਕਹਿ ਪਾਇਆ ਤੁਹਾਡੇ ਸਾਰੇ ਸਾਹਮਣੇ। ਤੇ ਮੈਂ ਤੁਹਾਡੀ ਸਾਰੀ ਸੰਗਤ ਤੋਂ ਇੱਕ ਫੀਸ ਵੀ ਲੈਣੀ ਹੈ ਵੀ ਤੁਸੀਂ ਅਰਦਾਸ ਜ਼ਰੂਰ ਕਰਿਓ
ਕਿ ਗੁਰੂ ਸਾਹਿਬ ਮਹਾਰਾਜ ਸਾਨੂੰ ਜੇ ਬੋਲਣ ਦੀ ਦਾਤ ਦਿੰਦੇ ਨੇ ਨਾ ਤੇ ਉਹ ਅਧਿਆਤਮਕ ਦਾਤ ਵੀ ਦੇਣ। ਅਸੀਂ ਭਜਨ ਬੰਦਗੀ ਗੁਰੂ ਸਾਹਿਬ ਦੀ ਕਦੀ ਨਾ ਛੱਡੀਏ, ਨਾਮ ਜਪਣਾ ਨਾ ਛੱਡੀਏ, ਗੁਰਬਾਣੀ ਪੜ੍ਹਨੀ ਨਾ ਛੱਡੀਏ। ਇਹ ਤੁਸੀਂ ਸਾਨੂੰ ਕਥਾਵਾਚਕਾਂ ਨੂੰ, ਸਪੀਕਰਸ ਨੂੰ ਸਾਨੂੰ ਅਰਦਾਸ ਤੁਸੀਂ ਕਰਨੀ ਹੈ। You guys are going to bless us. It's not our effort which we are going to speak in front of you for 2 hours. It is your blessing, because of that we speak in front of you. ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ, ਭਾਈ ਦਿਲਰਾਜ ਸਿੰਘ ਦਾ, ਹਰਸਿਮਰਨ ਕੌਰ ਦਾ, ਤੁਹਾਡੀ ਸਾਰੀ ਸੰਗਤ ਦਾ। ਤੁਸੀਂ ਬਹੁਤ ਅੱਛੀ ਪਾਰਟਿਸਿਪੇਸ਼ਨ ਕੀਤੀ, ਇੰਟਰੈਕਟਿਵ ਸੈਸ਼ਨ ਦਿੱਤਾ। Thanks to you all, really from the core of my heart. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Sangaji, that concludes all the speaker sessions we had laid out for you for Experience Sikhi X United Sikh Movement Virtual Camp 2021. So I guess it is time for closing remarks, and after closing remarks, we'll head on to Rara Sahib and conclude the camp. Thank you all for joining. Abdi the Baba Tanwad for blessing us with your darshan over the past 2.5 days or so. At this point in time, I'm just going to quickly give some information on the organizations. So from the east side, the East Coast, Toronto, I'm representing Experience Sikhi, and I'm just going to read our bio off of our website because I don't have this memorized. But Experience Sikhi is a charity dedicated to the growth and prosperity of Sikhs across Canada. But from over the past few years, we've seen it grow into not just Canada, but the States, the UK, and essentially the entire globe. And to achieve these goals, we strive to ensure that the community is spiritually strong, that its professionals have the resources to realize their dreams, and that its values are put into practice in neighborhoods across the country. So our organization has 3 main pillars. We have spiritual development, professional development, and community development. Spiritual development is essentially camps like this. We have Experience Sikhi Camp, we have Experience Sikhi Smagam, we have Family Camp in December, we'll have Kirtan Nights, we'll have virtual camps like this. We had the Chaupe Sabjab for the farmers a few months back. That falls into the spiritual development. Community development, we have projects like Turban Up, where we tied the stara on all Torontonians and do prachar of Sikhi that way. We serve langar, we have Gatka performances, we have Rag, the talent behind Rag Kirtan and Rag music being shared with Toronto, Yonge and Dundas Square. And we also have projects like the Downtown Seva Initiative, where we recruit volunteers and provide care packages to the homeless on the coldest day of the year, which is usually around December 27th. That's our community development projects. And the professional development, we have Sikhya, which is a professional development retreat, where we have young Sikhs between high school and undergrad and graduate school. They come together and they're given lectures, interactive sessions, field trips, where they get to develop the skills, whether that be resume writing, cover letter editing, how to be financially, I guess smart. Financially smart is the right word. Getting mentored by professionals who are already where they want to be, and then learning how to excel in those fields. And then perhaps, like we've written mock LSATs before, we have networking. We have the Sikhya Mentor database on experiencesikhi.com, which we're expanding into the States as well as the UK. So hopefully USM can help us find some professionals so we can help Sikh youth connect with them as often as we'd like. And that falls under professional. That's basically the scope of our organization. And our only purpose, which you'll read on our website, is making Guru Nanak Dev Ji proud. Right? All of Sikhi stems from Ifkar Singh, who did the katha of yesterday's Hukamnama. His goal in life is literally to teach everyone Japji Sahib, right? Anytime we talk to him, he's always like, the answer to every single one of our questions is in Japji Sahib. Right? And Guru Nanak Dev Ji gave us this day, and we want to make them proud with all the projects that we do. Other than that, that's Experience Sikhi off the East Coast, and I will give it off to Harsimran Panji and Manshan Singh to give us some information on the United Sikh movement in the States. Waheguru Ji Ka Khalsa, Waheguru Ji Ki Fateh. So United Sikh Movement, it's essentially, a lot of different people. It includes a lot of the Sikh student associations in California, and I think a few places other and throughout the United States. And it also includes, sevadars and volunteers and kind of like, the graduate school range and stuff like that. Recently, recent professionals and stuff like that. And essentially, our pillars are Seva, Simran, Sangat, and academics. Similar to Experience Sikhi, try to do projects such as,
feeding the homeless in different areas such as Sacramento, down here in Southern California. Some operations have been kind of off because of COVID and stuff, but other than that, you know, also developing just Sikhi, like core Sikhi as well with camps like this. We had a few in-person ones as well. Conferences for all the Sikh student associations. So we have every year an inter-SSA conference in November. Yeah, other than that, if there's anything I'm missing, Simran Banerjee. Not really. I think just leadership retreat. I think that's one of the bigger things we do too. We're a lot more hands-on with Sikh student associations and making sure that they are also incorporating Sikhi within their programming. So each campus actually has a Sangat space available to them. And they have all the tools and resources necessary to even provide that space and also grow as leaders and kind of discover what it means to be a leader in a Sikh context as well. So I think that would be the only thing that I would add, really. And those are the two organizations that collaborated to make this camp possible. And we do hope to, our original plan was collaborating, so we'd have some of the USM Sangat up at ES camp in the summer, and then some of the ES that was down at the USM camp. Hopefully next year, things are looking good. They have an Airbnb with Body Sangat there right now, and all the Toronto people are sitting individually in their homes, but we're working on it. We are working on it. Other than that, that wraps up the entire camp. Obviously, we would love your feedback. We want to make sure that these camps improve and we can provide more services, more resources to the Sangat in any way we can. So I will plug in Experience Sikhi social media, which is at Experience Sikhi on all social media platforms. That includes Facebook, Instagram, Twitter, SoundCloud, and YouTube. And United Sikh Movement on Instagram. I don't know if all the other tags are the same. The Twitter one's just USM Network, but other than that, like, it's United Sikh Movement across the board. So be sure to follow us up on our social medias. And if you'd like to contact us, again, you can DM these pages with your questions for the prachariks that we've had over the 4 days. So that would include Bhai Sarpreet Singh Ji, Gani Gurkiya Singh Ji, and Bibi Amanjot Kaur, Bibi Amit Kaur Pen Ji from yesterday, and Gani Sher Singh Ji also from yesterday. If there are any questions, please let us know now. Otherwise, we'll go straight into, yes, you were supposed to receive t-shirts and they were shipped out last week, I believe, once registration closed. Yeah, you'll get them within. You'll get them for sure. If you don't get them within like 2 weeks, how about this? I'll send an email when they should be delivered. And then if you don't get them then, definitely let me know. You can email us, just email back from whatever email I reach out to, which will probably be contact@unitedsikhmovement.org. And then on top of that, following this, I'm going to be sending out all the recordings. Oh, I should stop